दादूवाल साहब ਜਦੋਂ ਵੀ ਤੁਸੀਂ ਕੋਈ ਐਕਟੀਵਿਟੀ ਕਰਦੇ ਹੋ ਤਾਂ ਚਰਚਾ 'ਚ ਬੜਾ ਆਉਣੇ ਹੋ ਤੁਸੀਂ। ਕੋਈ ਕਹਿਣ ਲੱਗਿਆ ਕਿ दादूवाल साहब ਏਜੰਸੀਆਂ ਦੇ ਬੰਦੇ ਆ, ਕੋਈ ਕਹਿੰਦਾ ਆਰਐਸਐਸ ਦੇ ਨਾਲ ਰਲ ਗਿਆ ਤੇ ਸਭ ਤੋਂ ਵੱਡਾ ਇਲਜ਼ਾਮ ਇਹ ਲੱਗਿਆ ਵੀ ਕਾਂਗਰਸ ਦੇ ਨਾਲ ਤੁਹਾਡੀ ਤੇ ਮੰਡ ਸਾਹਿਬ ਦੀ ਮੈਚ ਫਿਕਸਿੰਗ ਹੈ। ਕਿਹਾ ਜਾਂਦਾ ਹੈ ਕਿ ਧਿਆਨ ਸਿੰਘ ਮੰਡ ਤੇ ਬਲਜੀਤ ਸਿੰਘ दादूवाल ਹੋਰਾਂ ਨੇ ਪੈਸਿਆਂ ਦਾ ਰੌਲਾ ਪੈ ਗਿਆ ਔਰ ਧਰਨੇ ਦੇ ਨਾਂ ਤੇ ਮੋਟੀ ਕਮਾਈ ਕੀਤੀ ਗਈ। दिन अनाउंस करके गए आ जी 1 करोड़ 48 लाख रुपया आया। ਜਦੋਂ ਤੁਸੀਂ ਬੀਜੇਪੀ ਦੀ ਸ਼ਲਾਘਾ ਕਰਦੇ ਹੋ ਤਾਂ ਲੋਕ ਤੁਹਾਨੂੰ ਕਹਿਣ ਲੱਗ ਪੈਂਦੇ ਆ दादूवाल ਸਾਹਿਬ ਸੰਘ ਦੇ ਬੰਦੇ ਆ। ਜਦੋਂ ਅਸੀਂ ਕਿਸੇ ਚੰਗੇ ਕੰਮ ਦੀ ਕਿਸੇ ਦੀ ਸ਼ਲਾਘਾ ਕਰਦੇ ਤੇ ਲੋਕ ਉਧਰ ਜੋੜ ਦਿੰਦੇ ਆ। ਆਰਐਸਐਸ ਦੇ ਬਾਰੇ ਤੁਹਾਡੀ ਕੀ ਵਿਚਾਰਧਾਰਾ ਹੈ? ਹਰ ਧਰਮ ਦੇ ਆ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਆਪਣੇ ਧਰਮ ਦਾ ਪ੍ਰਚਾਰ ਕਰਨ ਦਾ ਪੂਰਾ ਹੱਕ ਆ, ਚਾਹੇ ਉਹ ਆਰਐਸਐਸ ਆ। ਔਰ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਬਾਰੇ ਤੁਹਾਡੇ ਮਨ ਦੇ ਅੰਦਰ ਕੀ ਪਰਸੈਪਸ਼ਨ ਹੈਗੀ ਹੈ? ਬਤੌਰ ਜਥੇਦਾਰ ਅਕਾਲ ਤਖਤ ਸਾਹਿਬ ਅਸੀਂ ਉਹਨਾਂ ਨੂੰ ਨਹੀਂ ਮੰਨਦੇ। ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਜਿਹੜਾ ਡੇਰਿਆਂ ਨਾਲ ਸੰਬੰਧ ਰੱਖੂਗਾ ਉਹਦੇ ਨਾਲ ਸਿੱਖ ਬਾਈਕਾਟ ਕਰਨਗੇ। ਕਹਿੰਦੇ ਕਾਂਗਰਸ ਨੇ ਦੋਵੇਂ ਗੱਲਾਂ ਕੀਤੀਆਂ, ਉਹ ਭੋਗ ਤੇ ਵੀ ਗਏ ਤੇ ਡੇਰੇ 'ਚ ਵੋਟ ਮੰਗਣ ਵਾਸਤੇ ਵੀ ਗਏ। ਇਸ ਦੇ ਬਾਵਜੂਦ दादूवाल ਸਾਹਿਬ ਦੇ ਕਾਂਗਰਸੀ ਮੰਤਰੀਆਂ ਦੇ ਨਾਲ ਯਾਰਾਨੇ ਨੇ। ਬਹੁਤ ਚੰਗੇ ਸਿੱਖ ਜਿਹੜੇ ਆ ਉਹ ਕਾਂਗਰਸ ਪਾਰਟੀ 'ਚ ਵੀ ਹੈਗੇ ਆ ਤੇ ਬਹੁਤ ਮਾੜੇ ਸਿੱਖ ਜਿਹੜੇ ਆ ਉਹ ਅਕਾਲੀ ਦਲ 'ਚ ਵੀ ਹੈਗੇ। ਕਹਿੰਦੇ ਨੇ ਕਿ ਬਾਕੀ ਸਾਰੇ ਡੇਰਿਆਂ ਤੇ दादूवाल ਸਾਹਿਬ ਬੋਲਦੇ ਨੇ, ਪਰ ਡੇਰਾ ਬਿਆਸ ਮੁਖੀ ਦੇ ਨਾਲ दादूवाल ਸਾਹਿਬ ਦੀ ਬਹੁਤ ਪੱਕੀ ਦੋਸਤੀ ਆ। ਅਕਾਲੀ ਇਸ ਗੱਲ ਦਾ ਤੁਹਾਡੇ ਨਾਲ ਮਲਾਲ ਕਰਦੇ ਆ। ਉਹ ਕਹਿੰਦੇ ਕਿ ਸਾਡੇ ਖਿਲਾਫ ਤਾਂ दादूवाल ਸਾਹਿਬ ਨੇ ਰੱਜ ਕੇ ਪ੍ਰਚਾਰ ਕੀਤਾ, ਪਰ ਉਹ ਆਂਦੇ ਹੁਣ ਕੈਪਟਨ ਸਾਹਿਬ ਦੇ ਰਾਜ ਦੇ ਵਿੱਚ ਵੀ ਤਾਂ ਸਟੇਟਸ ਕੋਈ ਹੈ ਨਾ, ਹੁਣ ਵੀ ਕੁਝ ਨਹੀਂ ਹੋਇਆ। ਉਹ ਕਹਿੰਦੇ ਫਿਰ ਹੁਣ ਜਥੇਬੰਦੀਆਂ ਧਰਨਾ ਕਿਉਂ ਨਹੀਂ ਲਗਾਉਂਦੀਆਂ? ਜਿਵੇਂ ਸੁਖਬੀਰ ਬਾਦਲ ਕਹਿੰਦਾ ਬੇਅਦਬੀ ਕਰਨ ਵਾਲਿਆਂ ਦਾ ਕੱਖ ਨਾ ਰਹੇ, ਅਸੀਂ ਥੋੜਾ ਗਾਂਹ ਜਾਣੇ ਕਿ ਬੇਅਦਬੀ ਕਰਨ ਵਾਲਿਆਂ ਦਾ ਕੱਖ ਨਾ ਰਹੇ, ਕਰਾਉਣ ਵਾਲਿਆਂ ਦਾ ਕੱਖ ਨਾ ਰਹੇ, ਕਰਨ ਵਾਲਿਆਂ ਨੂੰ ਬਚਾਉਣ ਵਾਲਿਆਂ ਦਾ ਕੱਖ ਨਾ ਰਹੇ। ਜਿਨ੍ਹਾਂ ਨੇ ਅੱਜ ਤੱਕ ਬਚਾਇਆ ਤੇ ਰਹਿਣਾ ਵੀ ਕੁਝ ਨਹੀਂ। ਸਤਿ ਸ੍ਰੀ ਅਕਾਲ, ਜਗਬਾਣੀ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਰਮਨਦੀਪ ਸਿੰਘ ਸੋਢੀ। ਪੰਜਾਬ ਦੇ ਵਿੱਚ ਮਸਲੇ ਲਗਾਤਾਰ ਭਖਦੇ ਰਹਿੰਦੇ ਨੇ, ਕਦੇ ਸਿਆਸੀ ਮਸਲੇ ਹਾਵੀ ਹੋ ਜਾਂਦੇ ਨੇ ਤੇ ਕਦੇ ਕਿਸਾਨੀ ਦੇ ਮਸਲੇ ਹਾਵੀ ਹੋ ਜਾਂਦੇ ਨੇ। ਔਰ ਸਭ ਤੋਂ ਜ਼ਿਆਦਾ ਪੰਜਾਬ ਦੀ ਸਿਆਸਤ ਉਦੋਂ ਗਰਮਾਉਂਦੀ ਹੈ ਜਦੋਂ ਪੰਜਾਬ ਦੇ ਵਿੱਚ ਨਹੀਂ ਬਲਕਿ ਦੇਸ਼ ਦੇ ਵਿੱਚ ਜਦੋਂ ਧਾਰਮਿਕ ਮਸਲੇ ਗਰਮਾਉਂਦੇ ਨੇ। ਧਾਰਮਿਕ ਮਸਲੇ ਗਰਮਾਉਂਦੇ ਨੇ ਤਾਂ ਸੁਭਾਵਿਕ ਤੌਰ ਤੇ ਸਿਆਸਤ ਦਾ ਪਾਰਾ ਵੱਧਦਾ ਜਾਂਦਾ ਹੈ। 2007 ਤੋਂ ਲੈ ਕੇ ਪੰਜਾਬ ਦਾ ਮਾਹੌਲ ਜਿਹੜਾ ਹੈ ਉਹ ਧਾਰਮਿਕ ਮਸਲਿਆਂ ਨੂੰ ਲੈ ਕੇ ਕਾਫੀ ਵਿਵਾਦਤ ਰਿਹਾ। ਔਰ ਜੇਕਰ ਮੈਂ ਇਹ ਗੱਲ ਕਹਾਂ ਕਿ ਬੀਤੇ ਸਮੇਂ ਦੇ ਦੌਰਾਨ ਧਾਰਮਿਕ ਮਸਲਿਆਂ ਨੂੰ ਲੈ ਕੇ ਪੰਜਾਬ ਦਾ ਮਾਹੌਲ ਕਾਫੀ ਖਰਾਬ ਵੀ ਹੋਇਆ, ਪਰ ਸਭ ਤੋਂ ਵੱਡੀ ਤਰਾਸਦੀ ਹੈ ਕਿ ਧਾਰਮਿਕ ਮਸਲਿਆਂ ਦਾ ਨਤੀਜਾ ਨਹੀਂ ਕੋਈ ਨਿਕਲਦਾ, ਕਿਸੇ ਸਿਰੇ ਜਾਂ ਕਿਸੇ ਅੰਨੇ ਬੰਨੇ ਨਹੀਂ ਲੱਗਦੇ। ਹਾਲਾਂਕਿ ਬਹੁਤ ਸਾਰੇ ਸਿੱਖ ਵਿਦਵਾਨ, ਸਿੱਖ ਬੁੱਧੀਜੀਵ ਜਾਂ ਫਿਰ ਕਈ ਸਿੱਖ ਸ਼ਖਸੀਅਤਾਂ ਤੋਂ ਇਲਾਵਾ ਸਰਕਾਰੀ ਤੌਰ ਤੇ ਵੀ ਕਈ ਸਿਆਸਤਦਾਨ ਕੋਸ਼ਿਸ਼ ਕਰਦੇ ਨੇ ਕਿ ਇਹਨਾਂ ਮਸਲਿਆਂ ਦਾ ਹੱਲ ਹੋ ਜਾਵੇ, ਪਰ ਹੱਲ ਨਿਕਲਦਾ ਦਿਸਦਾ ਨਹੀਂ। ਕੁਝ ਅਜਿਹੇ ਮਸਲਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਹੈ, ਜਿਸ ਦਾ ਹੱਲ ਹਾਲੇ ਤੱਕ ਨਹੀਂ ਨਿਕਲਿਆ। 2 ਸਰਕਾਰਾਂ ਬੀਤ ਚਲੀਆਂ ਨੇ, ਅਕਾਲੀ ਦਲ ਦੇ ਰਾਜ ਦੇ ਵਿੱਚ ਵੀ ਕੁਝ ਨਹੀਂ ਹੋ ਸਕਿਆ ਔਰ ਕਾਂਗਰਸ ਹਮੇਸ਼ਾ ਇਹ ਗੱਲ ਕਰਦੀ ਰਹੀ ਕਿ ਅਕਾਲੀਆਂ ਨੇ ਬੇਅਦਬੀ ਕਰਵਾਈ, ਅਕਾਲੀ ਇਸ ਲਈ ਜ਼ਿੰਮੇਵਾਰ ਨੇ। ਚੋਣਾਂ ਵੀ ਲੜੀਆਂ ਗਈਆਂ, ਇਲੈਕਸ਼ਨ ਵੀ ਜਿੱਤ ਲਏ ਗਏ, ਪਰ ਕਾਂਗਰਸ ਦੇ ਰਾਜ ਦੇ ਵੀ ਹੁਣ ਪੌਣੇ 2 ਸਾਲ ਦੇ ਕਰੀਬ ਸਮਾਂ ਬਾਕੀ ਆ, ਪਰ ਹਾਲੇ ਤੱਕ ਕਾਂਗਰਸ ਵੀ ਕਿਸੇ ਸਿੱਟੇ ਤੇ ਨਹੀਂ ਪਹੁੰਚ ਸਕੀ ਆ। ਬਹੁਤ ਸਾਰੀਆਂ ਧਾਰਮਿਕ ਜਥੇਬੰਦੀਆਂ, ਸਿੱਖ ਜਥੇਬੰਦੀਆਂ ਦੇ ਵੱਲੋਂ ਵੀ ਇਹ ਮਸਲਾ ਚੁੱਕਿਆ ਗਿਆ, ਜਿਨ੍ਹਾਂ ਵਿੱਚੋਂ ਇੱਕ ਬਲਜੀਤ ਸਿੰਘ दादूवाल, ਜਥੇਦਾਰ ਬਲਜੀਤ ਸਿੰਘ दादूवाल ਤੇ ਧਿਆਨ ਸਿੰਘ ਮੰਡ ਵੀ ਸ਼ਾਮਲ ਸਨ। ਉਹਨਾਂ ਦੇ ਵੱਲੋਂ ਬਰਗਾੜੀ ਦਾ ਮੋਰਚਾ ਵੀ ਲੰਬਾ ਸਮਾਂ ਲਗਾਇਆ ਗਿਆ, ਪਰ ਹੱਲ ਫੇਰ ਨਹੀਂ ਨਿਕਲਿਆ। ਅੱਜ ਸਾਡੇ ਨਾਲ ਜਥੇਦਾਰ ਬਲਜੀਤ ਸਿੰਘ दादूवाल ਜਿਹੜੇ ਕਿ ਹਾਲ ਹੀ 'ਚ ਕਾਰਜਕਾਰੀ ਪ੍ਰਧਾਨ ਬਣੇ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹ ਸਾਡੇ ਨਾਲ ਜੁੜੇ ਨੇ ਲਾਈਵ। ਇਸ ਵਕਤ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਤੇ तमाम ਸਵਾਲਾਂ ਤੇ ਚਰਚਾ ਵੀ ਕਰਾਂਗੇ। ਜਥੇਦਾਰ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ। ਧੰਨਵਾਦ ਜੀ ਸੋਢੀ ਸਾਹਿਬ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। दादूवाल ਸਾਹਿਬ, ਸਭ ਤੋਂ ਪਹਿਲਾ ਸਵਾਲ, दादूवाल ਸਾਹਿਬ ਜਦੋਂ ਵੀ ਤੁਸੀਂ ਕੋਈ ਐਕਟੀਵਿਟੀ ਕਰਦੇ ਹੋ ਤਾਂ ਚਰਚਾ 'ਚ ਬੜਾ ਆਉਣੇ ਹੋ ਤੁਸੀਂ। ਸਵਾਲ ਇਹ ਹੈ ਕਿ ਹੁਣ ਜਦੋਂ ਤੁਸੀਂ ਕਾਰਜਕਾਰੀ ਪ੍ਰਧਾਨ ਬਣੇ ਹੋ ਤਾਂ तमाम ਵਿਰੋਧੀ ਧਿਰਾਂ ਨੇ ਔਰ ਸਿੱਖ ਬੁੱਧੀਜੀਵੀਆਂ ਨੇ ਵੀ ਕਹਿ ਲਓ ਕਿ ਕੰਨ ਚੱਕ ਲਿਆ, ਔਰ ਉਹ ਕਹਿੰਦੇ ਨੇ ਕਿ ਜਥੇਦਾਰ ਸਾਹਿਬ ਨੂੰ ਇਹੋ ਜਿਹੀ ਕੀ ਲੋੜ ਪਈ ਸੀ ਕਿ ਪੰਜਾਬ ਛੱਡ ਕੇ ਹੁਣ ਦੂਸਰੇ ਸੂਬੇ 'ਚ ਜਾ ਕੇ ਤੇ ਉੱਥੋਂ ਦੀ ਕਮੇਟੀ ਦੇ ਪ੍ਰਧਾਨ ਬਣਨਾ ਪਿਆ। ਹਾਲਾਂਕਿ ਪਹਿਲਾਂ ਤੁਸੀਂ ਇਹ ਗੱਲ ਕਹਿੰਦੇ ਸੀ ਕਿ ਮੈਨੂੰ ਪ੍ਰਧਾਨਗੀਆਂ ਦੀ ਭੁੱਖ ਨਹੀਂ ਹੈ। ਦੇਖੋ ਸੋਢੀ ਸਾਹਿਬ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਖਾਲਸਾ ਪੰਥ ਦੀ ਸੇਵਾ ਜਦੋਂ ਤੋਂ ਧਰਮ ਪ੍ਰਚਾਰ ਪ੍ਰਸਾਰ ਵਿੱਚ ਕਰ ਰਹੇ ਹਾਂ, ਪੰਥ ਦੇ ਹਰ ਸੰਘਰਸ਼ ਦੇ ਵਿੱਚ ਆਪਣੀ ਜ਼ਿੰਮੇਵਾਰੀ ਸਮਝ ਕੇ ਭੂਮਿਕਾ ਨਿਭਾਈ ਆ ਤੇ ਖਾਲਸਾ ਪੰਥ ਨੇ ਬਹੁਤ ਵੱਡਾ ਮਾਣ ਸਨਮਾਨ ਬਖਸ਼ਿਆ। ਚਾਹੇ ਉਹ ਸਰਬੱਤ ਖਾਲਸਾ 2015 ਵਿੱਚ ਸੀਗਾ,
ਉਦੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਅਨਾਉਂਸ ਕੀਤਾ ਸਰਬੱਤ ਖਾਲਸਾ ਨੇ। ਤਾਂ ਹੁਣ ਜਿਹੜਾ ਸੀਗਾ ਕਾਰਜਕਾਰੀ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਰਨਲ ਹਾਊਸ ਨੇ ਜਿਹੜਾ ਮੈਨੂੰ ਅਨਾਉਂਸ ਕੀਤਾ। ਤੇ ਵੱਡੀਆਂ ਸੇਵਾਵਾਂ ਨੇ, ਅਸਲ ਜਦੋਂ ਵੱਡੀਆਂ ਸੇਵਾਵਾਂ ਪੰਥ ਕੌਮ ਕਿਸੇ ਨੂੰ ਬਖਸ਼ਦੀ ਆ ਤੇ ਉਹਦੀ ਚਰਚਾ ਤਾਂ ਹੁੰਦੀ ਆ ਸੋਢੀ ਸਾਹਿਬ। ਬਾਕੀ ਰਿਹਾ ਮੇਰਾ ਕਾਰਜ ਖੇਤਰ ਜਿਹੜਾ ਵਾ, ਇਹ ਨਹੀਂ ਹੈ ਕਿ ਮੈਂ ਪੰਜਾਬ ਛੱਡ ਕੇ ਹਰਿਆਣਾ 'ਚ ਚਲੇ ਗਿਆ। ਮੈਂ ਹਰਿਆਣੇ 'ਚ ਰਹਿੰਦਿਆਂ ਧਰਮ ਪ੍ਰਚਾਰ ਜਿਹੜਾ ਸੀਗਾ ਉਹ ਪੰਜਾਬ ਵਿੱਚ ਵੀ ਕੀਤਾ, ਕਿਉਂਕਿ ਮੇਰਾ ਜਿਹੜਾ ਹੈੱਡਕੁਆਟਰ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾਦੂ ਸਾਹਿਬ ਹੈ, ਡਿਸਟ੍ਰਿਕਟ ਸਿਰਸਾ ਵਿੱਚ ਪੈਂਦਾ, ਹਰਿਆਣਾ ਸਟੇਟ ਵਿੱਚ। ਇਹ ਉਹ ਪੰਜਾਬੀ ਬੋਲਦਾ ਇਲਾਕਾ ਜਿਹੜਾ 1966 ਵੇਲੇ ਪੰਜਾਬ ਤੋਂ ਵੱਖਰਾ ਹੋ ਗਿਆ। ਡੱਬਵਾਲੀ ਤੋਂ ਲੈ ਕੇ ਪਾਣੀਪਤ ਕਰਨਾਲ ਤੱਕ ਸਾਰੀ ਪੰਜਾਬੀ ਬੈਲਟ ਆ, ਪੰਜਾਬੀ ਬੋਲਦਾ ਇਲਾਕਾ। ਪੰਜਾਬ ਤੋਂ ਬਾਅਦ ਸਭ ਤੋਂ ਵੱਡੀ ਗਿਣਤੀ 'ਚ ਜੇ ਸਿੱਖ ਵੱਸਦੇ ਆ ਸਟੇਟ ਭਾਰਤ ਦੀ, ਤੇ ਉਹ ਹਰਿਆਣੇ 'ਚ ਆ। ਇਸ ਕਰਕੇ ਮੇਰਾ ਕਾਰਜ ਖੇਤਰ ਪੰਜਾਬ ਵੀ ਰਿਹਾ ਤੇ ਹਰਿਆਣਾ ਵੀ ਰਿਹਾ। ਵੈਸੇ ਮੈਂ ਵਰਲਡ ਵਾਈਡ ਜੇ ਭਾਰਤ ਦੀਆਂ ਸਟੇਟਾਂ ਦੀ ਗੱਲ ਕਰੀਏ, ਮੈਂ ਬੰਬੇ ਵੀ ਔਰ ਦਿੱਲੀ ਵੀ ਔਰ ਇਸੇ ਤਰ੍ਹਾਂ ਯੂਪੀ ਵਿੱਚ ਵੀ, ਰਾਜਸਥਾਨ ਵਿੱਚ ਵੀ ਧਰਮ ਪ੍ਰਚਾਰ ਕੀਤਾ, ਉੱਤਰਾਖੰਡ 'ਚ ਵੀ ਕੀਤਾ, ਜੰਮੂ ਵੀ ਗਿਆ ਵਾਂ ਧਰਮ ਪ੍ਰਚਾਰ 'ਚ। ਪਰ ਵਿਦੇਸ਼ਾਂ ਦੇ ਅੰਦਰ ਵੀ ਅਮਰੀਕਾ ਨੂੰ ਛੱਡ ਕੇ ਜਿਵੇਂ ਕੈਨੇਡਾ ਤੋਂ ਲੈ ਕੇ ਨਿਊਜ਼ੀਲੈਂਡ ਤੱਕ ਤਕਰੀਬਨ ਕੰਟਰੀਆਂ ਦੇ ਵਿੱਚ ਧਰਮ ਪ੍ਰਚਾਰ ਲਈ ਪਿਛਲੇ 20 ਸਾਲਾਂ ਤੋਂ ਗਿਆ। ਤਾਂ ਮੇਰਾ ਕਾਰਜ ਖੇਤਰ ਪੂਰਾ ਸੰਸਾਰ ਹੈ, ਇਕੱਲਾ ਹਰਿਆਣਾ ਜਾਂ ਪੰਜਾਬ ਨਹੀਂ ਹੈ। ਤੇ ਇਸ ਕਾਰਨ ਕਰਕੇ ਮੈਂ ਕੋਈ ਪੰਜਾਬ ਛੱਡ ਕੇ ਹਰਿਆਣਾ 'ਚ ਨਹੀਂ ਗਿਆ। ਹਰਿਆਣੇ 'ਚ ਵੀ ਗੁਰਦੁਆਰਾ ਸਾਹਿਬ ਦੀ ਸੇਵਾ ਮੇਰੇ ਕੋਲੇ, ਤੇ ਪੰਜਾਬ ਦੇ ਵਿੱਚ ਵੀ ਗੁਰੂ ਘਰਾਂ ਦੀ ਸੇਵਾ ਜਿਹੜੀ ਆ ਉਹ ਸੰਗਤਾਂ ਨੇ ਮੈਨੂੰ ਸੌਂਪੀ ਹੋਈ ਆ। ਤੇ ਇਸ ਕਰਕੇ ਮੈਂ ਹਰਿਆਣੇ ਤੇ ਪੰਜਾਬ ਨੂੰ ਵੱਖ ਨਹੀਂ ਸਮਝਦਾ, ਸਾਰੀ ਜਗ੍ਹਾ ਤੇ ਧਰਮ ਪ੍ਰਚਾਰ ਜਿਹੜਾ ਆਪਣੀ ਜ਼ਿੰਮੇਵਾਰੀ ਸਮਝ ਕੇ ਡਿਊਟੀ ਨਿਭਾਉਂਦਾ। ਹਾਂਜੀ। ਪਰ ਦਾਦੂਵਾਲ ਸਾਹਿਬ, ਇਹ ਸਵਾਲ ਤਾਂ ਉੱਠ ਰਹੇ ਨੇ ਕਿ ਕਿਹਾ ਜਾ ਰਿਹਾ ਹੈ ਕਿ ਦਾਦੂਵਾਲ ਸਾਹਿਬ ਇੱਕ ਮਸਲੇ ਨੂੰ ਫੜਦੇ ਨੇ, ਉਹਨੂੰ ਛੱਡਦੇ ਨੇ, ਸਿਰੇ ਨਹੀਂ ਲਾਉਂਦੇ, ਦੂਸਰਾ ਫੜ ਲੈਂਦੇ ਆ, ਦੂਸਰਾ ਮਸਲਾ ਹਜੇ ਨਤੀਜੇ ਤੱਕ ਪਹੁੰਚਦਾ ਨਹੀਂ ਤੇ ਦਾਦੂਵਾਲ ਸਾਹਿਬ ਦੇ ਕੋਲ ਤੀਸਰਾ ਮਸਲਾ ਆ ਜਾਂਦਾ। ਕਹਿੰਦੇ ਲਾਈਮਲਾਈਟ ਵਾਲੇ ਮਸਲਿਆਂ 'ਚ ਦਾਦੂਵਾਲ ਸਾਹਿਬ ਆਉਂਦੇ, ਜਿਹੜਾ ਮਸਲਾ ਭਖਦਾ ਹੁੰਦਾ ਉਸ ਮਸਲੇ ਨੂੰ ਫੜ ਤਾਂ ਲੈਂਦੇ ਆ ਪਰ ਸਿਰੇ ਨਹੀਂ ਲਾਉਂਦੇ। ਦੀ ਮੈਂ ਉਦਾਹਰਨ ਦਿੰਦਾ, ਸਰਬੱਤ ਖਾਲਸਾ ਬਣਦਾ, ਤਮਾਮ ਜਿਹੜੇ ਏਜੰਡੇ ਸੀ, ਮੁੱਦੇ ਸੀ, ਉਹਨਾਂ ਨੂੰ ਨਤੀਜੇ ਤੇ ਹਾਲੇ ਤੱਕ ਨਹੀਂ ਪਹੁੰਚਾਇਆ ਗਿਆ। ਜਾਂ ਕਈ ਲੋਕ ਇਹ ਵੀ ਸਵਾਲ ਕਰਦੇ ਨੇ ਕਿ ਸਰਬੱਤ ਖਾਲਸਾ ਦੀ ਪ੍ਰਾਪਤੀ ਕੀ ਨਿਕਲੀ ਹੈ। ਮੈਂ ਪਹਿਲੇ ਤੋਂ ਕਰਮਵਾਰ ਸ਼ੁਰੂ ਕਰਦਾ ਹਾਂ। ਸਰਬੱਤ ਖਾਲਸਾ ਜਦੋਂ ਕਰਵਾਇਆ ਗਿਆ ਤਾਂ ਤਮਾਮ ਜਿਹੜੇ ਵਾਅਦੇ ਤੁਸੀਂ ਕੀਤੇ ਸੀ ਜਾਂ ਤੁਹਾਡੇ ਏਜੰਡੇ ਸੀ, ਗੋਲ ਸੀ, ਮੁੱਦੇ ਸੀ, ਉਹਦੇ 'ਚੋਂ ਪ੍ਰਾਪਤੀਆਂ ਕਿਵੇਂ ਰਹੀਆਂ, ਨਤੀਜਾ ਕੀ ਨਿਕਲਿਆ ਉਹਦਾ ਦਾਦੂਵਾਲ ਸਾਹਿਬ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਸੋਢੀ ਸਾਹਿਬ ਕਿ ਸਰਬੱਤ ਖਾਲਸਾ 2015 ਵਿੱਚ ਜਿਹੜਾ ਹੋਇਆ, ਮੈਂ ਉਹਦਾ ਆਰਗੇਨਾਈਜ਼ਰ ਨਹੀਂ ਸੀ, ਮੈਂ ਬਤੌਰ ਸਿੱਖ ਉਹਦੇ 'ਚ ਸ਼ਾਮਲ ਹੋਇਆ ਸੀਗੇ। ਜੋ ਉਹਦੇ ਵਿੱਚ ਮੁੱਦੇ ਜੋ ਮਤੇ ਰੱਖੇ ਗਏ ਸੀ, 13 ਮੁੱਖ ਮਤੇ, ਉਹ ਸਰਬੱਤ ਖਾਲਸਾ ਪ੍ਰਬੰਧਕਾਂ ਦੇ ਵੱਲੋਂ ਰੱਖੇ ਗਏ ਸੀਗੇ, ਜਿਨ੍ਹਾਂ ਵਿੱਚ ਉਹਨਾਂ ਨੇ ਉਸ ਸਮੇਂ ਦੇ ਜਿਨ੍ਹਾਂ ਨੇ ਸਰਸੇ ਵਾਲੇ ਨੂੰ ਮਾਫੀਨਾਮਾ ਦਿੱਤਾ ਸੀ, ਉਹਨਾਂ ਜਥੇਦਾਰਾਂ ਨੂੰ ਰੱਦ ਕਰਕੇ ਤੇ ਸਰਬੱਤ ਖਾਲਸਾ ਨੇ ਨਵੇਂ ਜਥੇਦਾਰ ਜਿਹੜੇ ਸੀ ਅਨਾਉਂਸ ਕੀਤੇ ਸੀਗੇ। ਉਹਨਾਂ ਵਿੱਚ ਮੈਨੂੰ, ਕਿਉਂਕਿ ਮੇਰਾ ਜਿਹੜਾ ਜ਼ਿਆਦਾ ਕਾਰਜ ਖੇਤਰ ਸੀਗਾ ਤਖਤ ਸ੍ਰੀ ਦਮਦਮਾ ਸਾਹਿਬ, ਮੇਰੇ ਤੋਂ ਸਿਰਫ 10-15 ਮਿੰਟ ਦਾ ਰਸਤਾ ਹੈ ਗੁਰਦੁਆਰਾ ਦਾਦੂ ਸਾਹਿਬ ਤੋਂ, ਤਾਂ ਮੈਨੂੰ ਤਖਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਅਨਾਉਂਸ ਕੀਤਾ ਸੀਗਾ। ਸਰਬੱਤ ਖਾਲਸੇ ਤੋਂ ਬਾਅਦ ਮੇਰੀ ਜ਼ਿੰਮੇਵਾਰੀ ਜਿਹੜੀ ਸੀ ਉਹ ਬਣੀ ਸੀ, ਕਿਉਂਕਿ ਪਹਿਲਾਂ ਤਾਂ ਸਰਬੱਤ ਖਾਲਸਾ ਜਿਹੜਾ ਸੀ ਉਹਦਾ ਆਰਗੇਨਾਈਜ਼ਰ ਨਹੀਂ ਸੀ, ਮੈਂ ਬਤੌਰ ਸਿੱਖ ਸ਼ਾਮਲ ਹੋਇਆ। ਜਦੋਂ ਮੈਨੂੰ ਜਥੇਦਾਰ ਅਨਾਉਂਸ ਦਾ ਮੇਰੀ ਜ਼ਿੰਮੇਵਾਰੀ ਬਣੀ ਔਰ ਉਹਦੇ ਤੇ ਚੱਲਦਿਆਂ ਸੀ ਪੂਰੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਮਾਰਚ ਕੱਢਿਆ। ਮੁੜ ਕੇ ਰਾਗੀ ਗ੍ਰੰਥੀ ਸਿੰਘਾਂ ਦਾ ਪੂਰੇ ਪੰਜਾਬ ਦੇ ਵਿੱਚ ਜਿਹੜਾ ਸੀ ਮੀਟਿੰਗਾਂ ਅਟੈਂਡ ਕੀਤੀਆਂ, ਜਿੱਥੇ ਵੀ ਕੋਈ ਧਰਮ ਦਾ ਮਸਲਾ ਹੋਇਆ ਉੱਥੇ ਡਿਊਟੀ ਦਿੱਤੀ। ਔਰ ਬਰਗਾੜੀ ਬੇਅਦਬੀ ਕਾਂਡ ਦੇ ਉੱਤੇ ਵੀ ਜਿਹੜਾ 6.5 ਮਹੀਨੇ ਲਗਾਤਾਰ ਬਰਗਾੜੀ ਦਾ ਇਨਸਾਫ ਮੋਰਚਾ ਜਿਹੜਾ ਸੀ ਚਲਾਇਆ, ਜਿਹਦੀਆਂ ਬਹੁਤ ਵੱਡੀਆਂ। ਪਰ ਇੰਪੋਰਟੈਂਟ ਸਵਾਲ ਹੈ, ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਸੀ, ਉਹ ਕਿਸੇ ਅੰਨੇ ਬੰਨੇ ਤੁਸੀਂ ਲਾ ਨਹੀਂ ਸਕੇ। ਤੁਸੀਂ ਜੇਕਰ ਜਥੇਦਾਰ ਹਵਾਰਾ ਦੀ ਗੱਲ ਕੀਤੀ, ਉਹ ਵੀ ਮਸਲਾ ਤੁਸੀਂ ਕਿਸੇ ਸਿਰੇ ਨਹੀਂ ਲਾਇਆ। ਹੁਣ ਸਵਾਲ ਇਹ ਉੱਠਦਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਤੁਹਾਡੇ ਯਤਨ ਕੀ ਰਹੇ ਨੇ? ਦੇਖੋ ਸੋਢੀ ਸਾਹਿਬ, ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਆਪਣਾ ਸਰਬੱਤ ਖਾਲਸਾ ਹੋਇਆ, ਉਹਦੀ ਵੱਡੀ ਪ੍ਰਾਪਤੀ ਇਹ ਸੀਗੀ ਕਿ ਉਸ ਤੋਂ ਬਾਅਦ ਜਿਹੜੇ ਜਥੇਦਾਰ ਸ਼੍ਰੋਮਣੀ ਕਮੇਟੀ ਦੇ ਅਪੁਆਇੰਟ ਕੀਤੇ ਆ, ਉਹ ਕੋਈ ਉਦਾਂ ਦਾ ਗਲਤ ਫੈਸਲਾ ਨਹੀਂ ਕਰ ਸਕੇ ਜਿਵੇਂ ਪਹਿਲਾਂ ਸਰਸੇ ਵਾਲੇ ਨੂੰ ਮਾਫੀਨਾਮਾ ਜਾਰੀ ਕੀਤਾ ਸੀਗਾ। ਪਹਿਲਾਂ ਉਹ ਮਨਮਾਨੀਆਂ ਕਰਦੇ ਸੀ ਮਰਜ਼ੀ ਦੇ ਨਾਲ, ਜਿਸ ਤਰ੍ਹਾਂ ਬਾਦਲ ਪਰਿਵਾਰ ਨੇ ਕਿਹਾ ਉਸੇ ਤਰ੍ਹਾਂ ਹੁਕਮਨਾਮਾ ਜਾਰੀ ਕਰ ਦਿੱਤਾ, ਉਹੀ ਆਦੇਸ਼ ਸੰਦੇਸ਼ ਜਾਰੀ ਕਰ ਦਿੱਤੇ। ਪਰ ਉਸ ਤੋਂ ਬਾਅਦ ਇਹ ਹੋਇਆ ਜਦੋਂ ਪੈਰਲਲ ਜਥੇਦਾਰ ਕੌਮ ਨੇ ਖੜੇ ਕਰ ਦਿੱਤੇ, ਜਿਨ੍ਹਾਂ ਨੂੰ ਤੁਸੀਂ ਮਤਵਾਜੀ ਜਥੇਦਾਰ ਵੀ ਲਫ਼ਜ਼ ਵਰਤਦੇ ਆ, ਤਾਂ ਉਹਨਾਂ ਜਥੇਦਾਰਾਂ ਦੇ ਹੁੰਦਿਆਂ ਉਹ ਫਿਰ ਕੋਈ ਗਲਤ ਫੈਸਲਾ ਨਹੀਂ, ਉਹਨਾਂ ਨੂੰ ਇਸ ਗੱਲ ਦਾ ਜਿਹੜਾ ਸੀ ਮਨ ਦੇ ਵਿੱਚ ਹਮੇਸ਼ਾ ਖਿਆਲ ਰਹਿੰਦਾ ਸੀ ਕਿ ਜੇਕਰ ਅਸੀਂ ਕੋਈ ਗਲਤ ਫੈਸਲਾ ਲਿਆ ਤਾਂ ਸਰਬੱਤ ਖਾਲਸਾ ਜਥੇਦਾਰ ਵੀ ਕੌਮ ਨੇ ਥਾਪੇ ਹੋਏ ਆ। ਇਹ ਵੱਡੀ ਪ੍ਰਾਪਤੀ ਮੈਂ ਸਮਝਦਾ ਸਰਬੱਤ ਖਾਲਸਾ
ਦੀ ਸੀ ਕਿ ਉਹ ਉਦੋਂ ਬਾਅਦ ਉਹ ਕੋਈ ਗਲਤ ਫੈਸਲਾ ਨਹੀਂ ਕਰ ਸਕੇ ਉਦੋਂ ਬਾਅਦ। ਔਰ ਇਸ ਦੇ ਵਿੱਚ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ, ਬਰਗਾੜੀ ਦਾ ਮੋਰਚਾ ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਲੱਗਿਆ ਸੀ। ਅੱਜ ਬੇਅਦਬੀ ਦੇ ਦੋਸ਼ੀ ਉਸ ਵੇਲੇ ਫੜੇ ਗਏ ਸੀ, ਪਰ ਜਾਂਚ CBI ਕੋਲੇ ਹੋਣ ਕਰਕੇ ਉਹਨਾਂ ਦੀ ਗ੍ਰਿਫਤਾਰੀ ਉਹਦੇ 'ਚ ਨਹੀਂ ਸੀ ਪਈ, ਜਿਹੜੀ ਕਿ ਹੁਣ ਗ੍ਰਿਫਤਾਰੀ ਉਹਨਾਂ ਦੀ ਪਈ ਆ। ਦੂਸਰਾ, ਜਿਹੜੀ ਅਣਪਛਾਤੀ ਪੁਲਿਸ ਸੀ ਜਿਨ੍ਹਾਂ ਨੇ ਸਿੰਘਾਂ ਨੂੰ ਸ਼ਹੀਦ ਕੀਤਾ ਸੀਗਾ ਬਾਈਬਲ ਦੇ ਵਿੱਚ, ਉਹਨਾਂ ਤੇ ਬਕਾਇਦਾ 22 ਨੇਮ ਪਰਚਾ ਦਰਜ ਹੋ ਗਿਆ, ਉਹਨਾਂ ਦੀ ਗ੍ਰਿਫਤਾਰੀ ਹੋਈ। ਇਸੇ ਤਰ੍ਹਾਂ ਜਿਹੜਾ ਸੀਗਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਿਹੜਾ ਸੀਗਾ ਜਾਂ ਜੇਲ੍ਹ ਤਬਦੀਲੀ ਵਾਸਤੇ ਮੁੱਖ ਮੰਤਰੀ ਪੰਜਾਬ ਨੇ ਚਿੱਠੀਆਂ ਵੀ ਲਿਖੀਆਂ ਸੀਗੀਆਂ, ਔਰ ਉਹਨਾਂ ਨੇ ਆ ਕੇ ਵਾਅਦਾ ਕੀਤਾ ਸੀ 9 ਦਸੰਬਰ ਨੂੰ 2 ਮੰਤਰੀ 3 MLA ਸਰਕਾਰ ਦੇ ਵੱਲੋਂ ਆਏ ਤੇ ਉਹਨਾਂ ਨੇ ਅਨਾਉਂਸ ਕੀਤਾ ਸੀਗਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਕਰਕੇ ਕਹਿੰਦੇ ਆ ਕਿ ਜੇਕਰ ਅਸੀਂ ਜੋ ਵਾਅਦੇ ਕਰ ਰਹੇ ਹਾਂ ਪੂਰੇ ਨਾ ਕਰੀਏ ਤੇ ਗੁਰੂ ਗ੍ਰੰਥ ਸਾਹਿਬ ਸਾਨੂੰ ਵੀ ਨਾ ਬਖਸ਼ਣ। ਉਹਨਾਂ ਨੇ ਜਿਹੜੇ ਵਾਅਦੇ ਕੀਤੇ ਸੀ, ਹੁਣ ਇਹ ਤਾਂ ਜਵਾਬ ਸਰਕਾਰ ਦੇ ਸਕਦੀ ਆ ਨਾ ਕਿ ਉਹ ਵਾਅਦਿਆਂ ਤੋਂ ਕਿਉਂ ਭੱਜ ਰਹੀ ਹੈ ਜਾਂ ਉਹਨਾਂ ਵਾਅਦਿਆਂ ਤੇ ਕਿੰਨਾ ਕੁ ਕੰਮ ਕੀਤਾ ਵਾ। ਬੰਦੀ ਸਿੰਘਾਂ ਵਾਸਤੇ ਤੁਸੀਂ ਦੇਖੋ, ਭਾਈ ਗੁਰਦੀਪ ਸਿੰਘ ਖਹਿੜਾ ਦੀ ਰਿਹਾਈ ਵਾਸਤੇ ਕਰਨਾਟਕ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਦਿੱਤੀ ਸੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ। ਭਾਈ ਹਰਨੇਕ ਸਿੰਘ ਭੱਪ ਦੀ ਜੈਪੁਰ ਜੇਲ੍ਹ ਰਾਜਸਥਾਨ ਤੋਂ ਜੇਲ੍ਹ ਤਬਦੀਲੀ ਪੰਜਾਬ 'ਚ ਕਰਨ ਵਾਸਤੇ ਚਿੱਠੀ ਲਿਖ ਦਿੱਤੀ ਸੀ। ਬਾਕੀਆਂ ਦਾ ਵੀ ਉਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਜਿਹੜਾ ਜਿਨ੍ਹਾਂ ਦੀਆਂ ਵੀ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਉਹਨਾਂ ਦੀ ਰਿਹਾਈ ਕਰਾਂਗੇ, ਪਰ ਜੇ ਇਹਦੇ ਤੋਂ ਭੱਜੀ ਆ ਤਾਂ ਸਰਕਾਰ ਭੱਜੀ ਆ। ਸਰਕਾਰ ਨੂੰ ਚਾਹੀਦਾ ਇਸ ਗੱਲ ਦਾ ਜਵਾਬ ਦੇਵੇ ਤੇ ਤਾਂ ਹੀ ਅਸੀਂ ਦੁਬਾਰਾ ਜਿਹੜਾ ਹੈਗਾ ਸਰਗਰਮੀਆਂ, ਭਾਵੇਂ ਲੋਕਡਾਊਨ ਦੀਆਂ ਕੁਝ ਸਾਡੇ ਸਾਹਮਣੇ ਪ੍ਰੋਬਲਮਾਂ ਨੇ, ਪਰ ਅਸੀਂ ਜਿਵੇਂ ਮਲਕੇ ਦੇ ਵਿੱਚ ਸਮਾਗਮ ਕੀਤਾ, ਫਿਰ ਬਰਗਾੜੀ 'ਚ ਸਿੱਖ ਜਥੇਬੰਦੀਆਂ ਨੇ ਪੁਤਲੇ ਫੂਕੇ ਆ ਸਰਕਾਰ ਦੇ, ਕਿ ਉਹ ਦੁਬਾਰਾ ਸਰਕਾਰ ਤੇ ਪ੍ਰੈਸ਼ਰ ਬਿਲਡ ਕਰ ਰਹੇ ਆ ਕਿ ਜੋ ਵਾਅਦੇ ਕੀਤੇ ਸੀਗੇ ਉਹਨਾਂ ਵਾਅਦਿਆਂ ਨੂੰ ਸਰਕਾਰ ਨਿਭਾਵੇ। ਇਹਦੇ ਤੋਂ ਸਰਕਾਰ ਭੱਜ ਰਹੀ ਆ, ਨਾ ਕਿ ਅਸੀਂ ਕਿਸੇ ਮਸਲੇ ਨੂੰ। ਅਸੀਂ ਤਾਂ ਮਸਲੇ ਜਿਹੜੇ ਫੜਦੇ ਆ ਉਹਨਾਂ ਮਸਲਿਆਂ 'ਚ ਪੂਰਾ ਧਿਆਨ। ਬਰਗਾੜੀ ਵਾਲੇ ਮਸਲੇ, ਦਾਦੂਵਾਲ ਸਾਹਿਬ, ਕੋਈ ਸ਼ੱਕ ਨਹੀਂ ਕਿ ਤੁਸੀਂ ਨੇਕੀ ਵੀ ਬਹੁਤ ਖੱਟੀ ਤੇ ਲੋਕਾਂ ਦੀ ਸਿਫਤ ਵੀ ਬੜੀ ਲਈ ਹੈ, ਪਰ ਉਸ ਤੋਂ ਬਾਅਦ ਜਦੋਂ ਤੁਸੀਂ ਉਹ ਧਰਨਾ ਚੱਕ ਦਿੱਤਾ, ਉਸਥੋਂ ਵਿਰੋਧ ਪ੍ਰਦਰਸ਼ਨ ਉੱਥੇ ਖਤਮ ਕਰ ਦਿੱਤਾ, ਤਾਂ ਲੋਕਾਂ ਨੇ ਆਲੋਚਨਾ ਬਹੁਤ ਕੀਤੀ। ਤੁਹਾਨੂੰ ਕਈ ਤਰ੍ਹਾਂ ਦੇ ਆਲੋਚਨਾ ਦੇ ਸਰਟੀਫਿਕੇਟ ਦਿੱਤੇ ਗਏ। ਕੋਈ ਕਹਿਣ ਲੱਗਿਆ ਕਿ ਦਾਦੂਵਾਲ ਸਾਹਿਬ ਏਜੰਸੀਆਂ ਦੇ ਬੰਦੇ ਆ, ਕੋਈ ਕਹਿੰਦਾ RSS ਦੇ ਨਾਲ ਰਲ ਗਿਆ, ਤੇ ਸਭ ਤੋਂ ਵੱਡਾ ਇਲਜ਼ਾਮ ਇਹ ਲੱਗਿਆ ਵੀ ਕਾਂਗਰਸ ਦੇ ਨਾਲ ਤੁਹਾਡੀ ਤੇ ਮੰਡ ਸਾਹਿਬ ਦੀ ਮੈਚ ਫਿਕਸਿੰਗ ਹੈ। ਕਹਿੰਦੇ ਕਿ ਕਾਂਗਰਸ ਦੀ ਛਹਿ ਤੇ ਲਵਾਇਆ ਗਿਆ ਸੀਗਾ ਧਰਨਾ, ਔਰ ਅਕਾਲੀ ਦਲ ਨੂੰ ਬਦਨਾਮ ਕਰਨ ਦੇ ਲਈ ਸੀਗਾ, ਇਸੇ ਕਰਕੇ ਤੁਸੀਂ ਇਹ ਮੁੱਦੇ ਨੂੰ ਸਿੱਟੇ ਤੇ ਨਹੀਂ ਲੈ ਕੇ ਜਾ ਸਕੇ। ਔਰ ਲੋਕ ਕਹਿੰਦੇ ਕਿ ਹਾਲੇ ਤੱਕ ਇਹ ਕਲੀਅਰ ਕਿਉਂ ਨਹੀਂ ਹੋ ਸਕਿਆ? ਦਾਦੂਵਾਲ ਸਾਹਿਬ ਤੇ ਮੰਡ ਸਾਹਿਬ ਦਾ ਇੰਨਾ ਗੂੜਾ ਦੋਸਤਾਨਾ ਹੋਵੇ ਤਾਂ ਕੀ ਹਾਲੇ ਤੱਕ ਮੰਡ ਸਾਹਿਬ ਨੇ ਕਲੀਅਰ ਨਹੀਂ ਕੀਤਾ ਕਿ ਕਿਹੜੀਆਂ ਸ਼ਰਤਾਂ ਤੇ ਧਰਨਾ ਚੱਕਿਆ ਗਿਆ ਸੀ? ਹਾਂ, ਇਹੀ ਗੱਲ ਸੋਢੀ ਸਾਹਿਬ, ਜਿਹੜਾ ਤੁਹਾਡਾ ਸਵਾਲ ਆ ਪੰਥ ਦਾ ਸਵਾਲ ਹੈ, ਇਹੀ ਸਵਾਲ ਮੇਰਾ ਜਥੇਦਾਰ ਮੰਡ ਸਾਹਿਬ ਨੂੰ ਆ, ਕਿਉਂਕਿ ਉਹਨਾਂ ਨੇ ਬਿਨਾਂ ਵਿਸ਼ਵਾਸ ਵਿੱਚ ਲਏ, ਭਰੋਸੇ 'ਚ ਲਏ, ਉਹਨਾਂ ਨੇ ਫੈਸਲਾ ਲਿਆ ਸੀਗਾ ਜਿਸ ਦਾ ਅਸੀਂ ਉਸ ਦਿਨ ਤੋਂ ਵਿਰੋਧ ਕਰ ਰਹੇ ਹਾਂ, ਤੇ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਕਿਸੇ ਪ੍ਰੋਗਰਾਮ ਦਾ ਹਿੱਸਾ ਨਹੀਂ ਬਣੇ। ਅੱਜ ਤੱਕ ਉਹਨਾਂ ਸਾਹਮਣੇ ਸਾਡੇ 3 ਸਵਾਲ ਨੇ ਕਿ ਮੋਰਚਾ ਚੱਕਣ ਦੀ ਉਹਨਾਂ ਨੂੰ ਕਾਹਲੀ ਕੀ ਸੀ, ਮਜਬੂਰੀ ਕੀ ਸੀ, ਜਾਂ ਉਹਨਾਂ ਦਾ ਸਮਝੌਤਾ ਕੀ ਹੋਇਆ, ਕਿਉਂਕਿ ਸਮਝੌਤਾ ਉਹਨਾਂ ਨੇ ਕੀਤਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਨਾਲ, ਔਰ ਉਹਨਾਂ ਨੇ ਕਿਹਾ ਵੀ ਸੀ ਕਿ ਮੇਰਾ ਮੋਰਚਾ ਮੈਂ ਜਿੱਤ ਕੇ ਲਾਇਆ, ਜਦੋਂ ਕਿ ਮੋਰਚਾ ਲਾਉਣ ਵੇਲੇ ਮੇਰੀ ਸਲਾਹ ਨਾਲ ਲਾਇਆ ਗਿਆ ਸੀ। ਕਾਂਗਰਸ ਦਾ ਕੋਈ ਲੈਣ ਦੇਣ ਨਹੀਂ ਸੀਗਾ, ਗੁਰੂ ਨੂੰ ਜਾਣ ਦੇਣੀ, ਰੱਬ ਨੂੰ ਜਾਣ ਦੇਣੀ ਹੈ। ਝੂਠ ਭਾਵੇਂ ਕੋਈ ਬੋਲੀ ਜਾਵੇ, ਰੱਬ ਦੀ ਕਚਹਿਰੀ ਦੇ ਵਿੱਚ ਹਰੇਕ ਦਾ ਲੇਖਾ ਜੋਖਾ ਹੋਣਾ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਝੂਠ ਦੁਨੀਆ ਤੋਂ ਬੋਲਿਆ ਜਾ ਸਕਦਾ, ਪਰ ਰੱਬ ਅੱਗੇ ਝੂਠ ਨਹੀਂ ਬੋਲਿਆ ਜਾ ਸਕਦਾ। ਇਸ ਕਰਕੇ ਇਹਦੇ ਵਿੱਚ ਜਥੇਦਾਰ ਮੰਡ ਸਾਹਿਬ ਜਿਹੜੇ ਆ, ਉਹਨਾਂ ਨੂੰ ਤੁਸੀਂ ਕਦੇ ਇੰਟਰਵਿਊ ਲੈ ਕੇ ਉਹਨਾਂ ਤੋਂ ਜਵਾਬ ਲੈ ਸਕਦੇ ਆ ਕਿ ਉਹਨਾਂ ਨੇ ਮੋਰਚਾ ਜਿਹੜਾ ਸੀ ਸਾਥੀਆਂ ਦੀ ਬੇਭਰੋਸਗੀ ਦੇ ਵਿੱਚ। ਮੰਡ ਸਾਹਿਬ ਕੈਮਰੇ ਤੇ ਆਉਂਦੇ ਨਹੀਂ, ਮੰਡ ਸਾਹਿਬ ਪੱਤਰਕਾਰਾਂ ਦੇ ਨਾਲ ਸੰਵਾਦ ਕਰਦੇ ਨਹੀਂ। ਹੁਣ ਤਾਂ ਟੈਕਨੋਲੋਜੀ ਦਾ ਜ਼ਮਾਨਾ ਹੈ, ਤੁਸੀਂ ਵੀ ਵੇਖੋ ਸਕਾਈਪ ਦੇ ਮਾਧਿਅਮ ਰਾਹੀਂ ਸਾਡੇ ਨਾਲ ਜੁੜੇ ਹੋਏ ਹੋ। ਹੁਣ ਤਾਂ ਸਿੱਖ ਜਿਹੜੇ ਸ਼ਖਸੀਅਤਾਂ ਹੈਗੀਆਂ ਨੇ ਉਹ ਵੀ ਬੜੀਆਂ ਹਾਈਟੈਕ ਹੋ ਗਈਆਂ ਨੇ। ਤੁਹਾਡਾ ਕਦੀ ਟੈਲੀਫੋਨ ਦੇ ਰਾਹੀਂ ਰਾਬਤਾ ਨਹੀਂ ਹੋਇਆ ਮੰਡ ਸਾਹਿਬ ਦੇ ਨਾਲ, ਜਾਂ ਕੋਈ ਤੁਹਾਡਾ ਸੰਵਾਦ ਉਸ ਤੋਂ ਬਾਅਦ ਹੋ ਹੀ ਨਹੀਂ ਪਾਇਆ? ਤੁਸੀਂ ਕਹੋ ਕਿ ਕਮ ਸੇ ਕਮ ਮੰਡ ਸਾਹਿਬ ਮੈਨੂੰ ਦੱਸੋ ਤਾਂ ਸਹੀ ਵੀ ਕੁੱਲ ਦੁਨੀਆ ਦੇ ਵਿੱਚ ਤੁਸੀਂ ਇਸ ਮਾਮਲੇ ਨੂੰ ਲੈ ਕੇ ਮੇਰੀ ਨਿਖੇਧੀ ਕਰਵਾ ਰਹੇ ਹੋ, ਤੁਸੀਂ ਕਲੀਅਰ ਕਿਉਂ ਨਹੀਂ ਕਰਦੇ ਮਸਲਾ? 9 ਦਸੰਬਰ ਤੋਂ ਬਾਅਦ ਉਹ 16 ਦਸੰਬਰ ਨੂੰ ਮੇਰੇ ਕੋਲ ਆਏ ਸੀ ਗੁਰਦੁਆਰਾ ਦਾਦੂ ਸਾਹਿਬ, ਤਾਂ ਮੈਂ ਆਹੀ 3 ਸਵਾਲ ਜਿਹੜੇ ਕਹੇ ਉਹਨਾਂ ਸਾਹਮਣੇ ਰੱਖੇ ਸੀ ਕਿ ਜਿੰਨਾ ਚਿਰ ਤੁਸੀਂ ਇਹਦਾ ਜਵਾਬ ਨਹੀਂ ਦਿੰਦੇ ਮੈਂ ਤੁਹਾਡੇ ਕਿਸੇ ਪ੍ਰੋਗਰਾਮ ਦਾ ਹਿੱਸਾ ਨਹੀਂ ਬਣਾਂਗਾ। ਮੇਰਾ ਜਾਤੀ ਤੌਰ ਤੇ ਤੁਹਾਡੇ ਨਾਲ ਕੋਈ ਵਿਰੋਧ ਨਹੀਂ, ਪੰਥਕ ਤੌਰ ਤੇ ਆ ਕਿ ਜਿਹੜਾ ਤੁਸੀਂ ਫੈਸਲਾ ਲਿਆ, ਸਾਨੂੰ ਅਸੀਂ 6.5 ਮਹੀਨੇ ਉਸ ਮੋਰਚੇ ਨੂੰ ਸਿਖਰਾਂ ਤੇ ਲਿਜਾਣ ਲਈ ਦਿਨ ਰਾਤ ਇੱਕ ਕੀਤਾ। ਅਸੀਂ ਬਹੁਤ ਸਾਰੀ ਜਿਹੜੀ ਸੀਗੇ ਵਿਰੋਧੀਆਂ ਦਾ ਵਿਰੋਧ ਵੀ ਝੱਲਿਆ। ਕਦੇ ਸੁਖਬੀਰ ਬਾਦਲ ਕਹਿੰਦਾ ਸੀ 16 ਕਰੋੜ ਆ ਗਿਆ ਦਾਦੂ ਸਾਹਿਬ ਦੇ ਅਕਾਊਂਟ ਦੇ ਵਿੱਚ, ਤੇ ਕਦੇ ਕਹਿੰਦਾ ਸੀ ਧਮਾਕਾ ਕਰ ਦਿੱਤਾ ਇਹਨਾਂ ਨੇ ਨਿਰੰਕਾਰੀਆਂ ਦੇ ਡੇਰੇ, ਕਦੇ ਕਹਿੰਦੇ ਸੀਗੇ ਕਿ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ 'ਚ ਕਾਰ ਚਲੇਗੀ। ਜਿਹੜਾ ਸਾਰਾ ਝੂਠ ਬੋਲਿਆ ਗਿਆ ਸੀਗਾ ਵਿਰੋਧੀਆਂ ਦੇ ਵੱਲੋਂ, ਅਸੀਂ ਵਿਰੋਧ ਝੱਲਿਆ। ਤੇ ਮੰਡ ਸਾਹਿਬ ਨੂੰ ਇਹ ਜਿਹੜਾ ਸੀ ਮੈਂ ਸਵਾਲ ਕੀਤਾ ਸੀ, ਅੱਜ ਵੀ ਮੇਰਾ ਸਵਾਲ ਉਸੇ ਤਰ੍ਹਾਂ ਖੜਾ ਵਾ। ਮੈਂ ਅੱਜ ਵੀ ਉਹਨਾਂ ਦੇ ਕੁਰਬਾਨੀ ਮੈਂ ਸਤਿਕਾਰ ਕਰਦਾ, ਪਰ
ਦੇ ਉੱਤੇ ਮੇਰੇ ਵਿਚਾਰ ਉਹਨਾਂ ਨਾਲ ਨਹੀਂ ਰਲਦੇ। ਇਹਦੇ ਬਾਰੇ ਜਵਾਬ ਜਿਹੜਾ ਉਹ ਜਥੇਦਾਰ ਮੰਡ ਸਾਹਿਬ ਦੇ ਸਕਦੇ ਆ ਕਿ ਉਹਨਾਂ ਦਾ ਸਰਕਾਰ ਨਾਲ ਕੀ ਸਮਝੌਤਾ ਹੋਇਆ, ਇਹਦੇ ਬਾਰੇ ਉਹੀ ਦੱਸ ਸਕਦੇ। ਨਾਂ ਬੋਲਣਾ ਦਾਦੂਵਾਲ ਸਾਹਿਬ, ਮੰਡ ਸਾਹਿਬ ਦਾ ਨਾਂ ਬੋਲਣਾ ਤੁਹਾਡੇ ਦਿਮਾਗ ਦੇ ਵਿੱਚ ਫਿਰ ਮੰਡ ਸਾਹਿਬ ਦੇ ਪ੍ਰਤੀ ਧਾਰਨਾ ਕੀ ਬਣਦੀ ਹੈ ਜਦੋਂ ਇੰਨਾ ਕੁਝ ਹੋਣ ਦੇ ਬਾਵਜੂਦ ਤੁਸੀਂ ਪਰਮ ਮਿੱਤਰ ਹੋ, ਸਾਥੀ ਹੋ ਪੁਰਾਣੇ ਉਹਨਾਂ ਦੇ, ਤੁਸੀਂ ਕਈ ਸੰਘਰਸ਼ ਵਿੱਢੇ, ਕਈ ਖਤਮ ਕੀਤੇ, ਇਹਦੇ ਬਾਵਜੂਦ ਉਹ ਤੁਹਾਨੂੰ ਨਹੀਂ ਜਵਾਬ ਦੇ ਰਹੇ ਤਾਂ ਮੀਡੀਆ ਨੂੰ ਜਵਾਬ ਕਿੱਥੇ ਦੇਣਗੇ? ਤਾਂ ਅਜਿਹੇ ਦੌਰ ਦੇ ਵਿੱਚ ਬਲਜੀਤ ਸਿੰਘ ਦਾਦੂਵਾਲ ਹੋਰਾਂ ਦੇ ਦਿਮਾਗ 'ਚ ਧਿਆਨ ਸਿੰਘ ਮੰਡ ਹੋਰਾਂ ਦੀ ਤਸਵੀਰ ਕੀ ਬਣਦੀ ਨਜ਼ਰ ਆਉਂਦੀ ਆ? ਤੁਹਾਨੂੰ ਲੱਗਦਾ ਕਿ ਮੰਡ ਸਾਹਿਬ ਦੀ ਫਿਰ ਸਰਕਾਰ ਦੇ ਨਾਲ ਕੋਈ ਸੈਟਿੰਗ ਹੈ? ਦੇਖੋ ਸੋਢੀ ਸਾਹਿਬ, ਜੋ ਉਹਨਾਂ ਨੇ ਸਾਨੂੰ ਦੱਸਿਆ ਸੀ ਉਸ ਦਿਨ ਸਮਾਪਤੀ ਵਾਲੇ ਦਿਨ, ਸਮਾਪਤੀ ਤੋਂ 4 ਦਿਨ ਪਹਿਲਾਂ ਵੀ ਅਸੀਂ ਉਹੀ ਅਨਾਉਂਸ ਕੀਤਾ ਸੀ। 189 ਦਿਨ ਜਿਸ ਦਿਨ ਮੋਰਚੇ ਨੂੰ ਹੋ ਗਏ ਸੀਗੇ 189, ਉਸ ਦਿਨ ਵੀ ਜਿਹੜਾ ਮੈਂ ਅਨਾਉਂਸ ਕੀਤਾ ਸੀ ਉਹ ਜਥੇਦਾਰ ਮੰਡ ਸਾਹਿਬ ਨੇ ਜੋ ਦੱਸਿਆ ਸੀ ਉਹਨਾਂ ਦੇ ਬਿਹਾਫ ਤੇ ਅਨਾਉਂਸ ਕੀਤਾ ਸੀ। ਅੱਜ ਵੀ ਉਹ ਰਿਕਾਰਡਿੰਗਾਂ ਪਈਆਂ ਨੇ, ਉਹ ਦੱਸ ਸਕਦੇ ਆ। ਪਰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਸੋਢੀ ਸਾਹਿਬ ਕਿ ਬਰਗਾੜੀ ਇਨਸਾਫ ਮੋਰਚੇ ਨੇ ਪ੍ਰਾਪਤੀਆਂ ਬਹੁਤ ਕੀਤੀਆਂ ਨੇ, ਪਰ ਉਹਦਾ ਜਿਹੜਾ ਆਖਰੀ ਡਿਸੀਜਨ ਸੀ ਸਮ ਅਪ ਵਾਈਂਡ ਅਪ, ਜਿਹੜਾ ਉਹ ਜਥੇਦਾਰ ਮੰਡ ਸਾਹਿਬ ਨੇ ਵਧੀਆ ਤਰੀਕੇ ਨਾਲ ਨਹੀਂ ਕੀਤਾ। ਜਦੋਂ ਕਿ ਉਹਨਾਂ ਨੂੰ ਕਿਹਾ ਸੀ ਕਿ 9 ਦਸੰਬਰ ਨੂੰ ਸਰਕਾਰ ਆਪਣਾ ਪੱਖ ਰੱਖਦੀ ਆ, 16 ਦਸੰਬਰ ਨੂੰ ਆਪਾਂ ਜਿਹੜਾ ਹੈਗਾ ਪੰਥ ਦਾ ਇਕੱਠ ਸੱਦੀਏ, ਸੰਤਾਂ ਮਹਾਂਪੁਰਸ਼ਾਂ ਜਥੇਬੰਦੀਆਂ ਧਾਰਮਿਕ ਰਾਜਨੀਤਿਕ ਜਿਨ੍ਹਾਂ ਨੇ ਵੀ ਸਾਥ ਦਿੱਤਾ ਵਾ ਉਹਨਾਂ ਦਾ ਇਕੱਠ ਸੱਦ ਕੇ ਉਹਨਾਂ ਦੀ ਸਲਾਹ ਲਈ ਜਾਵੇ, ਉਹਨਾਂ ਨੂੰ ਭਰੋਸੇ 'ਚ ਲਿਆ ਜਾਵੇ ਵੀ ਅੱਗੇ ਕੀ ਕਰਨਾ ਚਾਹੀਦਾ ਤੇ ਜੋ ਪੰਥ ਸਲਾਹ ਦੇਵੇ। ਕਿਉਂਕਿ ਹੁਣ ਇਕੱਲੇ ਦਾ ਮੋਰਚਾ ਨਹੀਂ, ਮੈਂ ਕਿਹਾ ਜਥੇਦਾਰ ਸਾਹਿਬ ਇਹ ਤੁਹਾਡਾ ਮੋਰਚਾ ਨਹੀਂ, ਇਹ ਪੰਥ ਦਾ ਕੌਮ ਦਾ ਮੋਰਚਾ ਬਣ ਚੁੱਕਾ ਵਾ, ਇਸ ਕਰਕੇ ਤੁਸੀਂ ਸਾਰਿਆਂ ਦੀ ਸਲਾਹ ਲਓ। ਪਰ ਉਹ ਇਸ ਗੱਲ ਤੇ ਐਗਰੀ ਨਹੀਂ ਹੋਏ, ਰਾਜੀ ਨਹੀਂ ਹੋਏ, ਇਸ ਕਰਕੇ ਉਹੀ ਜਵਾਬ ਦੇ ਸਕਦੇ ਆ। ਦਾਦੂਵਾਲ 'ਚ ਜੇਕਰ ਕਿਸੇ ਤਰ੍ਹਾਂ ਦਾ ਗੁਨਾਹ ਤੇ ਦਾਦੂਵਾਲ ਸੰਗਤ ਦੀ ਕਚਹਿਰੀ 'ਚ ਹਮੇਸ਼ਾ ਮੈਂ ਦੁਨੀਆ ਭਰ ਦੇ ਵਿੱਚ ਗਿਆ। ਬਰਗਾੜੀ ਇਨਸਾਫ ਮੋਰਚੇ ਤੋਂ ਬਾਅਦ ਮੈਂ ਇਟਲੀ ਜਾ ਕੇ ਆਇਆ, ਜਰਮਨ ਜਾ ਕੇ ਆਇਆ, ਇੰਗਲੈਂਡ ਜਾ ਕੇ ਆਇਆ, ਇੱਥੇ ਵਿਚਰਦਾ। ਮੈਨੂੰ ਅੱਜ ਤੱਕ ਕਦੇ ਕਿਸੇ ਸੰਗਤ ਨੇ ਇਕੱਠ ਦੇ ਵਿੱਚ ਪ੍ਰੋਗਰਾਮ 'ਚ ਸਵਾਲ ਨਹੀਂ ਕੀਤਾ, ਕਿਉਂਕਿ ਸੰਗਤਾਂ ਨੂੰ ਪਤਾ ਕਿ ਇਸ ਮੋਰਚੇ ਦਾ ਜਿਹੜਾ ਸਮਾਂ ਹੋਇਆ। ਮੈਂ ਇੱਕ ਤੁਹਾਨੂੰ ਆਪਣਾ ਨਿੱਜੀ ਕੇਸ ਸਟੱਡੀ ਦੇਣਾ ਚਾਹੂੰਗਾ। ਵੈਸੇ ਚਲੋ ਸਿਆਸਤਦਾਨਾਂ ਦੇ ਬਿਆਨਾਂ ਨੂੰ ਤਾਂ ਬਹੁਤਾ ਸੀਰੀਅਸ ਨਾ ਲਿਆ ਜਾਵੇ, ਚਲੋ ਉਹਦੇ 'ਚ ਤਾਂ ਕਹਿ ਲਓ ਖੁੰਦਕਬਾਜ਼ੀ ਹੋ ਗਈ ਜਾਂ ਸਿਆਸਤ ਹੋ ਗਈ। ਦਾਦੂਵਾਲ ਸਾਹਿਬ, ਜਿਸ ਤਰ੍ਹਾਂ ਤੁਸੀਂ ਟਰੈਵਲ ਕੀਤਾ ਵਿਦੇਸ਼ੀ ਮੁਲਕਾਂ 'ਚ, ਉਸੇ ਤਰ੍ਹਾਂ ਬਰਗਾੜੀ ਕਾਂਡ ਤੋਂ ਬਾਅਦ ਮੈਂ ਵੀ ਟਰੈਵਲ ਕੀਤਾ, ਧਰਨੇ ਤੋਂ ਬਾਅਦ ਮੈਂ ਵੀ ਵਿਦੇਸ਼ਾਂ 'ਚ ਜਾ ਕੇ ਆਇਆ। ਬਹੁ ਗਿਣਤੀ ਲੋਕਾਂ ਦੇ ਨਾਲ ਸਾਡਾ ਵੀ ਰਾਬਤਾ ਹੁੰਦਾ, ਪੱਤਰਕਾਰਾਂ ਦਾ ਵੀ ਲੋਕਾਂ ਦੇ ਨਾਲ ਸੰਵਾਦ ਰਹਿੰਦਾ। ਬੇਸ਼ੱਕ ਤੁਸੀਂ ਵੀ ਬਹੁਤ ਅਪਡੇਟ ਰਹਿੰਦੇ ਹੋ, ਸੋਸ਼ਲ ਮੀਡੀਆ ਦਾ ਦੌਰ ਹੈ, ਪਰ ਦਾਦੂਵਾਲ ਸਾਹਿਬ ਸੱਚਾਈ ਇਹ ਹੈ ਸਿਆਸਤਦਾਨਾਂ ਨੂੰ ਛੱਡ ਕੇ ਆਮ ਲੋਕਾਂ ਦੀ ਜ਼ੁਬਾਨ ਤੇ ਇੱਕ ਗੱਲ ਦੀ ਬੜੀ ਚਰਚਾ ਔਰ ਲੋਕ ਮਨ ਦੇ ਵਿੱਚ ਇਹ ਧਾਰਨਾ ਬਣਾ ਕੇ ਬੈਠੇ ਨੇ, ਕਿਹਾ ਜਾਂਦਾ ਹੈ ਕਿ ਧਿਆਨ ਸਿੰਘ ਮੰਡ ਤੇ ਬਲਜੀਤ ਸਿੰਘ ਦਾਦੂਵਾਲ ਹੋਰਾਂ ਨੇ ਪੈਸਿਆਂ ਦਾ ਰੌਲਾ ਪੈ ਗਿਆ ਔਰ ਧਰਨੇ ਦੇ ਨਾਂ ਤੇ ਮੋਟੀ ਕਮਾਈ ਕੀਤੀ ਗਈ। ਜੀ, ਇਹਦੇ ਬਾਰੇ ਜਿਹੜਾ ਸੋਢੀ ਸਾਹਿਬ ਆ, ਸੰਗਤਾਂ ਨੂੰ ਕੋਈ ਭੁਲੇਖਾ ਨਹੀਂ ਆ, ਕਿਉਂਕਿ ਜੋ ਵੀ ਮੋਰਚੇ ਦੇ ਵਿੱਚ ਮਾਇਆ ਆਉਂਦੀ ਸੀ ਉਹ ਅਨਾਉਂਸ ਹੁੰਦੀ ਸੀ, ਬਕਾਇਦਾ ਟੀਵੀ ਚੈਨਲ ਲੱਗੇ ਹੋਏ ਸੀ, ਰੋਜ਼ਾਨਾ ਜੋ ਵੀ ਦਿੰਦਾ ਸੀ ਉਹਦਾ ਨਾਂ ਅਨਾਉਂਸ ਹੁੰਦਾ। ਨਹੀਂ, ਸੁਣ ਲਓ ਮੇਰੀ ਗੱਲ ਸੋਢੀ ਸਾਹਿਬ, ਕਿ ਉਹ ਅਨਾਉਂਸ ਹੁੰਦਾ ਸੀ, ਬਕਾਇਦਾ ਲਾਈਵ ਜਾਂਦਾ ਸੀ ਤੇ ਬਕਾਇਦਾ ਜਥੇਦਾਰ ਮੰਡ ਸਾਹਿਬ ਕੋਲੇ ਰਜਿਸਟਰ ਲੱਗਾ ਸੀ। ਜਿਸ ਵੀ ਵੀਰ ਨੇ ਹਿਸਾਬ ਲੈਣਾ, ਜਥੇਦਾਰ ਮੰਡ ਸਾਹਿਬ ਆਖਰੀ ਦਿਨ ਸਟੇਜ ਤੇ ਅਨਾਉਂਸ ਵੀ ਕਰਕੇ ਗਏ ਸੀਗੇ ਤੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਇੱਥੋਂ ਜਥੇਦਾਰ ਮੰਡ ਅਜਨਾਲਾ ਸਾਹਿਬ ਨੇ ਜਾਂ ਜਥੇਦਾਰ ਦਾਦੂਵਾਲ ਨੇ ਜਾਂ ਕਿਸੇ ਸਿੱਖ ਜਥੇਬੰਦੀ ਨੇ ਗੱਡੀਆਂ 'ਚ ਤੇਲ ਪਾਉਣ ਲਈ ਵੀ 10 ਰੁਪਏ ਮੋਰਚੇ 'ਚੋਂ ਨਹੀਂ ਲਏ। ਜੋ ਪੈਸੇ ਆਏ ਆ ਉਹ ਮੇਰੇ ਕੋਲ ਆ ਤੇ ਆ ਉਹਦਾ ਹਿਸਾਬ ਕਿਤਾਬ ਆ। ਤੇ ਮੈਂ ਬੇਨਤੀ ਕਰਨੀ ਚਾਹੁੰਦਾ, ਚਾਹੇ ਉਹ ਪ੍ਰਵਾਸੀ ਨੇ ਚਾਹੇ ਉਹ ਇੰਡੀਆ 'ਚ ਨੇ, ਕਿ ਜਿਨ੍ਹਾਂ ਨੂੰ ਵੀ ਬਰਗਾੜੀ ਇਨਸਾਫ ਮੋਰਚੇ ਦੇ ਪੈਸੇ ਦਾ ਹਿਸਾਬ ਚਾਹੀਦਾ, ਜਥੇਦਾਰ ਮੰਡ ਸਾਹਿਬ ਕੋਲੇ ਉਹ ਕਹਿੰਦੇ ਮੇਰੇ ਕੋਲ ਰਜਿਸਟਰ ਹੈਗਾ, ਉਹ ਹਿਸਾਬ ਲੈ ਲੈਣ। ਮੈਂ ਆਪਣੇ ਵੱਲੋਂ ਕਹਿਣਾ ਚਾਹੁੰਦਾ ਕਿ ਜਿਹਨੇ ਮੈਨੂੰ ਕਿਸੇ ਨੇ ਚੈੱਕ ਭੇਜਿਆ ਜਾਂ ਮੈਨੂੰ ਕੋਈ ਕਿਸੇ ਨੇ ਮਦਦ ਭੇਜੀ ਆ, ਉਹ ਮੇਰੇ ਕੋਲ ਹਿਸਾਬ ਲੈ ਸਕਦਾ। ਮੈਂ ਖੁੱਲੇ ਤੌਰ ਤੇ ਚੈਲੰਜ ਕਰਦਾ, ਤੁਸੀਂ ਜਗਬਾਣੀ ਤੇ ਕਿਸੇ ਨੂੰ ਲੈ ਲਓ ਜਿਹਨੇ ਮੈਨੂੰ ਪੈਸੇ ਭੇਜੇ ਹੋਣ ਮੇਰੇ ਵਾਸਤੇ। ਵੈਸੇ ਸਾਰਾ ਕੁਝ ਸੰਗਤਾਂ ਦਾ ਹੀ ਆ, ਪੰਥ ਦਾ ਹੀ ਆ, ਕੌਮ ਦਾ ਹੀ ਆ, ਪਰ ਮੈਂ ਬਰਗਾੜੀ ਇਨਸਾਫ ਮੋਰਚੇ ਦੇ ਪੈਸੇ ਨੂੰ ਕਿਸੇ ਨੂੰ ਹੱਥ ਨਹੀਂ ਲਾਇਆ। ਕਿਉਂਕਿ ਜਦੋਂ ਸ਼ੁਰੂ ਹੋਇਆ ਸੀ ਮੋਰਚਾ, ਅਸੀਂ ਉਦੋਂ ਕਿਹਾ ਸੀਗਾ ਜਥੇਬੰਦੀਆਂ ਦਾ ਇਕੱਠ ਕਰਕੇ, ਮੈਂ ਇੱਕ ਦਿਨ ਮੀਟਿੰਗ ਕਰਕੇ ਕਿਹਾ ਸੀ ਕਿ ਇੱਕ ਗੱਲਬਾਤ ਕਮੇਟੀ ਬਣਾਈ ਜਾਵੇ ਜਿਹੜੀ ਸਰਕਾਰ ਨਾਲ ਗੱਲਬਾਤ ਕਰੇ ਤੇ ਇੱਕ ਫਾਈਨਾਂਸ ਕਮੇਟੀ ਬਣਾਈ ਜਾਵੇ ਜਿਹੜੀ ਰੋਜ਼ ਦਾ ਆਮਦਨ ਖਰਚ ਦਾ ਹਿਸਾਬ ਰੱਖੇ। ਜਥੇਬੰਦੀਆਂ ਨੇ ਜਥੇਦਾਰ ਮੰਡ ਸਾਹਿਬ ਨੂੰ ਕਿਹਾ ਸੀ ਤਾਂ ਜਥੇਦਾਰ ਮੰਡ ਸਾਹਿਬ ਨੇ ਜਵਾਬ ਦੇ ਦਿੱਤਾ ਸੀ ਕਿ ਗੱਲਬਾਤ ਜਿਹਨੂੰ ਕਰਨ ਵਾਸਤੇ ਭੇਜਾਂਗੇ ਉਹ ਗੱਲਬਾਤ ਕਰ ਆਊਗਾ ਤੇ ਪੈਸੇ ਦਾ ਹਿਸਾਬ ਮੇਰੇ ਕੋਲੇ ਹੋਊਗਾ। ਤਾਂ ਹੀ ਉਹਨਾਂ ਦਾ ਮੁੰਡਾ, ਉਹਨਾਂ ਦੇ ਭਤੀਜੇ ਜਿਹੜੇ ਸੀਗੇ ਉਹ ਲੱਗੇ ਹੋਏ ਸੀ, ਪਰਿਵਾਰ ਉਹਨਾਂ ਦਾ, ਉਹਨਾਂ ਕੋਲੇ ਸਾਰਾ ਹਿਸਾਬ ਕਿਤਾਬ ਸੀ। ਮੇਰੇ ਜਥੇ ਦੇ ਸਿੰਘ ਨੇ, ਮੇਰੇ ਕਿਸੇ ਸਾਥੀ ਸਿੰਘ ਨੇ ਜਾਂ ਮੈਂ ਪੈਸੇ ਨੂੰ, ਜਿਹੜਾ ਬਰਗਾੜੀ ਇਨਸਾਫ ਮੋਰਚੇ ਦਾ ਪੈਸਾ ਸੀ, ਉਹਨੂੰ ਹੱਥ ਨਹੀਂ ਲਾਇਆ। ਉਹਦੇ ਵਾਸਤੇ ਮੈਂ ਫਿਰ ਬੇਨਤੀ ਕਰਦਾ ਕਿ ਜਿਹਨੇ ਕਿਸੇ ਨੇ ਮੈਨੂੰ ਬਰਗਾੜੀ ਇਨਸਾਫ, ਵੈਸੇ ਮੈਂ ਦੱਸਦਾ ਕਿ 7-8 ਲੱਖ ਰੁਪਏ ਦਾ ਤੇਲ ਜਿਹੜਾ ਰੋਜ਼ਾਨਾ 100 ਕਿਲੋਮੀਟਰ ਜਾਣਾ ਤੇ ਰੋਜ਼ਾਨਾ ਆਉਣਾ ਤੇ ਮਾਰਚ ਲੈ ਕੇ ਜਾਣਾ,
ਇੰਨੇ ਰੁਪਈਆਂ ਦਾ ਤੇਲ ਵੀ ਫੂਕਿਆ 6.5 ਮਹੀਨੇ। ਉਹ ਸਾਰਾ ਕੁਝ ਹੈ ਸਾਡਾ ਪੰਥ ਦਾ ਹੀ, ਸੰਗਤਾਂ ਦਾ, ਕਿਉਂਕਿ ਮੇਰਾ ਕੋਈ ਬਿਜ਼ਨਸ ਜਾਂ ਵਪਾਰ ਨਹੀਂ ਆ, ਨਾ ਕੋਈ ਕਾਰਖਾਨਾ, ਨਾ ਕੋਈ ਫਾਰਮ ਹਾਊਸ ਆ ਮੇਰਾ। ਵੈਸੇ ਹੁਣ ਵੀ ਬਰਗਾੜੀ ਦੇ ਮੋਰਚੇ ਤੋਂ ਬਾਅਦ ਵੀ ਸਾਰਾ ਕੁਝ ਸੰਗਤਾਂ ਦਾ ਖਰਚ ਆ, ਸੰਗਤਾਂ ਹੀ ਕਰਦੀਆਂ ਨੇ ਦੇਸ਼ ਪ੍ਰਦੇਸ਼ ਚੋਂ ਇੱਥੇ ਜੋ ਅਸੀਂ ਸੇਵਾਵਾਂ ਕਰਦੇ ਆ। ਪਰ ਜਿਹੜਾ ਬਰਗਾੜੀ ਇਨਸਾਫ ਮੋਰਚੇ ਦਾ ਪੈਸਾ, ਉਹਦਾ ਹਿਸਾਬ ਜਥੇਦਾਰ ਮੰਡ ਸਾਹਿਬ ਕੋਲੇ ਆ, ਤੇ ਉਹਨਾਂ ਕੋਲੇ ਰਜਿਸਟਰ ਲੱਗਾ ਬਕਾਇਦਾ। ਜਿਹਨੂੰ ਕਿਸੇ ਨੂੰ ਵੀ ਹਿਸਾਬ ਲੈਣਾ ਉਹ ਕਹਿੰਦੇ ਮੇਰੇ ਕੋਲ ਲਿਆ ਜਾ ਸਕਦਾ। ਉਹ ਠੀਕ ਦਿੰਦੇ ਆ, ਗਲਤ ਦਿੰਦੇ ਆ ਉਹਨਾਂ ਕੋਲੇ। ਤੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਵਾਇਰਲ ਹੋਈ ਆ, ਉਹ ਤੁਸੀਂ ਵੀ ਸੁਣ ਸਕਦੇ ਆ। ਆਖਰੀ ਦਿਨ ਜਦੋਂ ਉਹਨਾਂ ਨੇ ਸਟੇਜ ਤੇ ਮੋਰਚੇ ਦਾ ਐਲਾਨ ਕੀਤਾ ਸਮਾਪਤੀ ਦਾ, ਤੇ ਉਦੋਂ ਉਹਨਾਂ ਨੇ ਕਿਹਾ ਸੀ, ਜਿਹੜਾ ਮੈਂ ਪਹਿਲਾਂ ਕਹਿ ਚੁੱਕਾ, ਕਿ ਕਿਸੇ ਵੀ ਸਿੱਖ ਜਥੇਬੰਦੀ ਨੇ, ਸਹਿਯੋਗੀ ਨੇ, ਤੇ ਕਿਸੇ ਵੀ ਜਥੇਦਾਰ ਨੇ ਦਾਦੂਵਾਲ ਜਾਂ ਜਨਾਲਾ ਨੇ ਇੱਥੋਂ 10 ਰੁਪਏ ਨਹੀਂ ਲਏ। ਜਥੇਦਾਰ ਮੰਡ ਸਾਹਿਬ ਦੀ ਆਪ ਦੀ ਸਪੀਚ ਤੁਸੀਂ ਸੁਣ ਸਕਦੇ ਹੋ। ਪਰ ਦਾਦੂਵਾਲ ਸਾਹਿਬ, ਤੁਹਾਨੂੰ ਕੋਈ ਕਿਆਫਾ ਤਾਂ ਹੋਊਗਾ ਨਾ ਕਿ ਕਿੰਨੀ ਕੁ ਭੇਟਾ ਇਕੱਠੀ ਹੋਈ ਸੀ? ਕੀ ਤੁਹਾਡੇ ਨਾਲ ਕੋਈ ਇਸ ਗੱਲ ਦੀ ਸਾਂਝ ਪਾਈ ਗਈ, ਤੁਹਾਨੂੰ ਦੱਸਿਆ ਗਿਆ, ਜਾਣਕਾਰੀ ਦਿੱਤੀ ਗਈ ਸੀ ਮੰਡ ਸਾਹਿਬ ਦੇ ਵੱਲੋਂ ਕਿ ਆਪਣੇ ਕੋਲ ਕਿੰਨਾ ਕੁ ਪੈਸਾ ਇਕੱਠਾ ਹੋਇਆ? ਬਿਲਕੁਲ ਨਹੀਂ ਜੀ। ਦੇਖੋ, ਇਸ ਚੀਜ਼ ਦਾ ਨਾ ਅਸੀਂ ਕਿਸੇ ਨੇ ਪੈਸਿਆਂ ਵਾਲੇ ਪਾਸੇ ਤਾਂ ਕੋਈ ਤੁਰਿਆ ਹੀ ਨਹੀਂ, ਨਾ ਕੋਈ ਜਥੇਬੰਦੀ, ਨਾ ਅਸੀਂ। ਜਿੱਦਣ ਉਹਨਾਂ ਜ਼ਿੰਮੇਵਾਰੀ ਲੈ ਲਈ ਸੀ, ਅਸੀਂ ਉਹਨਾਂ ਤੇ ਸਿੱਟ ਦਿੱਤੀ ਕਿ ਜੇ ਤੁਸੀਂ ਜ਼ਿੰਮੇਵਾਰੀ ਲੈਨੇ ਆ ਤਾਂ ਠੀਕ ਆ, ਤੁਸੀਂ ਹਿਸਾਬ ਦੇ ਜਿਓ। ਜਾਂਦੇ ਹਿਸਾਬ ਦੇਣਾ ਚਾਹੀਦਾ, ਜੇ ਸੰਗਤ ਦਾ ਪੈਸਾ ਤਾਂ ਸੰਗਤ ਨੂੰ ਹਿਸਾਬ ਦੇਣਾ ਚਾਹੀਦਾ। ਉਸ ਦਿਨ ਅਨਾਉਂਸ ਕਰਕੇ ਗਏ ਆ ਜੀ 1 ਕਰੋੜ 48 ਲੱਖ ਰੁਪਇਆ ਆਇਆ, ਤੇ 1 ਕਰੋੜ 26 ਲੱਖ ਉਹਨਾਂ ਦੱਸਿਆ ਮੇਰੇ ਕੋਲ ਖਰਚ ਹੋਇਆ, ਤੇ 22 ਲੱਖ ਰੁਪਇਆ ਬਕਾਇਆ ਉਹਨਾਂ ਨੇ ਮੇਜ਼ ਤੇ ਰੱਖ ਦਿੱਤਾ ਸੀ, ਜਿਹੜਾ ਪੰਥ ਨੇ, ਸੰਗਤਾਂ ਨੇ ਉਹਨਾਂ ਨੂੰ ਹੀ ਦੇ ਦਿੱਤਾ ਕਿ ਤੁਸੀਂ ਉਹ ਲੈ ਜਾਓ, ਤੁਸੀਂ ਇਹਦਾ ਹਿਸਾਬ ਕਿਤਾਬ ਜਿਹੜਾ ਉਹ ਦੇਣਾ ਵਾ। ਇਸ ਕਰਕੇ ਅਸੀਂ ਉਸ ਪੈਸੇ ਨੂੰ ਹੱਥ ਨਹੀਂ ਲਾਇਆ। ਔਰ ਮੈਂ ਇਹ ਬੇਨਤੀ ਦੂਸਰੀ ਵੀ ਕਰਦੇ ਆ ਤੁਹਾਨੂੰ ਕਿ ਇੱਕ ਦਿਨ ਜਥੇਦਾਰ ਮੰਡ ਸਾਹਿਬ ਨੇ ਖੁਦ, ਬਾਬਾ ਧਰਮਪਾਲ ਸਿੰਘ ਨੇ ਧਮੋਟ ਤੋਂ, ਕੋਈ ਬਾਹਰੋਂ ਸਿੰਘ ਆਇਆ ਸੀ, ਉਹਨੇ ਪੈਸੇ ਦਿੱਤੇ ਸੀ, ਤੇ ਉਹ ਸਟੇਜ ਤੇ ਮੈਨੂੰ ਫੜਾ ਦਿੱਤੇ, ਮੈਂ ਅਨਾਉਂਸ ਕਰ ਦਿੱਤੇ। ਤੰਬੂ 'ਚ ਜਾ ਕੇ ਮੈਂ ਉਹਨਾਂ ਨੂੰ, ਮੰਡ ਸਾਹਿਬ ਨੂੰ ਦਿੱਤੇ ਉਹਨਾਂ ਦੇ ਸਾਹਮਣੇ। ਜਦੋਂ ਉਹ ਸੰਤ ਉੱਠ ਕੇ ਚਲੇ ਗਏ ਤਾਂ ਮੰਡ ਸਾਹਿਬ ਨੇ ਮੈਨੂੰ ਦੇ ਦਿੱਤੇ, ਕਹਿੰਦੇ ਜੀ ਤੁਹਾਡਾ ਤੇਲ ਬਹੁਤ ਲੱਗਦਾ, ਤੇ 1 ਲੱਖ ਰੁਪਈਆ ਤੁਸੀਂ ਜੇਬ ਵਿੱਚ ਪਾ ਲਓ, ਜਿਹੜਾ ਹੈਗਾ ਵੀ ਤੁਹਾਡਾ ਖਰਚ ਆਉਂਦਾ। ਮੈਂ ਵਾਪਸ ਦੇ ਦਿੱਤੇ। ਮੈਂ ਕਿਹਾ ਮੰਡ ਸਾਹਿਬ, ਮੈਂ ਇਹ 1 ਲੱਖ ਰੁਪਈਆ ਲੈ ਕੇ ਆਪਣਾ ਮੂੰਹ ਕਾਲਾ ਨਹੀਂ ਕਰਾਉਣਾ ਬਰਗਾੜੀ ਮੋਰਚੇ ਚੋਂ। ਪੈਸਾ ਜਿਹੜਾ ਸੰਗਤ ਦਾ ਹਿਸਾਬ ਕਿਤਾਬ ਤੁਸੀਂ ਦੇਣਾ ਵਾ ਸੰਗਤ ਨੂੰ ਜਾਣ ਲੱਗੇ। ਮੈਂ ਤੁਹਾਨੂੰ ਬੇਨਤੀ ਕਰੂੰਗਾ, ਕਦੇ ਮੰਡ ਸਾਹਿਬ ਨੂੰ ਮੇਰੇ ਨਾਲ ਲਾਈਵ ਲੈ ਲਓ ਤੁਸੀਂ ਆਪਣੇ ਟੀਵੀ ਦੇ ਉੱਤੇ, ਤੇ ਆਹ ਜਿਹੜੀਆਂ ਗੱਲਾਂ ਮੈਂ ਕਹਿ ਰਿਹਾ, ਮੈਂ ਮੰਡ ਸਾਹਿਬ ਦੇ ਸਾਹਮਣੇ ਇਹਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਾਂਗਾ। ਮੈਂ ਉਹਨਾਂ ਨੂੰ ਵਾਪਸ ਕਰ ਦਿੱਤਾ ਸੀ, ਮੈਂ ਉਹਨਾਂ ਤੋਂ ਪੈਸੇ ਨਹੀਂ ਸੀ ਲਏ। ਇਸ ਗੱਲ 'ਚ ਦਾਦੂਵਾਲ ਸਾਹਿਬ ਕਿੰਨੀ ਕੁ ਸੱਚਾਈ ਹੈ? ਕਹਿੰਦੇ ਕਿ ਤੁਹਾਡੀ ਉਸ ਦੌਰਾਨ ਤਲਖੀ ਕਾਫੀ ਹੋਈ, ਔਰ ਤੁਸੀਂ ਇੱਥੋਂ ਤੱਕ ਵੀ ਗੱਲ ਮੰਡ ਸਾਹਿਬ ਨੂੰ ਕਹੀ ਕਿ ਮੰਡ ਸਾਹਿਬ ਜਿਹੜਾ ਤੁਹਾਡੇ ਗੱਲ 'ਚ ਝੱਗਾ ਪਾਇਆ ਹੋਇਆ, ਇਹ ਵੀ ਮੇਰਾ ਪਾਇਆ ਹੋਇਆ। ਦੇਖੋ, ਜਿਹੜੀਆਂ ਕਦੇ ਮੰਡ ਸਾਹਿਬ ਦੇ ਕੋਲੋਂ ਤੁਸੀਂ ਸੁਣੀਆਂ ਇਹ ਗੱਲਾਂ, ਕਦੇ ਜਿਹੜੀਆਂ ਬਰਗਾੜੀ ਇਨਸਾਫ ਮੋਰਚੇ ਦੀਆਂ ਸਹਿਯੋਗੀ ਜਥੇਬੰਦੀਆਂ ਸੀ ਉਹਨਾਂ ਤੋਂ ਸੁਣੀਆਂ? ਕੋਈ ਇੱਕ ਬੰਦਾ, ਜੇ ਕੋਈ ਜਿਹੜਾ ਮੈਂ ਸਮਝਦਾ ਕਿ ਸਾਬਤ ਸੂਰਤ ਸਿੱਖ ਵੀ ਨਹੀਂ ਆ, ਜਾਂ ਮੋਰਚੇ ਦੇ ਨਾਲ ਜਿਹੜਾ ਕਦੇ ਕਦੇ ਭਲਵਾਨੀ ਗੇੜਾ ਮਾਰ ਗਿਆ ਹੋਵੇ, ਉਹ ਕਿਤੇ ਇਹੋ ਜਿਹੀ ਬਿਆਨਬਾਜ਼ੀ ਕਰੇ, ਉਹਦਾ ਕਿੰਨਾ ਕੁ ਭਰੋਸਾ ਕੀਤਾ ਜਾ ਸਕਦਾ? ਇੱਕ ਵੀ ਜਥੇਬੰਦੀ ਨੇ ਓਪਨਲੀ ਅੱਜ ਤੱਕ ਇਦਾਂ ਦਾ ਬਿਆਨ ਦਿੱਤਾ? ਜਥੇਦਾਰ ਮੰਡ ਸਾਹਿਬ ਨੇ ਬਿਆਨ ਦਿੱਤਾ ਕੋਈ? ਜਦੋਂ ਸੰਘਰਸ਼ ਕਰ ਰਹੀਆਂ ਜਥੇਬੰਦੀਆਂ, ਉਹਨਾਂ ਦੇ ਆਗੂ ਜਾਂ ਜਥੇਦਾਰ ਮੰਡ ਸਾਹਿਬ ਨੇ ਇਹੋ ਜਿਹਾ ਨਹੀਂ ਦਿੱਤਾ, ਤੇ ਪ੍ਰਾਪੇਗੰਡਾ ਤਾਂ ਬਹੁਤ ਕੀਤਾ ਗਿਆ ਵਿਰੋਧੀਆਂ ਵੱਲੋਂ। ਪ੍ਰਾਪੇਗੰਡਾ ਬਹੁਤ ਕੀਤਾ ਜਾ ਰਿਹਾ, ਫੇਰ ਹੀ ਨਿਕਲਦਾ ਤੋਂ ਹੀ ਧੂਆਂ ਅੱਜ ਕੱਲ ਕੱਢੀ ਜਾਂਦੇ ਜੀ। ਸੋਸ਼ਲ ਮੀਡੀਆ ਦੇ ਉੱਤੇ ਘਰਾਂ 'ਚ ਬੈਠੇ ਕਮੈਂਟ ਕਰਦੇ ਆ, ਉੱਥੇ ਤੁਸੀਂ ਆ ਹੁਣ ਨਹੀਂ ਪਿਛਲੇ ਦਿਨਾਂ ਦੇ ਵਿੱਚ ਬਿਨਾਂ ਮਤਲਬ ਤੋਂ ਹੀ ਧੂਆਂ ਕੱਢ ਦਿੱਤਾ, ਨਾ ਕੋਈ ਗੱਲ ਨਾ ਕਹਾਣੀ। ਇੱਥੇ ਧੂਆਂ ਕੱਢਣ ਵਾਸਤੇ ਬੰਦੇ ਬੈਠੇ ਨੇ, ਬਕਾਇਦਾ ਉਹ ਪੇਡ ਨੇ, ਧੜਿਆਂ ਨਾਲ ਜੁੜੇ ਹੋਏ ਨੇ। ਉਹਨਾਂ ਦੀ ਡਿਊਟੀ ਇਹ ਲੱਗਦੀ ਆ, ਉਹ ਬਹੁਤ ਜਿਹਨਾਂ ਦੀ ਡਿਊਟੀ ਇਹ ਆ, ਬੜਿਆਂ ਨੇ ਆਪਣੇ ਸਾਈਬਰ ਵਿੰਗ ਬਣਾਏ ਹੋਏ, IT ਵਿੰਗ ਬਣਾਏ ਹੋਏ ਆ, ਕਈਆਂ ਨੇ ਆਪਣੇ ਸਮਰਥਕ ਛੱਡੇ ਆ। ਉਹਨਾਂ ਨੂੰ ਕੰਮ ਦਿੱਤਾ ਜਾਂਦਾ ਕਿ ਤੁਸੀਂ ਅੱਜ ਇਸ ਬੰਦੇ ਦਾ ਧੂਆਂ ਕੱਢਣਾ, ਤੇ ਉਹ ਸਾਰਾ ਦਿਨ ਉਸੇ ਧੂਆਂ ਕੱਢਣ ਤੇ ਹੀ ਲੱਗੇ ਰਹਿੰਦੇ ਆ। ਇਹ ਵੱਖਰੀ ਗੱਲ ਆ ਵੀ ਉਹ ਸਫਲ ਹੁੰਦੇ ਆ ਕਿ ਨਹੀਂ ਹੁੰਦੇ, ਸੱਚਾਈ ਉਹਦੇ 'ਚ ਹੈ ਜਾਂ ਨਹੀਂ ਹੈ। ਜਿੰਨਾ ਦੇਖੋ, ਸੋਸ਼ਲ ਮੀਡੀਆ ਦਾ ਫਾਇਦਾ ਵੀ ਬਹੁਤ ਆ, ਪਰ ਗੁੰਮਰਾਹ ਕੁਨ ਬਿਆਨ, ਜਿਹੜੀ ਬਿਆਨਬਾਜ਼ੀ ਜਾਂ ਗੁੰਮਰਾਹ ਕੁਨ ਪ੍ਰਚਾਰ ਅੱਜ ਸੋਸ਼ਲ ਮੀਡੀਆ ਤੇ ਹੋ ਰਿਹਾ, ਉਹਨਾਂ ਕਿਤੇ ਵੀ ਮੈਂ ਸਮਝਦਾ ਨਹੀਂ ਆ। ਇਹ ਜਿਹੜਾ ਸੋਸ਼ਲ ਮੀਡੀਆ ਦਾ ਫਾਇਦਾ ਵੀ ਆ, ਸੋਸ਼ਲ ਮੀਡੀਆ ਦਾ ਨੁਕਸਾਨ ਬੜਾ ਵੱਡਾ ਕਿ ਇੱਥੇ ਜਿਹਦੇ ਮਰਜ਼ੀ ਕੱਪੜੇ ਪਾੜ ਦਿਓ, ਜਿਹਦੇ ਮਰਜ਼ੀ ਜਿਹੜਾ ਹੈਗਾ ਉਹ ਖਿਲਾਫ ਬਿਆਨ ਲਾ ਦਿਓ, ਜਿਹਨੂੰ ਮਰਜ਼ੀ ਗਾਲਾਂ ਕੱਢ ਦਿਓ, ਫੇਕ ਆਈਡੀਆਂ ਬਣਾ ਕੇ ਬੰਦੇ ਬੈਠੇ ਹੋਏ ਆ। ਸੋ ਇਸ ਚੀਜ਼ ਦੀ ਨਾ ਅਸੀਂ ਕਦੇ ਪਰਵਾਹ ਕੀਤੀ ਆ, ਨਾ ਕਰਦੇ। ਅਸੀਂ ਗੁਰੂ ਪੰਥ ਦੇ ਸੇਵਾਦਾਰ ਆ, ਤੇ ਗੁਰੂ ਪੰਥ ਦੀ ਸੇਵਾ 'ਚ ਦਿਨ ਰਾਤ ਇੱਧਰ ਅਸੀਂ ਲੱਗੇ ਹੋਏ ਆ। ਇਹੋ ਜਿਹੇ ਲੋਕਾਂ ਦੀ ਅਸੀਂ ਪਰਵਾਹ ਨਹੀਂ ਕਰਦੇ। ਦਾਦੂਵਾਲ ਸਾਹਿਬ, ਅੱਜ ਲੋਕ ਕਹਿੰਦੇ ਨੇ ਕਿ ਜਥੇਦਾਰ ਧਿਆਨ ਸਿੰਘ ਮੰਡ ਜਾਂ ਅਮਰੀਕ ਸਿੰਘ ਜੀ ਹੋਣ, ਕਹਿੰਦੇ ਅੱਜ ਦੋਨਾਂ ਨੂੰ ਦੂਰਬੀਨ ਲਾ ਕੇ ਲੱਭਣਾ ਪੈਂਦਾ। ਈਵਨ ਕਿ ਕਹਿੰਦੇ ਚਲੋ ਦਾਦੂਵਾਲ ਸਾਹਿਬ ਤਾਂ ਨਜ਼ਰ ਹੀ ਆਉਂਦੇ ਰਹਿੰਦੇ ਆ ਕੁਝ ਮਸਲਿਆਂ ਤੇ, ਪਰ ਉਹ ਕਹਿੰਦੇ ਕਿ ਦੋਨਾਂ ਨੂੰ ਹੁਣ ਦੂਰਬੀਨ ਲਾ ਕੇ ਲੱਭਣਾ ਪੈਂਦਾ।
ਉਹਨਾਂ ਦਾ तमाम ਮਸਲਿਆਂ ਤੋਂ ਨਿਦਾਰਦ ਹੋਣਾ। ਲੋਕ ਕਹਿੰਦੇ ਆ ਕਿ ਠੀਕ ਹੈ, ਬੇਅਦਬੀ ਵਾਲਾ ਮਸਲਾ ਸਿੱਖ ਕਦੇ ਭੁਲਾ ਨਹੀਂ ਸਕਦੇ, ਬਹੁਤ ਵੱਡਾ ਮਸਲਾ ਹੈ, ਪਰ ਉਹ ਕਹਿੰਦੇ ਹੋਰ ਵੀ ਬਹੁਤ ਸਾਰੇ ਮਸਲੇ ਨੇ। ਯੂਅੱਪਾ ਦਾ ਮਾਮਲਾ ਹੈ, ਯੂਅੱਪਾ ਦੇ ਮਾਮਲੇ 'ਚ ਬਹੁਤ ਸਾਰੇ ਜਿਹੜੇ ਲੋਕ ਨੇ, ਉਹਨਾਂ ਨੂੰ ਨੌਜਵਾਨ ਨੇ, ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਸਿਆਸਤਦਾਨ ਵੀ ਇਹ ਮਸਲਾ ਚੁੱਕ ਰਹੇ ਨੇ, ਪਰ ਸਿੱਖ ਜਥੇਬੰਦੀਆਂ ਇਸ ਮਸਲੇ ਤੇ ਸਾਇਲੈਂਟ ਮੋਡ ਤੇ ਕਿਉਂ ਲੱਗੀਆਂ ਹੋਈਆਂ? ਦੇਖੋ ਸੋਢੀ ਸਾਹਿਬ, ਮੈਂ ਇਹਦੇ ਬਾਰੇ ਇੱਕ ਗੱਲ ਕਹਿਣੀ ਚਾਹੁੰਦਾ ਵਾਂ। ਜਿਹੜੇ ਲੋਕ ਇਸ ਤਰ੍ਹਾਂ ਗੱਲ ਕਹਿੰਦੇ, ਮੈਂ ਉਹਨਾਂ ਜਥੇਦਾਰ ਸਾਹਿਬਾਨਾਂ ਦਾ ਜਾਤੀ ਤੌਰ ਤੇ ਸਤਿਕਾਰ ਕਰਦਾ। ਵਿਚਾਰਧਾਰ ਵਖਰੇਵੇਂ ਹੋ ਸਕਦੇ ਆ, ਸਾਡਾ ਵਖਰੇਵਾਂ ਹੋਇਆ ਵਾ, ਕੋਈ ਜਾਤੀ ਰੌਲਾ ਨਹੀਂ ਹੈ ਸਾਡਾ। ਤੇ ਜਿਹੜੇ ਲੋਕ ਇਦਾਂ ਦੀ ਬਿਆਨਬਾਜ਼ੀ ਕਰਦੇ ਆ, ਜਿਸ ਤਰ੍ਹਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਪੈਸਿਆਂ ਦੀ ਗੱਲ, ਜਾਂ ਜਿਹੜੇ ਗਾਲਾਂ ਗੂਲਾਂ ਦੀ ਜਿਹੜਾ ਤੁਸੀਂ ਜ਼ਿਕਰ ਕੀਤਾ, ਮੰਦਾ ਚੰਗਾ ਤਲਖੀ ਦਾ, ਮੈਂ ਉਹਨਾਂ ਲੋਕਾਂ ਦੀ ਗੱਲ ਕਰਦਾ। ਨਾਲੇ ਉਹ ਬੰਦੇ ਨੇ, ਜਿਵੇਂ ਕਿਸੇ ਸ਼ੇਰ ਨੇ ਦੋ ਲਾਈਨਾਂ ਨੇ ਕਿ लहजे में बदतमीजी चेहरे पर नकाब लेकर फिरते हैं, जिनके खुद खाते खराब हैं वो मेरा हिसाब लेकर फिरते हैं। जिन्हां दा अपना कोई है नहीं आ, खाते खराब ने, वो साडे हिसाब किताब दीयां गल्लां, साडे ते इल्जामबाजी दीयां गल्लां करदे। कहंदे छज तां बोले, छाननी की बोले, जिहदे च आप 3600 सेक आ। ਉਹੋ ਜਿਹੇ ਲੋਕਾਂ ਦੀ ਅਸੀਂ ਪਰਵਾਹ ਨਹੀਂ ਕਰਦੇ। ਜਿੱਥੋਂ ਤੱਕ ਤੁਸੀਂ ਆ ਮਸਲਿਆਂ ਦੀ ਗੱਲ ਕੀਤੀ ਹੈ, ਦੇਖੋ ਜਿਹੜੇ ਵੀ ਨੌਜਵਾਨਾਂ ਨੂੰ ਇਸ ਤਰ੍ਹਾਂ ਜੁਆਪਾ ਵਰਗੇ ਕਾਨੂੰਨ ਵਿੱਚ ਫੜਿਆ ਗਿਆ, ਅਸੀਂ ਬਕਾਇਦਾ ਉਹਦੇ ਤੇ ਮੇਰੇ ਬਿਆਨ ਵੀ ਛਪ ਚੁੱਕੇ, ਵੀਡੀਓ ਵੀ ਵਾਇਰਲ ਮੈਂ ਆਪਣੀਆਂ ਕੀਤੀਆਂ ਨੇ, ਉਹ ਤੁਸੀਂ ਵੀ ਸੁਣੀਆਂ ਹੋਣਗੀਆਂ ਕਿ ਜਿਹੜੇ ਕਾਲੇ ਕਾਨੂੰਨ ਆ, ਇਹਨਾਂ ਦੀ ਸਿੱਖਾਂ ਤੇ ਦੁਰਵਰਤੋਂ ਨਾ ਕੀਤੀ ਜਾਵੇ। ਪਹਿਲਾਂ ਟਾਡਾ ਦੀ ਦੁਰਵਰਤੋਂ ਹੁੰਦੀ ਸੀਗੀ, ਪੋਟਾ ਦੀ ਦੁਰਵਰਤੋਂ ਹੁੰਦੀ ਸੀ, ਹੁਣ ਜੁਆਪਾ ਜਿਹੜਾ UAP ਹੈ। ਤੇ ਅਸੀਂ ਖੁਦ ਅਨਲਾਫੁਲ ਐਕਟੀਵਿਟੀ, ਦੇਸ਼ ਧਰੋਹ, ਅਸੀਂ ਖੁਦ ਇਹਦੇ ਸ਼ਿਕਾਰ ਹੋਏ ਆ। ਜਦੋਂ ਬਾਦਲ ਸਰਕਾਰ ਨੇ ਸਾਡੇ ਤੇ ਸਰਬੱਤ ਖਾਲਸਾ ਤੋਂ ਬਾਅਦ ਇਹ ਧਰਾਵਾਂ ਲਾਈਆਂ ਸੀਗੀਆਂ ਤੇ ਸਾਨੂੰ ਨਜ਼ਰਬੰਦ ਵੀ ਰੱਖਿਆ। ਮੈਨੂੰ 4-5 ਮਹੀਨੇ ਮੈਂ ਹੁਸ਼ਿਆਰਪੁਰ ਦੀ ਜੇਲ੍ਹ ਵਿੱਚ ਰਿਹਾ। ਬਾਅਦ ਵਿੱਚ ਮਾਨਯੋਗ ਹਾਈ ਕੋਰਟ ਤੋਂ ਜ਼ਮਾਨਤ ਲੈ ਕੇ ਬਾਹਰ ਆਏ ਆ, ਤੇ ਬਾਅਦ ਵਿੱਚ ਜਿਹੜਾ ਕਮਿਸ਼ਨ ਬਣਿਆ ਸੀ ਝੂਠੇ ਮੁਕੱਦਮੇ ਰੱਦ ਕਰਨ ਵਾਲਾ, ਹੋਣ ਵਾਲੀ ਸਰਕਾਰ ਵੱਲੋਂ, ਪੰਜਾਬ ਸਰਕਾਰ ਵੱਲੋਂ, ਜਸਟਿਸ ਮਹਿਤਾਬ ਸਿੰਘ ਗਿੱਲ ਦਾ, ਅਸੀਂ ਉਹਦੇ 'ਚ ਐਪਲੀਕੇਸ਼ਨ ਦਿੱਤੀ ਸੀ ਵੀ ਆ ਸਾਡੇ ਤੇ ਝੂਠੇ ਪਰਚੇ ਪਾਏ ਗਿਆ, ਤੇ ਉਹਨਾਂ ਨੂੰ ਰੱਦ ਕਰਨ ਦੀ ਸਿਫਾਰਿਸ਼ ਕੀਤੀ ਸੀ। ਸੋ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਖੁਦ ਇਹਨਾਂ ਮੁਕੱਦਮਿਆਂ ਦੇ ਸ਼ਿਕਾਰ ਹੋਏ, ਕਾਲੇ ਕਾਨੂੰਨਾਂ ਦੇ ਖੁਦ ਸ਼ਿਕਾਰ ਹੋਏ ਆ। ਤੇ ਅਸੀਂ ਇਹ ਕਹਿਣਾ ਚਾਹੁੰਦੇ, ਚਾਹੇ ਪੰਜਾਬ ਸਰਕਾਰ ਆ, ਚਾਹੇ ਭਾਰਤ ਸਰਕਾਰ ਆ, ਵੀ ਜਿਹੜੇ ਇਹੋ ਜਿਹੇ ਕਾਲੇ ਕਾਨੂੰਨ ਨੇ ਉਹਨਾਂ ਦੀ ਦੁਰਵਰਤੋਂ ਨਾ ਕੀਤੀ ਜਾਵੇ। ਵੱਧ ਜਿਹੜੀ ਪੂਰੇ ਭਾਰਤ ਵਿੱਚ ਸਭ ਤੋਂ ਵੱਧ ਇਹਨਾਂ ਕਾਲੇ ਕਾਨੂੰਨਾਂ ਦੀ ਵਰਤੋਂ ਪੰਜਾਬ ਵਿੱਚ ਹੋ ਰਹੀ ਆ। ਜਿਹੜੇ ਪੰਜਾਬ ਦੇ ਨੌਜਵਾਨ ਨੇ, ਦੇਖੋ ਤਿਆਰ ਗੁਰਸਿੱਖ, ਉਹਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੀ ਲੋੜ ਆ, ਅੱਜ ਉਹਨਾਂ ਨੂੰ ਵਿੱਦਿਆ ਵਾਲੇ ਪਾਸੇ ਲਾਉਣ ਦੀ ਲੋੜ ਆ, ਉਹਨਾਂ ਨੂੰ ਨੌਕਰੀਆਂ ਰੁਜ਼ਗਾਰ ਦੇਣ ਦੀ ਲੋੜ ਆ, ਨਾ ਕਿ ਉਹਨਾਂ ਤੇ ਕਾਲੇ ਕਾਨੂੰਨ ਲਾ ਕੇ। ਜੇ ਕਿਸੇ ਨੇ, ਚਲੋ ਮੰਨ ਲਓ, ਫੇਸਬੁੱਕ ਤੇ ਕੋਈ ਪੋਸਟ ਸ਼ੇਅਰ ਕਰ ਦਿੱਤੀ, ਉਹਨੂੰ ਸਮਝਾਇਆ ਜਾ ਸਕਦਾ। ਜੇ ਕੋਈ ਗਲਤ ਗੈਰ ਕਾਨੂੰਨੀ, ਜੇ ਕੋਈ ਇਸ ਤਰ੍ਹਾਂ ਦੀ ਗੱਲ ਹੋ ਗਈ, ਉਹਨੂੰ ਪਿਆਰ ਨਾਲ ਸਮਝਾਇਆ ਜਾ ਸਕਦਾ। ਇਹ ਥੋੜੀ ਉਹਦੇ ਤੇ ਜਵਾਪਾ ਲਾ ਕੇ ਤੇ ਉਹਦੀ ਜ਼ਿੰਦਗੀ ਗਾਲ ਦੇ, ਉਹਨੂੰ ਜੇਲ੍ਹ ਵਿੱਚ ਸਿੱਟ ਕੇ। ਮੈਂ ਇਹਦੇ ਸਖਤ ਖਿਲਾਫ ਹਾਂ ਕਿ ਇਹਨਾਂ ਕਾਲੇ ਕਾਨੂੰਨਾਂ ਦੀ ਦੁਰਵਰਤੋਂ ਕਿਸੇ ਦੇ ਉੱਤੇ ਵੀ, ਚਾਹੇ ਕੋਈ ਹਿੰਦੂ ਆ, ਮੁਸਲਮਾਨ ਆ, ਸਿੱਖ ਆ, ਈਸਾਈ ਆ, ਕਿਸੇ ਤੇ ਵੀ ਨਹੀਂ ਹੋਣੀ ਚਾਹੀਦੀ, ਪਰ ਖਾਸ ਕਰਕੇ ਸਿੱਖਾਂ ਦੇ ਉੱਤੇ ਹੋ ਰਹੀ ਹੈ। ਇਹਦੀ ਮੈਂ ਸਖਤ ਲਫ਼ਜ਼ਾਂ 'ਚ ਨਿਖੇਧੀ, ਔਰ ਮੈਂ ਖੁਦ ਉੱਥੇ ਜਾ ਰਿਹਾ। ਜਿੱਥੇ ਵੀ ਕਿਤੇ ਸਾਡੇ ਸਿੱਖਾਂ ਨਾਲ ਧੱਕੇਸ਼ਾਹੀ, ਬੇਇਨਸਾਫੀ ਦੀ ਗੱਲ ਹੁੰਦੀ ਆ, ਮੈਨੂੰ ਹੋਰ ਕਿਸੇ ਦਾ ਪਤਾ ਨਹੀਂ, ਮੇਰੇ ਨਾਲੋਂ ਸਾਰੇ ਵੱਧ ਸੇਵਾ ਕਰਦੇ ਆ, ਪਰ ਮੈਂ ਆਪਣੀ ਆਵਾਜ਼ ਜ਼ਰੂਰ ਬੁਲੰਦ ਕਰਦਾ। ਮੈਂ ਕਦੇ ਨਫੇ ਨੁਕਸਾਨ ਦੀ ਪਰਵਾਹ ਨਹੀਂ ਕੀਤੀ, ਚਾਹੇ ਉਹ ਪੰਜਾਬ ਸਰਕਾਰ ਦੀ ਗੱਲ ਹੋਵੇ, ਚਾਹੇ ਉਹ ਦੇਸ਼ ਦੀ ਸਰਕਾਰ ਦੀ ਗੱਲ ਹੋਵੇ। ਜਿੱਥੇ ਕੋਈ ਚੰਗਾ ਕੰਮ ਕਰੇ, ਅਸੀਂ ਸ਼ਲਾਘਾ ਕਰਦੇ ਹਾਂ। ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ, ਅਸੀਂ ਭਾਰਤ ਸਰਕਾਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਸ਼ਲਾਘਾ ਕੀਤੀ। ਉਹਦੇ 'ਚ ਨਵਜੋਤ ਸਿੱਧੂ ਨੇ ਰੋਲ ਨਿਭਾਇਆ, ਉਹਦੀ ਸ਼ਲਾਘਾ ਕੀਤੀ। ਪੰਜਾਬ ਸਰਕਾਰ ਨੇ ਰੋਲ ਨਿਭਾਇਆ, ਅਸੀਂ ਸ਼ਲਾਘਾ ਕੀਤੀ। ਉਹਦੇ ਵਿੱਚ ਜੇ ਇਮਰਾਨ ਖਾਨ ਨੇ ਰੋਲ ਵਧੀਆ ਨਿਭਾਇਆ, ਦੂਸਰੇ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਅਸੀਂ ਉਹਨਾਂ ਦੀ ਸ਼ਲਾਘਾ ਕੀਤੀ ਵੀ ਉਹਨਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ। ਤੇ ਜਦੋਂ ਉਹਦੇ ਤੇ ਗਲਤ ਬਿਆਨਬਾਜ਼ੀ ਸਾਡੇ DGP ਦਿਨਕਰ ਗੁਪਤਾ ਜੀ ਨੇ ਕੀਤੀ, ਜਦੋਂ ਤੁਸੀਂ BJP ਦੀ ਸ਼ਲਾਘਾ ਕਰਦੇ ਹੋ ਤਾਂ ਲੋਕ ਤੁਹਾਨੂੰ ਕਹਿਣ ਲੱਗ ਪੈਂਦੇ ਆ ਦਾਦੂਵਾਲ ਸਾਹਿਬ ਸੰਘ ਦੇ ਬੰਦੇ ਆ। ਦੇਖੋ, ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵਾ ਸੋਢੀ ਸਾਹਿਬ, ਮੈਂ ਤਾਂ ਗੁਰੂ ਦਾ ਸਿੱਖ ਹਾਂ। ਮੈਂ ਗੁਰੂ ਦੇ ਪੰਥ ਵਾਸਤੇ ਜਿਹੜਾ ਕੋਈ ਚੰਗਾ ਕਰਦਾ, ਪੰਥ ਤੇ ਪੰਜਾਬ ਲਈ, ਹਰਿਆਣੇ ਲਈ, ਲੋਕਾਂ ਲਈ, ਸਮਾਜ ਲਈ, ਮੈਂ ਉਹਦੀ ਸ਼ਲਾਘਾ ਕਰਦਾ। ਮੈਂ ਨਹੀਂ ਦੇਖਿਆ ਕਦੇ ਉਹ ਕਿਹੜੀ ਪਾਰਟੀ ਦਾ ਵਾ, ਠੀਕ ਹੈ ਨਾ। ਮੈਂ ਡਾਕਟਰ ਮਨਮੋਹਨ ਸਿੰਘ ਦੀ ਸ਼ਲਾਘਾ ਕਰਦਾ ਕਿ ਇੱਕ ਸਰਦਾਰ ਦੇ ਕਰਕੇ ਸਾਡੀ ਪੱਗ ਜਿਹੜੀ ਸੀ ਪੂਰੇ ਸੰਸਾਰ 'ਚ ਗਈ, ਵੀ ਇੱਕ ਇਮਾਨਦਾਰ ਸਰਦਾਰ ਪ੍ਰਧਾਨ ਮੰਤਰੀ ਰਿਹਾ 10 ਸਾਲ। ਮੈਂ ਉਹਨਾਂ ਦੀ ਸ਼ਲਾਘਾ ਕੀਤੀ। ਉਹ ਮੈਨੂੰ ਮਿਲੇ ਵੀ ਇੱਕ ਸ਼ੋਕ ਸਮਾਗਮ ਦੇ ਵਿੱਚ ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ ਦੇ ਵਿੱਚ, ਉਹਨਾਂ ਨੇ ਮੇਰੇ ਨਾਲ ਵਿਚਾਰ ਵੀ ਸਾਂਝੇ ਕੀਤੇ। ਸੋ ਮੈਂ ਸ਼ਲਾਘਾ ਕਰਦਾ। ਮੈਂ ਕੋਈ ਕਦੇ ਪਾਰਟੀ ਨਹੀਂ ਦੇਖੀ। ਦੇਖੋ, ਕੋਈ ਅਕਾਲੀ ਦਲ ਕੰਮ ਚੰਗਾ ਕਰੇ, ਮੈਂ ਉਹਨਾਂ ਦੀ ਸ਼ਲਾਘਾ ਕਰੂੰਗਾ, ਕੋਈ ਆਮ ਪਾਰਟੀ ਦਾ ਬੰਦਾ ਕਰੇ, ਮੈਂ ਉਹਦੀ ਸ਼ਲਾਘਾ ਕਰੂੰਗਾ, ਕੋਈ ਕੈਪਟਨ, ਕਿਉਂਕਿ ਮੈਂ ਇੱਕ ਗੁਰੂ ਪੰਥ ਦਾ ਸੇਵਾਦਾਰ ਹਾਂ, ਸੇਵਕ ਹਾਂ। ਤੇ ਜਿਹੜਾ ਚੰਗਾ
ਗੱਲ ਆ ਕਿ ਲੋਕਾਂ ਦੇ ਸੋਚਣ ਦੇ ਬਣ ਗਏ ਆ। ਜਦੋਂ ਅਸੀਂ ਕਿਸੇ ਚੰਗੇ ਕੰਮ ਦੀ ਕਿਸੇ ਦੀ ਸ਼ਲਾਘਾ ਕਰਦੇ ਤੇ ਲੋਕ ਉਧਰ ਜੋੜ ਦਿੰਦੇ ਆ। ਕਦੇ ਸਾਨੂੰ ਜਿਹੜੇ ਕਾਂਗਰਸ ਵਾਲੇ ਉਹ ਕਹਿੰਦੇ ਅਕਾਲੀ ਨੇ, ਅਕਾਲੀਆਂ ਦੀ ਬੀ ਟੀਮ ਆ, ਤੇ ਜਿਹੜੇ ਅਕਾਲੀ ਨੇ ਉਹ ਕਹਿੰਦੇ ਇਹ ਕਾਂਗਰਸ ਦੀ ਬੀ ਟੀਮ ਆ। ਵੈਸੇ ਦਾਦੂਵਾਲ ਸਾਹਿਬ ਆਰਐਸਐਸ ਨੂੰ ਲੈ ਕੇ ਬੜੀ ਲੰਬੀ ਚੌੜੀ ਤੇ ਵੱਡੀ ਡਿਬੇਟ ਛਿੜਦੀ ਹੈ। ਤੁਸੀਂ ਬਤੌਰ ਸਿੱਖ ਆਗੂ ਹੋਣ ਦੇ ਨਾਤੇ ਤੁਸੀਂ ਆਰਐਸਐਸ ਦੇ ਬਾਰੇ ਤੁਹਾਡੀ ਕੀ ਵਿਚਾਰਧਾਰਾ ਹੈ? ਮੰਨਿਆ ਜਾਂਦਾ ਹੈ ਇਸ ਤਰ੍ਹਾਂ ਦੀ ਬੜੀ ਚਰਚਾ ਛਿੜਦੀ ਹੈ ਸਿੱਖ ਵਿਦਵਾਨਾਂ 'ਚ, ਬੁੱਧੀਜੀਵਾਂ 'ਚ ਵੀ ਕਿ ਆਰਐਸਐਸ ਕਿਤੇ ਨਾ ਕਿਤੇ ਸਿੱਖਾਂ ਨੂੰ ਡੋਮੀਨੇਟ ਕਰਨਾ ਚਾਹੁੰਦੀ ਹੈ। ਤੁਸੀਂ ਕੀ ਮਹਿਸੂਸ ਕਰਦੇ ਹੋ ਆਰਐਸਐਸ ਦੇ ਬਾਰੇ? ਦੇਖੋ ਸੋਢੀ ਸਾਹਿਬ, ਹਰ ਧਰਮ ਦੇ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਆਪਣੇ ਧਰਮ ਦਾ ਪ੍ਰਚਾਰ ਕਰਨ ਦਾ ਪੂਰਾ ਹੱਕ ਆ, ਚਾਹੇ ਉਹ ਆਰਐਸਐਸ ਆ। ਉਹ ਆਪਣੇ ਧਰਮ ਦਾ ਪ੍ਰਚਾਰ ਕਰਨ, ਭਾਈਚਾਰੇ ਦਾ ਪ੍ਰਚਾਰ ਕਰਨ, ਪੂਰਾ ਹੱਕ ਆ। ਪਰ ਕਿਸੇ ਵੀ ਧਰਮ 'ਚ ਦਖਲਅੰਦਾਜ਼ੀ, ਬਹੁਤ ਸਾਰੇ ਡੇਰੇ ਨੇ ਸੰਸਾਰ ਦੇ ਵਿੱਚ, ਆਪੋ ਆਪਣਾ ਕੋਈ ਡੇਰਾ ਚਲਾਵੇ, ਸਾਨੂੰ ਕੋਈ ਇਤਰਾਜ਼ ਨਹੀਂ। ਜਦੋਂ ਸਾਡੇ ਧਰਮ 'ਚ ਦਖਲਅੰਦਾਜ਼ੀ ਕਰਤਾ, ਜਿਵੇਂ ਡੇਰੇ ਸਰਸੇ ਨੇ ਕੀਤੀ, ਡੇਰੇ ਨੂਰਮਹਿਲ ਨੇ ਕੀਤੀ, ਅਸੀਂ ਉਹਨਾਂ ਦਾ ਵਿਰੋਧ ਕੀਤਾ। ਜਿਹੜਾ ਵੀ ਆਪਣੇ ਧਰਮ ਦੀ ਗੱਲ ਕਰੇ, ਸਮਾਜ ਦੀ ਗੱਲ ਕਰੇ, ਹਰੇਕ ਨੂੰ ਹੱਕ ਆ। ਇਸੇ ਤਰ੍ਹਾਂ ਆਰਐਸਐਸ ਆਪਣੇ ਬ੍ਰਾਹਮਣ ਧਰਮ ਦੀ, ਬ੍ਰਾਹਮਣ ਮਤ ਹਿੰਦੂ ਧਰਮ ਦੀ ਗੱਲ ਕਰਨ, ਉਹਨਾਂ ਨੂੰ ਪੂਰਾ ਹੱਕ ਆ। ਪਰ ਉਹ ਸਾਡੇ ਧਰਮ ਵਿੱਚ ਦਖਲਅੰਦਾਜ਼ੀ ਕਰਨ, ਸਿੱਖ ਧਰਮ ਦੇ ਵਿੱਚ, ਇਸ ਗੱਲ ਦੀ ਅਸੀਂ ਇਜਾਜ਼ਤ ਨਹੀਂ ਦਿੰਦੇ। ਸਾਡੀਆਂ ਸਿੱਖ ਸੰਸਥਾਵਾਂ ਨੇ, ਦਖਲ ਹੋ ਰਿਹਾ ਨਹੀਂ, ਕਈ ਜਗ੍ਹਾ ਤੇ ਗੱਲਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਤਾਂ ਹੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਹੁਕਮਨਾਮੇ ਜਾਰੀ ਹੋਏ ਆ। ਅਸੀਂ ਕਿਸ ਤਰ੍ਹਾਂ ਇਸ ਗੱਲ ਤੋਂ ਮੁਨਕਰ ਹੋ ਸਕਦੇ ਹਾਂ? ਤੁਸੀਂ ਵੀ ਕਿੱਦਾਂ ਮੁਨਕਰ ਹੋ ਸਕਦੇ ਹੋ? ਜਿੱਥੇ ਕਿਤੇ ਦਖਲਅੰਦਾਜ਼ੀ ਦੀ ਗੱਲ ਆਈ ਆ, ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਵੇਲੇ ਦੇਖੋ ਹੁਕਮ ਜਾਰੀ ਹੋਏ ਆ। ਇਸ ਕਾਰਨ ਕਰਕੇ ਅਸੀਂ ਚਾਹੁੰਦੇ, ਪਰ ਦੂਜੇ ਪਾਸੇ ਸਾਡੇ ਜਥੇਦਾਰ ਉਹਨਾਂ ਦੇ ਸਮਾਗਮ 'ਚ ਵੀ ਬੈਠੇ ਨੇ। ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਾਲੇ ਗਿਆਨੀ ਇਕਬਾਲ ਸਿੰਘ ਜੀ ਉਹਨਾਂ ਦੇ ਬੈਠੇ ਹੁੰਦੇ ਸੀਗੇ, ਜਿਹੜੇ ਪਹਿਲੇ ਸਾਬਕਾ ਜਥੇਦਾਰ ਆ। ਤੋ ਇਸ ਤਰੀਕੇ ਦੇ ਨਾਲ ਮੈਂ ਕਹਿਣਾ ਚਾਹੁੰਦਾ ਕਿ ਜਿੱਥੇ ਆਰਐਸਐਸ ਹੈਗੀ ਆ, ਉਹਨੂੰ ਪੂਰਾ ਹੱਕ ਆ ਉਹ ਆਪਣੇ ਧਰਮ ਦਾ ਪ੍ਰਚਾਰ ਕਰੇ, ਆਪਣੇ ਮਤ ਦਾ ਪ੍ਰਚਾਰ ਕਰੇ। ਪਰ ਸਾਡੇ ਧਰਮ ਵਿੱਚ ਦਖਲਅੰਦਾਜ਼ੀ, ਇਹ ਅਸੀਂ ਕਿਸੇ ਦੇ ਧਰਮ 'ਚ ਦਖਲ ਨਹੀਂ ਦਿੰਦੇ। ਅਸੀਂ ਆਪਣੇ ਧਰਮ ਦੀ ਪਰਪੱਕਤਾ ਤੇ ਦੂਜੇ ਧਰਮਾਂ ਦੇ ਸਤਿਕਾਰ ਦਾ ਸੁਨੇਹਾ ਦਿੰਦੇ ਆ ਕਿ ਸਾਡੇ ਗੁਰੂ ਨੇ ਆਪਣੇ ਧਰਮ 'ਚ ਸਾਨੂੰ ਪਰਪੱਕ ਹੋਣਾ ਸਿਖਾਇਆ ਤੇ ਦੂਜੇ ਧਰਮਾਂ ਦਾ ਸਤਿਕਾਰ ਸਿਖਾਇਆ। ਪਰ ਦੂਜੇ ਧਰਮ ਵਿੱਚ ਦਖਲਅੰਦਾਜ਼ੀ ਨਾ ਅਸੀਂ ਕਿਸੇ ਦੇ ਦਿੰਦੇ ਆ ਤੇ ਨਾ ਅਸੀਂ ਬਰਦਾਸ਼ਤ ਕਰਦੇ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ, ਪਰ ਅਸੀਂ ਬਾਈਬਲ ਦਾ, ਅਸੀਂ ਕੁਰਾਨ ਦਾ, ਅਸੀਂ ਗੀਤਾ ਦਾ ਪੂਰਾ ਸਤਿਕਾਰ ਕਰਦੇ ਹਾਂ। ਇਹ ਸਾਡੇ ਉਹਨਾਂ ਭਰਾਵਾਂ ਦੇ ਪਵਿੱਤਰ ਧਰਮ ਗ੍ਰੰਥ ਨੇ, ਉਹਨਾਂ ਨੂੰ ਮੁਬਾਰਕ। ਦਾਦੂਵਾਲ ਸਾਹਿਬ, ਅੱਜ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਿਸ ਨੂੰ ਮੰਨਦੇ ਹੋ ਤੁਸੀਂ ਮਾਨਸਿਕ ਤੌਰ ਤੇ, ਖਾਸ ਤੌਰ ਤੇ? ਔਰ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਬਾਰੇ ਤੁਹਾਡੇ ਮਨ ਦੇ ਅੰਦਰ ਕੀ ਪਰਸੈਪਸ਼ਨ ਹੈਗੀ ਹੈ? ਦੇਖੋ, ਜਿੱਥੋਂ ਤੱਕ ਹੈਗੀ, ਸਰਬੱਤ ਖਾਲਸਾ ਨੇ ਜੋ ਫੈਸਲੇ ਲਏ, ਮੈਂ ਤਾਂ ਸਰਬੱਤ ਖਾਲਸਾ ਦੇ ਫੈਸਲਿਆਂ ਨਾਲ, ਸਰਬੱਤ ਖਾਲਸਾ ਨੇ ਜੋ ਸਾਡੀਆਂ ਸੇਵਾਵਾਂ ਲਾਈਆਂ ਨੇ। ਗਿਆਨੀ ਹਰਪ੍ਰੀਤ ਸਿੰਘ ਤਾਂ ਤੁਸੀਂ ਦੇਖੋ, ਜਿਸ ਤਰ੍ਹਾਂ ਐਸਜੀਪੀਸੀ ਜਿਸ ਤਰੀਕੇ ਨਾਲ ਲਾਉਂਦੀ ਆ, ਉਹ ਤੁਹਾਨੂੰ ਵੀ ਪਤਾ, ਪਹਿਲਾਂ ਗਿਆਨੀ ਗੁਰਬਚਨ ਸਿੰਘ ਸੀਗੇ। ਅੱਜ ਵੀ ਤੁਸੀਂ ਦੇਖੋ, ਗਿਆਨੀ ਗੁਰਬਚਨ ਸਿੰਘ ਨੇ ਜੋ ਬਾਦਲ ਪਰਿਵਾਰ ਦੇ ਸਾਰੇ ਤੇ ਸੌਦਾ ਸਾਧ ਨੂੰ ਮੁਆਫੀਨਾਮਾ ਦਿੱਤਾ। ਇਸ ਕਰਕੇ ਅੱਜ ਵੀ ਉੱਥੇ ਅੰਮ੍ਰਿਤਸਰ ਸਾਹਿਬ ਚਲੇ ਜਾਓ, ਗਿਆਨੀ ਹਰਪ੍ਰੀਤ ਸਿੰਘ ਦੀ ਰਿਹਾਇਸ਼ ਦੇਖ ਲਓ ਮੌਜੂਦਾ ਜਥੇਦਾਰ ਦੀ, ਤੇ ਗਿਆਨੀ ਗੁਰਬਚਨ ਸਿੰਘ ਦੀ ਦੇਖ ਲਓ ਜਿਹੜੀ ਸ਼੍ਰੋਮਣੀ ਕਮੇਟੀ ਨੇ ਦਿੱਤੀ ਆ। ਪਿਛਲੇ ਦਿਨਾਂ ਤੱਕ ਅਖਬਾਰਾਂ 'ਚ ਖਬਰਾਂ ਵੀ ਨਸ਼ਰ ਹੋਈਆਂ ਕਿ ਸ਼੍ਰੋਮਣੀ ਕਮੇਟੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਵਾਸਤੇ ਤਾਂ ਉੱਥੇ 4 ਕਿਲੋ ਦੁੱਧ ਆਉਂਦਾ ਵਾ ਆਏ ਗਏ ਨੂੰ ਛਕਾਉਣ ਲਈ, ਤੇ ਗਿਆਨੀ ਗੁਰਬਚਨ ਸਿੰਘ ਵਾਸਤੇ 20 ਕਿਲੋ ਆਉਂਦਾ ਵਾ ਅੱਜ ਵੀ। ਬਾਕੀ ਵੱਡੀਆਂ ਗੱਲਾਂ ਤਾਂ ਤੁਸੀਂ ਛੱਡ ਹੀ ਦਿਓ, ਛੋਟੀ ਜੀ ਗੱਲ ਹੀ ਮੈਂ ਕਰਦਾ। ਦੋਵਾਂ 'ਚ ਕੀ ਫਰਕ ਮਹਿਸੂਸ ਕਰਦੇ ਹੋ? ਗਿਆਨੀ ਗੁਰਬਚਨ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ 'ਚ ਕਿਰਦਾਰ ਦੇ ਤੌਰ ਤੇ ਕਿੱਡਾ ਕੁ ਵੱਡਾ ਫਰਕ ਹੈ? ਦੇਖੋ, ਜਾਤੀ ਤੌਰ ਤੇ ਅਸੀਂ ਹਰ ਸਿੱਖ ਦਾ ਸਤਿਕਾਰ ਕਰਦੇ ਹਾਂ, ਪਰ ਬਤੌਰ ਜਥੇਦਾਰ ਅਕਾਲ ਤਖਤ ਸਾਹਿਬ ਅਸੀਂ ਉਹਨਾਂ ਨੂੰ ਨਹੀਂ ਮੰਨਦੇ। ਬਤੌਰ ਸਿੱਖ ਅਸੀਂ ਸਭ ਦਾ ਸਤਿਕਾਰ ਕਰਦੇ ਹਾਂ, ਚਾਹੇ ਗਿਆਨੀ ਹਰਪ੍ਰੀਤ ਸਿੰਘ, ਜਿੱਥੇ ਗਿਆਨੀ ਗੁਰਬਚਨ ਸਿੰਘ ਦੀ ਗੱਲ ਆ, ਉਹਨਾਂ ਨੇ ਸੌਦਾ ਸਾਧ ਨੂੰ ਮੁਆਫੀਨਾਮਾ ਦਿੱਤਾ, ਉਹ ਪੰਥ ਦੇ, ਅਸੀਂ ਉਹਨਾਂ ਨੂੰ ਕਟਹਿਰੇ 'ਚ ਖੜਾ ਕੀਤਾ ਹੋਇਆ। ਗਿਆਨੀ ਹਰਪ੍ਰੀਤ ਸਿੰਘ ਨੂੰ ਅਸੀਂ ਚੰਗਾ ਕਹਿ ਦਿਆਂਗੇ ਜੇ ਗਿਆਨੀ ਹਰਪ੍ਰੀਤ ਸਿੰਘ ਜੀ ਇੱਕ ਜਾਂਚ ਕਮੇਟੀ ਬਣਾਉਣ ਕਿ ਜਿਹੜਾ ਉਦੋਂ ਮਾਫੀਨਾਮਾ ਦਿੱਤਾ ਗਿਆ ਸੀ ਉਹਦੇ 'ਚ ਕੌਣ ਕੌਣ ਦੋਸ਼ੀ ਸੀ। ਜਥੇਦਾਰ ਵੀ ਦੋਸ਼ੀ ਸੀ, ਸਿਆਸੀ ਲੋਕ ਕਿਹੜੇ ਦੋਸ਼ੀ ਸੀਗੇ। ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਅਸੀਂ ਚੰਗਾ ਕਹਿ ਦਿਆਂਗੇ ਜੇਕਰ 267 ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਜਿਹੜੇ ਗੁੰਮ ਹੋਏ ਉਹਨਾਂ ਦੇ ਸੱਚਾਈ ਕੱਢ ਦੇਣ। ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਅਸੀਂ ਚੰਗਾ ਕਹਿ ਦਿਆਂਗੇ ਜੇਕਰ ਇੱਕ ਜਿਹੜਾ ਬਰਗਾੜੀ ਕਾਂਡ ਵਿੱਚ ਦੋਸ਼ ਦੇ ਪਹਿਰੇ 'ਚ ਖੜਾ ਪੁਲਿਸ ਅਫਸਰ ਆ ਉਹਨੂੰ ਸਰੋਪਾ ਪਾਉਣ ਵਾਲਿਆਂ ਤੇ ਕਾਰਵਾਈ ਕਰਨ। ਅਸੀਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਕਹਿ ਦਿਆਂਗੇ ਚੰਗਾ ਜੇ ਉਹ ਜਿੰਨੇ ਪੰਥਕ ਮਸਲੇ ਆ ਉਹਨਾਂ ਦੇ ਉੱਤੇ ਜਿਹੜਾ ਹੈਗਾ ਬੇਬਾਕੀ ਦੇ ਨਾਲ ਆਪਣੀ ਗੱਲ ਕਰਨ, ਇਨਸਾਫ ਦੀ ਗੱਲ ਕਰਨ ਇਸ ਵੇਲੇ, ਕਿਉਂਕਿ ਉੱਥੇ ਐਸਜੀਪੀਸੀ ਦੇ ਵੱਲੋਂ ਮੌਕੇ ਤੇ ਬੈਠੇ ਡਿਊਟੀ ਨਿਭਾ ਰਹੇ ਆ ਤੇ ਉਹਨਾਂ ਨੂੰ ਉਹ ਨਹੀਂ ਕਹਿਣਾ ਚਾਹੀਦਾ ਕਿ ਜੋ ਬਾਦਲ ਪਰਿਵਾਰ ਨੂੰ ਚੰਗਾ ਲੱਗਦਾ ਜਾਂ ਜੋ ਬਾਦਲ ਪਰਿਵਾਰ ਕਹਿੰਦਾ ਵਾ ਉਹਨਾਂ ਨੂੰ ਜਿਹੜੀ ਜੋ ਪੰਥਕ ਰਵਾਇਤਾਂ ਅਨੁਸਾਰ ਬਣਦਾ ਬਤੌਰ ਸਿੱਖ ਅਸੀਂ ਉਹਨਾਂ ਤੋਂ ਆਸ ਕਰਦੇ ਕਿ ਉਹਨਾਂ ਨੂੰ ਕਰਨਾ ਚਾਹੀਦਾ। ਪਰ ਨਹੀਂ,
ਜੋ ਹੁਣ ਤੱਕ ਸਾਡੇ ਸਾਹਮਣੇ ਰਿਜ਼ਲਟ ਆ, ਜਿੱਥੇ ਅਕਾਲੀ ਦਲ ਬਾਦਲ ਜਾਂ ਹੁਣ ਦੇਖੋ ਪੋਸ਼ਾਕ ਦਾ ਮਸਲਾ ਆਇਆ ਵਾ ਤੇ ਪੋਸ਼ਾਕ ਦੇ ਮਸਲੇ ਤੇ ਕਿੰਨਾ ਰੌਲਾ ਪਿਆ। ਇੱਕ ਸਾਬਕਾ ADGP ਦੇ ਬਿਆਨ ਤੇ ਡੇਰੇ ਦੇ ਪੈਰੋ ਕਹਿ ਰਹੇ ਆ ਕਿ ਉਹਨੇ ਐ ਕਿਹਾ ਸੀਗਾ, ਤੇ ਹੁਣ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਛਪਦਾ, ਉਹ ਪਤਾ ਨਹੀਂ ਸੱਚਾ ਵਾ ਕਿ ਝੂਠਾ। ਉਹ ਕਹਿੰਦੇ ਪੋਸ਼ਾਕ ਵਾਲਾ ਮਸਲਾ ਤਾਂ ਐਵੇਂ ਆ, ਇਹਦਾ ਕੋਈ ਮਤਲਬ ਨਹੀਂ ਹੈ, ਇਹਦੇ ਬਾਰੇ ਮੈਨੂੰ ਨਾ ਪੁੱਛੋ, ਇਹ ਸੋਸ਼ਲ ਮੀਡੀਆ ਤੇ ਘੁੰਮ ਰਿਹਾ, ਪਤਾ ਨਹੀਂ ਉਹ ਸੱਚਾਈ ਹੈ ਕਿ ਨਹੀਂ ਹੈ। ਪਰ ਮੈਂ ਇਹਨਾਂ ਸਾਰੇ ਗੱਲਾਂ ਤੇ ਇਹ ਸਾਰੇ ਮਸਲਿਆਂ ਤੇ ਕਹਿਣਾ ਚਾਹੁੰਦਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜਾ ਹੈਗਾ ਇੱਕ ਨਿਰਪੱਖ ਤੌਰ ਤੇ ਜੇ ਉਹ ਡਿਊਟੀ ਨਿਭਾਉਣ, ਉੱਥੇ ਸੇਵਾ ਕਰਨ, ਤਾਂ ਅਸੀਂ ਚੰਗਾ ਕਹਿ ਦਿਆਂਗੇ ਵੀ ਉਹ ਚੰਗੇ ਆ। ਪਰ ਜਿੱਥੋਂ ਤੱਕ ਤੁਹਾਡੀ ਜਾਣਕਾਰੀ ਕੀ ਕਹਿੰਦੀ ਹੈ ਦਾਦੂਵਾਲ ਸਾਹਿਬ, ਕੀ ਪੋਸ਼ਾਕ 'ਚ ਸੁਖਬੀਰ ਸਿੰਘ ਬਾਦਲ ਦਾ ਹੱਥ ਹੋ ਸਕਦਾ? ਦੇਖੋ ਮੇਰੇ ਕੋਲ ਮੈਂ ਉਨੀਆਂ ਗੱਲਾਂ ਬੋਲਦਾ ਹੁੰਨਾ ਜਿੰਨੀਆਂ ਗੱਲਾਂ ਦਾ ਮੈਨੂੰ ਪੂਰਾ ਕੌਨਫੀਡੈਂਸ ਹੋਵੇ ਤੇ ਸਬੂਤ ਹੋਵੇ। ਮੈਂ ਇਸ ਤਰ੍ਹਾਂ ਕਦੇ ਬਿਨਾਂ ਮਤਲਬ ਤੋਂ ਕਦੇ ਜਿਹੜਾ ਇਲਜ਼ਾਮਬਾਜ਼ੀ ਜਿਹੜੀ ਉਹ ਨਹੀਂ ਕਰਦਾ। ਜਿਵੇਂ ਸੁਖਬੀਰ ਬਾਦਲ ਨੇ ਮੇਰੇ ਤੇ ਕੀਤੀ ਸੀ ਤੇ ਬਾਅਦ ਚ ਵਿਧਾਨ ਸਭਾ ਚ ਉਹਨੂੰ ਝੂਠਾ ਕਰਾਰ ਦਿੱਤਾ ਗਿਆ ਸੀ, ਉਹਦੇ ਤੇ ਬਕਾਇਦਾ ਪ੍ਰਿਵਿਲੇਜ ਕਮੇਟੀ ਕੋਲੇ ਕੇਸ ਗਿਆ ਸੀਗਾ ਵਿਧਾਨ ਸਭਾ ਚ। ਅੱਜ ਉਹ ਵਿਧਾਨ ਸਭਾ ਦਾ MLA ਨਹੀਂ ਰਿਹਾ, MP ਬਣ ਗਿਆ, ਇਸ ਕਰਕੇ ਉਹ ਕੇਸ ਸੈਂਟਰ ਕੋਲੇ ਜਾਣਾ ਚਾਹੀਦਾ। ਜਿਹੜਾ ਉਹਨੇ ਝੂਠ ਬੋਲਿਆ ਸੀ ਵਿਧਾਨ ਸਭਾ ਚ ਕਿ ਦਾਦੂਵਾਲ ਨੇ ਬਹਿਸ ਹੋਣ ਤੋਂ ਪਹਿਲਾਂ ਰਾਤ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ 'ਚ ਬਹਿ ਕੇ ਉਹ ਰਿਪੋਰਟ ਤਿਆਰ ਕੀਤੀ ਹੈ, ਜਦੋਂ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ 'ਚ ਕਦੇ ਨਹੀਂ ਰਾਤ ਰਹੇ ਹੋ। ਕਿਹਾ ਜਾ ਰਿਹਾ ਕਿ ਮੰਤਰੀ ਦੇ ਵੱਲੋਂ ਵੀ ਕੋਈ ਬਿਆਨ ਆਇਆ ਸੀ ਇਸ ਤਰ੍ਹਾਂ ਦਾ? ਹਾਂ, ਨਹੀਂ, ਮੰਤਰੀ ਸਾਹਿਬ ਦਾ ਬਿਆਨ ਇਹ ਸੀਗਾ ਕਿ ਦਾਦੂਵਾਲ ਸਾਹਿਬ ਸਾਡੇ ਪਿੰਡ ਦੇ ਆ, ਅਸੀਂ ਆਪਣੇ ਪਿੰਡ 'ਚ ਇੱਕ ਦੂਜੇ ਦੇ ਆਉਂਦੇ ਜਾਂਦੇ ਆ, ਮਿਲਦੇ ਆ, ਤੇ 2 ਪੀੜ੍ਹੀਆਂ ਤੋਂ ਸਾਂਝ ਆ, ਤੇ ਮੇਰੀ ਇਕੱਲੇ ਬਾਜਵਾ ਸਾਹਿਬ ਨਾਲ ਹੀ ਨਹੀਂ, ਜਿਹੜੀ ਸਾਡੇ ਇਲਾਕੇ ਦੇ ਅਕਾਲੀ ਆ। ਇੱਥੇ ਕ੍ਰਿਟਿਸਿਜ਼ਮ ਪਤਾ ਤੁਹਾਡਾ ਕਿਉਂ ਹੁੰਦਾ, ਤੁਹਾਡੀ ਆਲੋਚਨਾ ਕਿਉਂ ਹੁੰਦੀ ਆ? ਉਹ ਕਹਿੰਦੇ ਕਾਂਗਰਸੀਆਂ ਦੇ ਨਾਲ ਇੱਕ ਪਾਸਿਓਂ ਤਾਂ 36 ਦਾ ਅੰਕੜਾ ਹੋਵੇ, ਦੂਜੇ ਪਾਸਿਓਂ ਇਹ ਕਿਹਾ ਗਿਆ ਸੀਗਾ ਮੰਡ ਸਾਹਿਬ ਤੇ ਦਾਦੂਵਾਲ ਸਾਹਿਬ ਦੇ ਵੱਲੋਂ ਕਿ ਜਿਹੜਾ ਭਾਈ KPS ਗਿੱਲ ਦੇ ਭੋਗ ਤੇ ਜਾਊਗਾ ਜਾਂ ਫਿਰ ਜਿਹੜਾ ਡੇਰੇ ਜਾਊਗਾ, ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਜਿਹੜਾ ਡੇਰਿਆਂ ਨਾਲ ਸੰਬੰਧ ਰੱਖੂਗਾ ਉਹਦੇ ਨਾਲ ਸਿੱਖ ਬਾਈਕਾਟ ਕਰਨਗੇ। ਕਹਿੰਦੇ ਕਾਂਗਰਸ ਨੇ ਦੋਵੇਂ ਗੱਲਾਂ ਕੀਤੀਆਂ, ਉਹ ਭੋਗ ਤੇ ਵੀ ਗਏ ਤੇ ਡੇਰੇ 'ਚ ਵੋਟ ਮੰਗਣ ਵਾਸਤੇ ਵੀ ਗਏ। ਇਸ ਦੇ ਬਾਵਜੂਦ ਦਾਦੂਵਾਲ ਸਾਹਿਬ ਦੇ ਕਾਂਗਰਸੀ ਮੰਤਰੀਆਂ ਦੇ ਨਾਲ ਯਾਰਾਨੇ ਨੇ। ਉਹ ਕਹਿੰਦੇ ਕਿ ਸਿੱਖ ਲੀਡਰ ਨੂੰ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ। ਦੇਖੋ ਰਮਨਦੀਪ ਸਿੰਘ ਸੋਢੀ ਜੀ, ਬਹੁਤ ਚੰਗੇ ਸਿੱਖ ਜਿਹੜੇ ਆ ਉਹ ਕਾਂਗਰਸ ਪਾਰਟੀ 'ਚ ਵੀ ਹੈਗੇ ਆ, ਤੇ ਬਹੁਤ ਮਾੜੇ ਸਿੱਖ ਜਿਹੜੇ ਆ ਉਹ ਅਕਾਲੀ ਦਲ 'ਚ ਵੀ ਹੈਗੇ ਆ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ, ਤੁਸੀਂ ਦੱਸੋ ਜਿਹੜੇ ਸਿੱਖ ਕਤਲੇਆਮ ਦੀ ਗੱਲ ਆ, ਉੱਥੇ ਇੰਦਰਾ ਗਾਂਧੀ ਪਰਿਵਾਰ ਨੂੰ ਅਸੀਂ ਜਿਹੜਾ ਹੈਗਾ ਇੰਦਰਾ ਗਾਂਧੀ ਨੂੰ, ਰਾਜੀਵ ਗਾਂਧੀ ਨੂੰ ਕਟਹਿਰੇ 'ਚ ਖੜਾ ਕਰਦੇ ਆ, KPS ਗਿੱਲ ਨੂੰ ਖੜਾ ਕਰਦੇ ਆ, ਸਮੇਧ ਸੈਣੀ ਨੂੰ ਖੜਾ ਕਰਦੇ ਆ, ਉਹਦੇ ਖਿਲਾਫ ਬੋਲਦੇ ਆ। ਪਰ ਹੁਣ ਤੁਸੀਂ ਦੱਸੋ ਵੀ ਸਿੱਖ ਕਤਲੇਆਮ 'ਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਕੀ ਰੋਲ ਆ? ਮੈਨੂੰ ਦੱਸੋ ਜੀ, ਉਹਨਾਂ ਨੇ ਕਿਹੜਾ ਕਤਲੇਆਮ ਕਰਾਇਆ ਵਾ? ਦੱਸੋ ਮੈਨੂੰ। ਫਿਰ ਉਹ ਡੇਰਾ ਕਿਸੇ ਹੋਰ ਨੇ ਮੈਂ ਲੱਗ ਪੈਂਦਾ, ਕਹਿੰਦੇ ਵੀ ਡੇਰਿਆਂ ਤੇ ਸਾਰੇ ਮੰਤਰੀ ਜਾਂਦੇ ਆ, ਵੀ ਤੁਸੀਂ ਕਾਲੀਆਂ ਕੱਲਿਆਂ ਨੂੰ ਟਾਰਗੇਟ ਕਰਦੇ ਹੋ, ਕਾਂਗਰਸ ਨੂੰ ਨਿਸ਼ਾਨੇ ਤੇ ਕਿਉਂ ਨਹੀਂ ਲੈਂਦੇ? ਉਹ ਕਹਿੰਦੇ CM ਸਾਹਿਬ ਵੀ ਡੇਰੇ ਵੋਟ ਲੈਣ ਗਏ, ਬਾਕੀ ਲੀਡਰ ਵੀ ਗਏ ਸੀ। ਜਿੱਥੋਂ ਤੱਕ ਵੋਟ ਸਿਸਟਮ ਦੀ ਜਿਹੜੇ ਵੋਟ ਲੈਣ ਗਏ ਸੀਗੇ, ਤੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤੇ ਸੀਗੇ, ਸਰਬੱਤ ਖਾਲਸਾ ਜਥੇਦਾਰਾਂ ਨੇ 1 ਘੱਟ 40 ਸੀਗੇ, ਉਹ ਨਹੀਂ ਆਏ, ਅਸੀਂ ਉਹਨਾਂ ਨੂੰ ਪੰਥ ਚੋਂ ਛਿੱਕਿਆ। ਬਾਅਦ ਵਿੱਚ ਜਿਹੜੇ ਹੈਗੇ ਸੀਗੇ ਉਹ ਆਪਣਾ SGPC ਦੇ ਜਥੇਦਾਰਾਂ ਨੇ ਵੀ ਉਹਨਾਂ ਨੂੰ ਤਲਬ ਕੀਤਾ ਤੇ ਤਨਖਾਹ ਲਾਈ। ਸਾਡਾ ਤਾਂ ਦੁਖਾਂਤ ਇਹ ਆ ਕਿ ਜਿਹੜਾ ਡੇਰੇ ਸਰਸੇ ਤੋਂ ਵੋਟਾਂ ਮੰਗਣ ਦਾ ਦੋਸ਼ੀ ਅਕਾਲ ਤਖਤ ਤੋਂ ਸਜ਼ਾ ਜਾਪਦਾ ਬਾਦਲ ਪਰਿਵਾਰ ਨੇ ਗੋਬਿੰਦ ਸਿੰਘ ਲੌਂਗੋਵਾਲ ਸਾਡੀ ਮਹਾਨ ਸੰਸਥਾ ਦਾ ਪ੍ਰਧਾਨ ਲਾਇਆ ਹੋਇਆ ਵਾ। ਸਾਡਾ ਇਹ ਦੁੱਖ ਆ, ਸਾਨੂੰ ਇਸ ਗੱਲ ਦਾ ਦੁਖਾਂਤ ਆ ਸਾਡੀ ਕੌਮ ਦਾ ਵੀ ਜਿਹੜੇ ਡੇਰੇ ਸਰਸੇ ਕੋਲੇ ਕਿੜਕੜੋਂ ਦੇ ਵੋਟਾਂ ਮੰਗ। ਜਵਾਬ ਦਿੰਦੇ ਕਹਿੰਦੇ ਵੀ ਜੋ 2007 ਚ ਸਲਾਬਤਪੁਰ ਵਾਲੇ ਡੇਰੇ ਦਾ ਘਿਰਾਓ ਕਰਨ ਜਾ ਰਹੇ ਸੀ, ਤੁਹਾਡੇ ਪੁਰਾਣੇ ਸਾਥੀ ਵੀ ਨਾਲ ਸੀ, ਕਹਿੰਦੇ ਦਾਦੂਵਾਲ ਸਾਹਿਬ ਨੇ ਅੱਗੇ ਹੋ ਕੇ ਲਕੀਰ ਖਿੱਚਤੀ ਵੀ ਭਾਈ ਇਦੋਂ ਗਾਂ ਕੋਈ ਨਹੀਂ ਲੰਘੂਗਾ, ਸਰਕਾਰ ਫੈਸਲਾ ਕਰ ਦੂਗੀ, ਮਤਲਬ ਉਦੋਂ ਹੱਲ ਹੋ ਜਾਊਗਾ। ਇਸ ਗੱਲ 'ਚ ਸੱਚਾਈ ਆ? ਬਿਲਕੁਲ ਇਹ ਗੱਲ ਨਹੀਂ ਸੀਗੀ। ਉੱਥੇ ਟਕਰਾਅ ਪੈਦਾ ਹੋ ਰਿਹਾ ਸੀ ਬਾਬਾ ਹਰਨਾਮ ਸਿੰਘ ਦਾ, ਭਾਈ ਅਮਰੀਕ ਸਿੰਘ ਜਨਾਲਾ ਦਾ ਤੇ ਹੋਰ ਜਥੇਬੰਦੀਆਂ ਦਾ। ਉੱਥੇ ਗੱਲ ਇਹ ਖਿੱਚੀ ਸੀ ਜਦੋਂ ਸਾਰੇ ਅੱਗੋਂ ਪੁਲਿਸ ਫੋਰਸਾਂ ਵੱਡੀ ਗਿਣਤੀ ਦੇ ਵਿੱਚ ਆ ਗਈਆਂ ਸੀਗੀਆਂ, ਤੇ ਉੱਥੇ ਗੱਲ ਇਹ ਹੋਈ ਸੀ ਵੀ ਕੋਈ ਵੀ ਸਿੱਖ ਜਿਹੜੇ ਆਗੂ ਗੱਲ ਕਰਨ ਜਾ ਰਹੇ ਅਫਸਰਾਂ ਦੇ ਨਾਲ, ਉਹਨਾਂ ਦੇ ਪਿੱਛੇ ਨਾ ਆਉਣ, ਕਿਉਂਕਿ 8-10 ਆਗੂਆਂ ਦੀ ਡਿਊਟੀ ਲੱਗੀ ਸੀ ਕਿ ਲਕੀਰ ਤੋਂ ਅੱਗੇ ਕਿਸੇ ਨੇ ਨਹੀਂ ਆਉਣਾ, ਪਿੱਛੇ ਰਹਿਣਾ। ਸੰਗਤ ਨੇ ਵੱਡੀ ਗਿਣਤੀ 'ਚ ਸੰਗਤ ਸੀਗੀ, ਜਿਹੜੇ ਆਗੂ ਨੇ ਉਹ ਅੱਗੇ ਗੱਲ ਕਰਨਗੇ। ਉਹ ਜਿਹੜੀ ਲਕੀਰ ਸੀ ਉਹ ਇਹ ਨਹੀਂ ਸੀਗੀ, ਅਸੀਂ ਇਹ ਨਹੀਂ ਸੀ ਕਹਿ ਰਹੇ ਵੀ ਤੁਸੀਂ ਜਿਹੜਾ ਹੈਗਾ ਕੋਈ ਅੱਗੇ ਨਹੀਂ ਆਉਣਾ ਤੇ ਅਸੀਂ ਅੱਗੇ ਜਾ ਰਹੇ ਹਾਂ। ਉਹ ਜਿਹੜੇ ਆਗੂਆਂ ਦੀ ਡਿਊਟੀ ਲੱਗੀ ਸੀ, ਇੱਕ ਟਕਰਾਅ ਦਾ ਮਾਹੌਲ ਪੈਦਾ ਹੋ ਰਿਹਾ ਸੀ ਜਿਹਨੂੰ ਅਸੀਂ ਟਕਰਾਅ ਨੂੰ ਟਾਲਣਾ ਚਾਹੁੰਦੇ ਸੀ। ਉਸ ਵੇਲੇ ਜਿਹੜੇ ਵਖਰੇਵੇਂ ਜਿਸ ਤਰ੍ਹਾਂ ਹੁਣ ਸਾਹਮਣੇ ਆਏ ਸੀ, ਇਸੇ ਤਰ੍ਹਾਂ ਉਦੋਂ ਜ਼ਿਆਦਾ ਵਖਰੇਵੇਂ ਸੀ, ਤੇ ਉਸ ਵੇਲੇ ਉਹਨਾਂ ਆਗੂਆਂ ਦੇ ਟਕਰਾਅ ਨੂੰ ਟਾਲਣ ਵਾਸਤੇ ਜਿਹੜਾ ਸੀਗਾ, ਇੱਕ ਤਾਂ ਇਹ ਕੀਤਾ ਗਿਆ, ਦੂਸਰਾ ਉਹਨਾਂ ਨੂੰ ਗੁਰਦੁਆਰਾ ਸਾਹਿਬ 'ਚ ਭੇਜਿਆ ਗਿਆ। ਬਾਬਾ ਹਰਨਾਮ ਸਿੰਘ ਹੁਣੀ ਗੁਰਦੁਆਰਾ ਸਾਹਿਬ 'ਚ ਜਾ ਕੇ ਰਹਿਰਾਸ ਦਾ ਪਾਠ ਉਹਨਾਂ ਨੇ ਆਰੰਭ ਕਰ ਲਿਆ ਸੀ ਬਾਅਦ ਵਿੱਚ। ਇਹ ਜਿਹੜੀ ਗੱਲ ਆ, ਇਹ ਵਿਰੋਧੀ ਪ੍ਰਚਾਰ ਹਮੇਸ਼ਾ ਕਰਦੇ ਆ। ਅਸੀਂ ਤਾਂ ਸਾਰੇ ਜਿਹੜੇ ਸੀਗੇ
ਉਸ ਕਾਫਲੇ ਦਾ ਹਿੱਸਾ ਸੀ। ਔਰ ਨਾਲੇ ਅਸੀਂ ਤਾਂ ਜਾ ਕੇ ਰਲੇ ਸੀਗੇ ਜਦੋਂ ਪਤਾ ਲੱਗਿਆ ਕਿ ਮੌੜ ਮੰਡੀ ਵਾਲਾ ਡੇਰਾ ਢਾਹ ਦਿੱਤਾ ਤੇ ਏਡਾ ਵੱਡਾ ਕਾਫਲਾ ਜਾ ਰਿਹਾ। ਜਥੇਦਾਰ ਆਨੰਦਗੜ੍ਹ ਨੇ ਜਿੰਨੇ ਸੰਤ ਮਹਾਤਮਾ ਤੇ ਆਗੂ ਸੀ ਉਹਨਾਂ ਦੀ ਕੋਠੀ 'ਚ ਹੁਕਮਨਾਮੇ ਤੋਂ ਬਾਅਦ ਗਏ, ਸਾਰਿਆਂ ਨੂੰ ਕਿਹਾ ਵੀ ਜਾਓ ਭਾਈ, ਉਹ ਕਾਫਲਾ ਗਿਆ ਉਹਨਾਂ ਦੇ ਨਾਲ ਜਾਓ। ਤੇ ਅਸੀਂ ਸਾਰੇ ਉਹ ਕਾਫਲੇ ਦਾ ਹਿੱਸਾ ਬਣੇ ਸੀਗੇ ਜਿਹੜਾ ਡੇਰੇ ਸਲਾਬਤਪੁਰੇ ਵੱਲ ਨੂੰ ਵੱਧ ਰਿਹਾ ਸੀਗਾ। ਪਰ ਜਦੋਂ ਅੱਗੇ ਸਾਰੀ ਪੁਲਿਸ ਦੀਆਂ ਛਾਉਣੀਆਂ ਪੈ ਗਈਆਂ ਅੱਗੇ, ਤਾਂ ਏਡੀ ਵੱਡੀ ਗਿਣਤੀ 'ਚ ਫੋਰਸਾਂ ਆ ਗਈਆਂ, ਤਾਂ ਉਸ ਵੇਲੇ ਉਹਨਾਂ ਨਾਲ ਅਫਸਰਾਂ ਨਾਲ ਗੱਲਬਾਤ ਉਹ ਸਪੀਕਰ ਤੇ ਅਨਾਉਂਸ ਕਰ ਰਹੇ ਸੀ ਤੇ ਉਹਨਾਂ ਨਾਲ ਗੱਲਬਾਤ ਕਰਨ ਵਾਸਤੇ ਉਹ ਜਿਹੜੀ ਲਕੀਰ ਖਿੱਚੀ ਸੀਗੀ ਕਿ ਇਦੋਂ ਅੱਗੇ ਸੰਗਤ ਨਾ ਆਵੇ, ਸਿਰਫ ਆਗੂ ਜਾਣਗੇ ਅੱਗੇ। ਇੱਕ ਹੋਰ ਇਲਜ਼ਾਮ ਤੁਹਾਡੇ ਸਾਥੀ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੁਹਾਡੇ ਤੇ ਲਗਾਉਂਦੇ ਨੇ, ਕਹਿੰਦੇ ਨੇ ਕਿ ਬਾਕੀ ਸਾਰੇ ਡੇਰਿਆਂ ਤੇ ਦਾਦੂਵਾਲ ਸਾਹਿਬ ਬੋਲਦੇ ਨੇ, ਪਰ ਡੇਰਾ ਬਿਆਸ ਮੁਖੀ ਦੇ ਨਾਲ ਦਾਦੂਵਾਲ ਸਾਹਿਬ ਦੀ ਬਹੁਤ ਪੱਕੀ ਦੋਸਤੀ ਆ ਤੇ ਕਹਿੰਦੇ ਡੇਰਾ ਬਿਆਸ ਦੇ ਮੁਖੀ ਦਾਦੂਵਾਲ ਸਾਹਿਬ ਦੇ ਆਨੰਦ ਕਾਰਜ ਤੇ ਵੀ ਆਉਂਦੇ ਨੇ, ਜਦਕਿ ਕਹਿੰਦੇ ਟਕਸਾਲ ਦਾ ਤੇ ਡੇਰਾ ਬਿਆਸ ਦਾ ਤਾਂ ਪਹਿਲੇ ਦਿਨ ਤੋਂ ਕਹਿੰਦੇ ਕਿ ਜਿਹੜਾ ਸਬੰਧ ਆ ਉਹ ਕੜੱਤਨ ਭਰੇ ਰਹੇ ਨੇ। ਨਹੀਂ ਦੇਖੋ, ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵਾਂ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਹੈੱਡਕੁਆਟਰ ਮਹਿਤਾ ਚੌਂਕ ਸੀਗਾ ਜੀ। ਮੈਨੂੰ ਤੁਸੀਂ ਹਿਸਟਰੀ ਕੱਢ ਕੇ ਦੇ ਦਿਓ ਕਿ ਸੰਤ ਜਰਨੈਲ ਸਿੰਘ ਮਹਿਤਾ ਚੌਂਕ ਤੋਂ ਕੋਲ ਦੀ ਜਿਹੜੀਆਂ ਗੱਡੀਆਂ ਤੇ ਟਰੱਕ ਭਰ ਕੇ ਡੇਰੇ ਬਿਆਸ ਨੂੰ ਲੋਕਾਂ ਦੇ ਜਾਂਦੇ ਸੀਗੇ। ਖਾੜਕੂਵਾਦ ਦਾ ਵੀ ਦੌਰ ਰਿਹਾ, ਕਿਸੇ ਖਾੜਕੂ ਸਿੰਘ ਨੇ ਜਾਂ ਸੰਤ ਭਿੰਡਰਾਂ ਵਾਲਿਆਂ ਨੇ ਡੇਰਾ ਬਿਆਸ ਦੀ ਜਾਂਦੀ ਗੱਡੀ ਨੂੰ ਹੱਥ ਦੇ ਕੇ ਰੋਕਿਆ? ਕਿਸੇ ਨੂੰ ਉਹਦੇ ਤੇ ਤਸ਼ੱਦਦ ਕੀਤਾ ਕਿਸੇ ਨੂੰ? ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨਾਲੋਂ ਵੱਡੇ ਤਾਂ ਅਸੀਂ ਸਿੱਖ ਨਹੀਂ ਨਾ, ਉਹਨਾਂ ਨੂੰ ਅਸੀਂ ਆਪਣਾ ਵਧੀਆ ਰੋਲ ਮਾਡਲ ਮੰਨਦੇ ਆ। ਉਹ ਮਹਾਨ ਸਿੱਖ ਹੋਏ 20ਵੀਂ ਸਦੀ ਦੇ। ਉਹਨਾਂ ਨੇ ਸੰਤ ਜਰਨੈਲ ਸਿੰਘ ਨੇ ਖਾਲਸਾ ਭਿੰਡਰਾਂ ਵਾਲਿਆਂ ਨੇ ਉਹਨਾਂ ਦਾ ਰਾਹ ਨਹੀਂ ਰੋਕਿਆ ਜਦੋਂ ਕਿ 4 ਫਰਲਾਂਘਾਂ ਤੇ ਸੀਗੇ। ਅਸੀਂ ਵੀ ਇੱਕ ਗੱਲ ਕਹਿੰਦੇ ਹਰੇਕ ਨੂੰ ਹੱਕ ਆ, ਚਾਹੇ ਕੋਈ ਡੇਰੇ ਆ। ਤੁਸੀਂ ਫਿਰ ਉਹਨਾਂ ਨੂੰ ਡੇਰਾਵਾਦ ਦਾ ਹਿੱਸਾ ਮੰਨਦੇ ਹੋ? ਉਹਨੂੰ ਤੁਸੀਂ ਡੇਰਾ ਨਹੀਂ, ਡੇਰਾ ਬਿਲਕੁਲ ਨਹੀਂ, ਡੇਰਾ ਵਾ ਬਿਲਕੁਲ। ਪਰ ਜਿਹੜਾ ਅਸੀਂ ਤਾਂ ਉੱਥੇ ਇੱਕ ਗੁਰਦੁਆਰਾ ਹੀ ਬਣਾਇਆ। ਤੁਸੀਂ ਪਹਿਲਾਂ ਵੀ ਇੰਟਰਵਿਊ ਕਰ ਚੁੱਕੇ ਹੋ ਵੀ ਅਸੀਂ ਕੋਈ ਪੰਥ ਦਾ ਨੁਕਸਾਨ ਥੋੜੀ ਕੀਤਾ, ਅਸੀਂ ਤਾਂ ਪੰਥ ਦਾ ਭਲਾ ਕੀਤਾ। ਡੇਰਾ ਬਿਆਸ ਮੁਖੀ ਨੇ ਪੰਥ ਦੀਆਂ ਭਾਵਨਾਵਾਂ ਨੂੰ ਸਮਝਦੇ ਆ ਉਹ ਸ੍ਰੀ ਅਕਾਲ ਤਖਤ ਤੇ ਗਏ, ਸ੍ਰੀ ਹਰਿਮੰਦਰ ਸਾਹਿਬ ਗਏ। ਉਹਨਾਂ ਨੇ ਇੱਕ ਨਾਲ 14 ਮਰਲਾ ਜਗ੍ਹਾ ਦਾ ਰੌਲਾ ਸੀ ਜਿਹਦੇ ਉਹ ਪੈਸੇ ਵੀ ਦੇ ਚੁੱਕੇ ਸੀ, ਉਹਨਾਂ ਫੇਰ ਵੀ 2.5-3 ਕਿੱਲੇ ਛੱਡ ਤੇ ਉੱਥੇ ਗੁਰਦੁਆਰਾ ਬਣਾਤਾ। ਡੇਰਾ ਬਿਆਸ ਦੇ ਵੱਲੋਂ ਇਹੋ ਜਿਹਾ ਕੋਈ ਵੀ ਕੰਮ ਨਹੀਂ ਕੀਤਾ ਗਿਆ ਜਿਹੜਾ ਕਿ ਸਿੱਖ ਧਰਮ ਦੇ ਖਿਲਾਫ ਹੋਵੇ ਜਾਂ ਫਿਰ ਉਹਨਾਂ ਦੀ ਮਰਿਆਦਾ ਨੂੰ ਢਾਹ ਲਾਉਂਦਾ ਹੋਵੇ। ਦੀ ਡੇਟ ਤੇ ਅੱਜ ਦੀ ਡੇਟ ਦੇ ਡੇਰੇ ਬਹੁਤ ਨੇ। ਦੇਖੋ ਹੋਰ ਵੀ ਬਹੁਤ ਸਾਰੇ ਡੇਰੇ ਨੇ ਜਿਹੜੇ ਸਾਇਲੈਂਟ ਆਪਣਾ ਜਿਹੜਾ ਹੈਗਾ ਉਹ ਪ੍ਰਚਾਰ ਕਰਦੇ, ਆਪਣੀ ਜੋ ਉਹਨਾਂ ਦੀਆਂ ਸੇਵਾਵਾਂ ਨੇ। ਅਸੀਂ ਕਿਸੇ ਦੀਆਂ ਕੰਧਾਂ ਨਾਲ ਟੱਕਰਾਂ ਨਹੀਂ ਮਾਰਨੀਆਂ। ਅਸੀਂ ਸਿੱਖਿਆ ਦੇ ਰਸਤੇ, ਪ੍ਰਚਾਰ ਦੇ ਰਸਤੇ ਕਿਸੇ ਨੂੰ ਆਪਣੇ ਧਰਮ ਵਾਲੇ ਪਾਸੇ ਪ੍ਰੇਰ ਕੇ ਲਿਆ ਸਕਦੇ ਹਾਂ, ਜਾਂ ਜਿਹੜੇ ਸਾਡੇ ਧਰਮ ਚੋਂ ਇਸ ਤਰ੍ਹਾਂ ਡੇਰੇ ਬਣੇ ਆ ਉਹਨਾਂ ਨੂੰ ਪ੍ਰਚਾਰ ਦੇ ਰਸਤੇ, ਪਿਆਰ ਦੇ ਰਸਤੇ ਜਿਹੜਾ ਵਾਪਸ ਆਉਣ ਲਈ ਪ੍ਰੇਰਨਾ। ਕਿਸੇ ਨਾਲ ਡਾਂਗੋ ਡਾਂਗੀ ਨਹੀਂ ਹੋਣਾ। ਜਿਹੜਾ ਸਾਡੇ ਗੁਰੂ ਦਾ ਸਵਾਂਗ ਰਚਦਾ ਜਾਂ ਸਾਡੀ ਗੁਰਬਾਣੀ ਤੇ ਜਾਂ ਸਾਡੇ ਗੁਰੂ ਤੇ ਸ਼ੰਕਿਆ ਕਰਦਾ ਵਾ ਜਾਂ ਸਾਡੇ ਧਰਮ 'ਚ ਦਖਲਅੰਦਾਜ਼ੀ ਕਰਦਾ, ਉਹਦੇ ਨਾਲ ਸਾਡਾ ਸੱਤੀ ਦਾ ਅੰਕੜਾ ਵਾ। ਜੇ ਡੇਰਾ ਬਿਆਸ ਮੁਖੀ ਸਾਡੇ ਧਰਮ 'ਚ ਦਖਲ ਦੇਣਗੇ, ਕਿਸੇ ਤਰ੍ਹਾਂ ਡੇਰਾ ਬਿਆਸ ਮੁਖੀ ਦੀ ਕੋਈ ਸਪੀਚ ਮੈਨੂੰ ਦੇ ਦਿਓ ਤੁਸੀਂ ਕਿ ਉਹ ਸਾਡੇ ਧਰਮ ਦੇ ਵਿੱਚ ਦਖਲਅੰਦਾਜ਼ੀ ਕਰਨ, ਤੇ ਤੁਹਾਡੇ ਸਾਰਿਆਂ ਦੇ ਅੱਗੇ ਲੱਗ ਕੇ ਮੈਂ ਜਾਊਂਗਾ ਵਿਰੋਧ ਕਰਨ ਵਾਸਤੇ। ਮੇਰੀ ਕੋਈ ਜਿਹੜਾ ਹੈਗਾ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਅਸੀਂ ਗੁਰੂ ਪੰਥ ਦੇ ਸੇਵਾਦਾਰ, ਗੁਰੂ ਗ੍ਰੰਥ ਸਾਹਿਬ ਦੇ ਸਿੱਖ ਆ, ਪਰ ਅਸੀਂ ਬਿਨਾਂ ਮਤਲਬ ਤੋਂ ਕਿਸੇ ਡੇਰੇ ਨਾਲ ਨਹੀਂ ਲੜਦੇ। ਡੇਰਾ ਸਰਸਾ ਸਾਡੇ ਧਰਮ 'ਚ ਦਖਲਅੰਦਾਜ਼ੀ ਕਰਦਾ, ਨੂਰ ਮਹਿਲੀਆ ਭਨਿਆਰਾ ਸਿੱਧੇ ਤੌਰ ਤੇ ਦਖਲਅੰਦਾਜ਼ੀ ਕਰਦਾ, ਤਾਂ ਉਹਦੇ ਨਾਲ ਲੜਦੇ। ਜਿੱਦਣ ਡੇਰਾ ਬਿਆਸ ਮੁਖੀ ਜਾਂ ਡੇਰਾ ਬਿਆਸ ਸਾਡੇ ਧਰਮ 'ਚ ਦਖਲ ਦਊਗਾ, ਡੇਰਾ ਬਿਆਸ ਦੇ ਪੈਰੋਕਾਰ ਤਾਂ ਗੁਰਦੁਆਰਾ ਸਾਹਿਬ ਜਾਂਦੇ ਆ। ਜਿੰਨੇ ਸਾਊਥ ਦੇ ਵਿੱਚੋਂ ਪਹਿਲਾਂ ਡੇਰੇ ਬਿਆਸ ਆਉਂਦੇ ਸੀ, ਡੇਰਾ ਬਿਆਸ ਮੁਖੀ ਦੇ ਦਰਬਾਰ ਸਾਹਿਬ ਮੱਥਾ ਟੇਕਣ ਦੇ ਨਾਲ ਹੁਣ ਉਹਨਾਂ ਦੀਆਂ ਟਿਕਟਾਂ ਜਦੋਂ ਸਾਊਥ ਤੋਂ ਆਉਂਦੇ ਆ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੱਕ ਹੁੰਦੀਆਂ ਨੇ। ਤੁਸੀਂ ਦੇਖਿਆ ਹੋਊ ਪਿਛਲੇ 2-4 ਸਾਲਾਂ ਦੇ ਵਿੱਚ, 5-4 ਸਾਲਾਂ 'ਚ ਸਾਊਥ ਦੇ ਲੋਕ ਜਿਹੜੇ ਵੱਡੀ ਗਿਣਤੀ 'ਚ ਦਰਬਾਰ ਸਾਹਿਬ ਆਉਣ ਲੱਗ ਗਏ ਆ। ਪਹਿਲਾਂ ਨਹੀਂ ਸੀ ਆਉਂਦੇ, ਉਹ ਡੇਰਾ ਬਿਆਸ ਤੋਂ ਮੁੜ ਜਾਂਦੇ ਸੀ। ਹੁਣ ਉਹ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਆ ਵੀ ਜੇ ਸਾਡਾ ਡੇਰਾ ਮੁਖੀ ਦਰਬਾਰ ਸਾਹਿਬ ਗਿਆ, ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋਇਆ, ਅਕਾਲ ਤਖਤ ਤੇ ਗਿਆ, ਤੇ ਅਸੀਂ ਵੀ ਜਾਈਏ। ਤੇ ਮੈਂ ਦੇਖਿਆ ਵਿਦੇਸ਼ਾਂ ਦੇ ਵਿੱਚ ਵੀ ਜਿਹੜੇ ਡੇਰਾ ਬਿਆਸ ਦੇ ਪੈਰੋਕਾਰ ਨੇ ਹੁਣ ਗੁਰਦੁਆਰਿਆਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਰੌਲਾਂ ਲਾਉਂਦੇ ਆ, ਅਖੰਡ ਪਾਠਾਂ ਦੀਆਂ, ਜਪਜੀ ਸਾਹਿਬ ਦੀਆਂ ਰੌਲਾਂ ਲਾਉਂਦੇ ਆ। ਤੇ ਅਸੀਂ ਕਹਿੰਦੇ ਗੁਰੂ ਅੱਗੇ ਅਰਦਾਸ ਕਰੀਏ ਵੀ ਜਿੰਨੇ ਸਾਡੇ ਭਰਾ ਸਾਡੇ ਤੋਂ ਪਾਸੇ ਗਏ ਆ, ਇਹ ਵੀ ਡੇਰਾ ਬਿਆਸ ਵੀ ਤੇ ਹੋਰ ਵੀ ਡੇਰਿਆਂ ਵਾਲੇ, ਉਹਨਾਂ ਨੂੰ ਅਸੀਂ ਪ੍ਰੇਰ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਈਏ। ਅਸੀਂ ਉਹਨਾਂ ਨੂੰ ਪ੍ਰੇਰ ਕੇ ਜਿਹੜਾ ਆਪਣੇ ਪੰਥ ਦਾ ਹਿੱਸਾ ਬਣਾਈਏ। ਤੋੜ ਤਾਂ ਜਿਹਨੂੰ ਮਰਜ਼ੀ ਸਿੱਟੀ ਜਾਓ, ਤੋੜਨ ਵਾਲੇ ਤਾਂ ਬਹੁਤ ਆ। ਤੋੜ ਕੇ ਤਾਂ ਜਿਹਨੂੰ ਮਰਜ਼ੀ ਸਿੱਟੀ ਜਾਓ। ਸਾਨੂੰ ਜੋੜਨਾ ਚਾਹੀਦਾ। ਜੋੜਨ ਵਾਸਤੇ ਹੀ ਸਤਿਗੁਰ ਨੇ ਆਖਿਆ, ਜੋੜਨ ਵਾਸਤੇ ਹੀ ਸਤਿਗੁਰ ਕਿੱਥੇ ਮੱਕਾ ਮਦੀਨਾ ਗਏ,
ਕਿੱਥੇ ਹਰਿਦੁਆਰ ਗਏ, ਕਾਂਸੀ ਬਨਾਰਸ ਗਏ, ਜੋੜਨ ਵਾਸਤੇ ਹੀ ਗਏ ਕਿ ਉਹ ਪ੍ਰਮਾਤਮਾ ਅਕਾਲ ਪੁਰਖ ਨਾਲ ਜੋੜਿਆ ਜਾਵੇ। ਤੇ ਅਸੀਂ ਗੁਰੂ ਦੇ ਸਿੱਖਾਂ ਦੇ ਚਰਨਾਂ ਦੀ ਧੂੜ ਆ। ਸਾਡੀ ਵੀ ਕੋਸ਼ਿਸ਼ ਇਹੀ ਰਹਿਣੀ ਚਾਹੀਦੀ ਆ ਕਿ ਅਸੀਂ ਪ੍ਰੇਰ ਕੇ ਗੁਰੂ ਦੇ ਚਰਨਾਂ ਦੇ ਨਾਲ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੋੜੀਏ, ਕਿਉਂਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਅੱਜ ਕਲਯੁਗ ਦੇ ਅੰਦਰ ਵੱਡਾ ਕੋਈ ਗੁਰੂ ਨਹੀਂ ਹੈ। ਔਰ ਡੇਰਾ ਬਿਆਸ ਮੁਖੀ ਨੇ ਖੁਦ ਆਪ ਆਖਿਆ ਸੀਗਾ, ਜਦੋਂ ਅੰਮ੍ਰਿਤਸਰ ਮੱਥਾ ਟੇਕਣ ਗਏ ਆ, ਪੱਤਰਕਾਰਾਂ ਵੀਰਾਂ ਨੇ ਸਵਾਲ ਕੀਤਾ ਕਿ ਤੁਸੀਂ ਗੁਰੂ ਕਹਾਉਂਦੇ ਹੋ, ਕਹਿੰਦੇ ਨਹੀਂ ਮੈਂ ਗੁਰੂ ਨਹੀਂ ਆ, ਮੈਂ ਇੱਕ ਸੰਸਥਾ ਦਾ ਮੁਖੀ ਆ। ਗੁਰੂ ਗ੍ਰੰਥ ਸਾਹਿਬ ਨੇ ਤੇ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਤਾਂ ਹੀ ਉਹਨਾਂ ਨੇ ਆਪਣੇ ਜਿਹੜੇ ਉਹਨਾਂ ਦੇ ਬੱਚੇ ਆ, ਉਹਨਾਂ ਦੇ ਆਨੰਦ ਕਾਰਜ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕੀਤੇ ਆ। ਉਹਨਾਂ ਨੇ ਆਪਣੇ ਪੋਤਰਿਆਂ ਦੇ ਜਨਮ ਦਿਨ ਮਨਾਏ ਆ ਤੇ ਤਾਂ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ। ਤੇ ਸਾਡੇ ਜਿਹੜੇ ਪੰਥ ਦੇ ਪ੍ਰਸਿੱਧ ਕੀਰਤਨੀਏ ਆ, ਉਹ ਉਹਨਾਂ ਗੁਰਮਤਿ ਸਮਾਗਮਾਂ ਤੇ ਜਾ ਕੇ ਕੀਰਤਨ ਕਰਕੇ ਆਏ ਆ ਜੀ। ਤਾਂ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਸਿੱਖਾਂ ਨੂੰ ਡੇਰੇ ਜਾਣ ਦੀ ਫਿਰ ਕੋਈ ਮਨਾਹੀ ਨਹੀਂ ਹੋਣੀ ਚਾਹੀਦੀ ਡੇਰਾ ਬਿਆਸ 'ਚ? ਨਹੀਂ, ਦੇਖੋ ਉੱਥੇ ਗੁਰਦੁਆਰਾ ਸਾਹਿਬ ਬਣਾਇਆ ਹੋਇਆ, ਅਸੀਂ ਡੇਰੇ ਦੇ ਅੰਦਰ ਜਿਹੜਾ ਹੈਗਾ, ਅਸੀਂ ਕਿਸੇ ਨੂੰ ਅਸੀਂ ਸਿੱਖਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਕਿਸੇ ਵੀ ਡੇਰੇ ਬਾਰੇ ਜਾਂ ਕਿਸੇ ਵੀ ਧਰਮ ਬਾਰੇ ਜਰਨਲ ਨੌਲੇਜ ਲੈਣੀ ਸਭ ਲਈ ਜ਼ਰੂਰੀ ਆ, ਪਰ ਅਸੀਂ ਸਾਬਤ ਸੂਰਤ ਹੋਣਾ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ। ਉਸ ਡੇਰੇ ਦੀ ਪਰੰਪਰਾ ਜਿਹੜੀ ਆ ਉਹ ਨਾਮਦਾਨ ਦੀ ਆ। ਸਾਡੇ ਸਿੱਖ ਪੰਥ ਦੀ ਪਰੰਪਰਾ ਨਾਮਦਾਨ ਦੀ ਨਹੀਂ ਆ। ਸਾਡੇ ਸਿੱਖ ਪੰਥ ਦੀ ਪਰੰਪਰਾ ਪੰਜ ਪਿਆਰਿਆਂ ਕੋਲੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਤੇ ਜੋ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਰਜ਼ਾਦਾ ਦਿੱਤੀ ਆ ਖਾਲਸੇ ਦੀ ਸਾਜਨਾ ਕਰਕੇ, ਅਸੀਂ ਉਹਦੀ ਪਾਲਣਾ ਕਰਨੀ ਆ। ਤੇ ਬਾਕੀ ਵਿਜ਼ਿਟ ਕਿਸੇ ਡੇਰੇ 'ਚ ਕਰਨਾ, ਕਿਸੇ ਮੰਦਿਰ ਮਸਜਿਦ, ਮੈਂ ਬਹੁਤ ਸਾਰੇ ਮੰਦਿਰਾਂ ਦੇ ਵਿੱਚ ਵੀ, ਮੈਂ ਮਸਜਿਦਾਂ ਦੇ ਵਿੱਚ ਵੀ ਵਿਜ਼ਿਟ ਕੀਤਾ। ਉੱਥੇ ਦਾ ਸਾਰਾ ਕੁਝ ਜਰਨਲ ਨੌਲੇਜ ਵਾਸਤੇ ਵੀ ਕਿਸ ਤਰ੍ਹਾਂ ਸਾਡੇ ਗੁਰੂ ਸਾਹਿਬ ਗਏ ਆ। ਸਾਡੇ ਗੁਰੂ ਸਾਹਿਬ ਹਰਿਦੁਆਰ, ਕਾਂਸੀ, ਬਨਾਰਸ ਜਾਂ ਮੱਕੇ ਤੇ ਕੋਈ ਮੱਥਾ ਟੇਕਣ ਥੋੜੀ ਗਏ ਸੀਗੇ। ਉਹ ਤਾਂ ਉੱਥੇ ਦਾ ਸਾਰਾ ਜੋ ਕੁਝ ਸੀਗਾ ਉਹ ਦੇਖਣ ਵਾਸਤੇ ਤੇ ਉੱਥੇ ਦੇ ਲੋਕਾਂ ਨੂੰ ਪ੍ਰਮਾਤਮਾ ਨਾਲ ਜੋੜਨ ਵਾਸਤੇ ਗਏ। ਇਸੇ ਤਰ੍ਹਾਂ ਅਸੀਂ ਆਪਣੀ ਨੌਲੇਜ ਲਈ, ਮੈਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਨੇੜੇ ਔਂਡੇ ਦਾ ਮੰਦਿਰ ਆ, ਭਗਤ ਨਾਮਦੇਵ ਜੀ ਨੂੰ ਜਿੱਥੇ ਦੇਹਰਾ ਫੇਰਿਆ ਸੀਗਾ ਕਿ ਜਿਉਂ-ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾਂ ਕੋ ਦੇਹਰਾ ਫੇਰਾ, ਮੈਂ ਬਕਾਇਦਾ ਜਾ ਕੇ ਉਸ ਮੰਦਿਰ ਦੇ ਜਿਹੜਾ ਵਾ ਉਹ ਮੈਂ ਜਾ ਕੇ ਦਰਸ਼ਨ ਕਰਕੇ ਆਇਆ, ਵੀ ਉੱਥੇ ਕਿਸ ਤਰ੍ਹਾਂ ਕੀ ਹੋਇਆ ਸੀ, ਸਾਰੀ ਘਟਨਾ ਦੀ ਜਾਣਕਾਰੀ ਲੈ ਕੇ ਆਇਆ। ਬੈਜਨਾਥ ਦਾ ਮੰਦਿਰ ਆ ਹਿਮਾਚਲ ਦੇ ਵਿੱਚ। ਇਹ ਮੰਨਿਆ ਜਾਂਦਾ ਕਿ ਰਾਵਣ ਨੇ ਉੱਥੇ ਭਗਤੀ ਕੀਤੀ ਸੀ ਤੇ ਉੱਥੇ ਭਗਵਾਨ ਤੋਂ ਵਰ ਲਏ ਸੀ। ਮੈਂ ਬੈਜਨਾਥ ਦੇ ਮੰਦਿਰ ਜਾ ਕੇ ਉਸ ਗੱਲ ਦੀ ਸਾਰੀ ਜਿਹੜੀ ਕਹਾਣੀ ਸੀ ਉਹ ਸਾਰੀ ਸੁਣ ਕੇ ਆਇਆ। ਸੋ ਇਸ ਤਰੀਕੇ ਦੇ ਨਾਲ ਕਿਤੇ ਵੀ ਜਾਣਾ ਜਿਹੜਾ ਅੱਜ ਦੇ ਸਮੇਂ 'ਚ ਮੈਂ ਸਮਝਦਾ ਜਾਓ, ਪਰ ਜਿਹੜੀ ਸਿੱਖ ਦੀ ਸ਼ਰਧਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆ। ਗੁਰੂ ਸਾਡਾ ਗੁਰੂ ਗ੍ਰੰਥ ਸਾਹਿਬ ਆ। ਅਸੀਂ ਗੁਰੂ ਘਰ ਨੂੰ, ਗੁਰਦੁਆਰੇ ਨੂੰ ਸਮਰਪਿਤ ਆ। ਕਿਸੇ ਡੇਰੇਦਾਰ ਦੇ ਨਾਲ ਬੈਠ ਜਾਣਾ, ਕਿਸੇ ਦੂਜੇ ਧਰਮ ਵਾਲੇ ਨਾਲ ਇੰਟਰਫੇਥ ਬੈਠ ਜਾਣਾ। ਮੈਨੂੰ ਦਿੱਲੀ ਦੇ ਵਿੱਚ ਬੁਲਾਇਆ ਗਿਆ ਸੀਗਾ, ਜਿਹੜਾ ਪਾਰਲੀਮੈਂਟ ਦੇ ਨਾਲ ਕਨਸਟੀਟਿਊਸ਼ਨ ਕਲੱਬ ਆ, ਉੱਥੇ ਸਮੂਹ ਧਰਮਾਂ ਦੀ ਕਾਨਫਰੰਸ ਕੀਤੀ ਸੀ ਤੇ ਸਿੱਖ ਧਰਮ ਵੱਲੋਂ ਮੈਨੂੰ ਬੁਲਾਇਆ ਗਿਆ। ਮੇਰੇ ਨਾਲ ਇੱਕ ਪਾਸੇ ਜੈਨੀ ਬੈਠੇ ਸੀ, ਇੱਕ ਪਾਸੇ ਅਰਬ ਤੋਂ ਆਪਣਾ ਈਰਾਨ ਤੋਂ ਆਏ ਹੋਏ ਮੁਸਲਮਾਨ ਬੈਠੇ ਸੀ, ਇੱਕ ਪਾਸੇ ਸੇਖ ਬੈਠੇ ਸੀ, ਨਾਲ ਸਵਾਮੀ ਜਿਹੜੇ ਆ ਅਗਨੀਵੇਸ਼ ਬੈਠੇ ਸੀਗੇ। ਸੋ ਇਸ ਤਰੀਕੇ ਨਾਲ ਈਸਾਈ ਮਤ ਦੇ ਬੈਠੇ ਸੀ। ਇੰਟਰਫੇਥ ਉਹ ਫੰਕਸ਼ਨ ਸੀ, ਇਹ ਵੀ ਬੈਠ ਕੇ ਉਹਨਾਂ 'ਚ ਆਪਣੀ ਗੱਲ ਕੀਤੀ, ਗੁਰੂ ਦੀ ਗੱਲ ਕੀਤੀ। ਸੋ ਇਸ ਤਰ੍ਹਾਂ ਕਿਸੇ ਵੀ ਡੇਰੇ ਵਾਲੇ ਨਾਲ, ਕਿਸੇ ਵੀ ਜਿਹੜੇ ਡਾਇਲੌਗ ਕਰਨਾ, ਜਿਹੜਾ ਇਹਦੀ ਕੋਈ ਮਨਾਹੀ ਨਹੀਂ ਆ ਧਰਮ ਦੇ ਅੰਦਰ। ਪਰ ਇਹਨਾਂ ਵਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੂੰਗਾ ਦਾਦੂਵਾਲ ਸਾਹਿਬ, ਦੋਵੇਂ ਸਰਕਾਰਾਂ ਜ਼ਿੰਮੇਵਾਰ ਨੇ, ਕੋਈ ਸ਼ੱਕ ਨਹੀਂ। ਨਾ ਤਾਂ ਅਕਾਲੀ ਦਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਫੜੇ ਗਏ ਤੇ ਨਾ ਹੀ ਕਾਂਗਰਸ ਹਾਲ ਦੀ ਘੜੀ ਕਿਸੇ ਸਿੱਟੇ ਤੇ ਪਹੁੰਚੀ ਆ। ਅਕਾਲੀ ਇਸ ਗੱਲ ਦਾ ਤੁਹਾਡੇ ਨਾਲ ਮਲਾਲ ਕਰਦੇ ਆ। ਉਹ ਕਹਿੰਦੇ ਕਿ ਸਾਡੇ ਖਿਲਾਫ ਤਾਂ ਦਾਦੂਵਾਲ ਸਾਹਿਬ ਨੇ ਰੱਜ ਕੇ ਪ੍ਰਚਾਰ ਕੀਤਾ, ਪਰ ਉਹ ਕਹਿੰਦੇ ਹੁਣ ਕੈਪਟਨ ਸਾਹਿਬ ਦੇ ਰਾਜ ਦੇ ਵਿੱਚ ਵੀ ਤਾਂ ਸਟੇਟਸ ਕੋਈ ਹੈ ਨਾ, ਹੁਣ ਵੀ ਕੁਝ ਨਹੀਂ ਹੋਇਆ। ਉਹ ਕਹਿੰਦੇ ਫਿਰ ਹੁਣ ਜਥੇਬੰਦੀਆਂ ਧਰਨਾ ਕਿਉਂ ਨਹੀਂ ਲਗਾਉਂਦੀਆਂ, ਜਿਸ ਕਰਕੇ ਉਹ ਕਹਿੰਦੇ ਸਾਡਾ ਸ਼ੰਕਾ ਹੈ ਕਿ ਜਥੇਬੰਦੀਆਂ ਦੀ ਕਾਂਗਰਸ ਸਰਕਾਰ ਦੇ ਨਾਲ ਸੈਟਿੰਗ ਹੈ, ਜਦਕਿ ਕਹਿੰਦੇ ਹੁਣ ਵੀ ਕਾਂਗਰਸ ਸਰਕਾਰ ਦੇ ਖਿਲਾਫ ਵੀ ਸਿੱਖ ਜਥੇਬੰਦੀਆਂ ਨੂੰ ਮੋਰਚਾ ਖੋਲ੍ਹਣਾ ਚਾਹੀਦਾ। ਥੋੜਾ ਸਮਾਂ ਰਹਿ ਗਿਆ ਇਹਨਾਂ ਦਾ। ਦੇਖੋ, ਸੈਟਿੰਗ ਦਾ ਸੋਢੀ ਸਾਹਿਬ ਅਕਾਲੀ ਦਲ ਬਾਦਲ ਦੀ ਆ ਕਾਂਗਰਸ ਦੇ ਨਾਲ। ਸਾਨੂੰ ਤਾਂ ਕਾਂਗਰਸ ਸਰਕਾਰ ਤੇ ਰੋਸ ਆ ਕਿ ਉਹਨਾਂ ਨੇ ਅੱਜ ਤੱਕ ਫੜ ਕੇ ਅੰਦਰ ਕਿਉਂ ਨਹੀਂ ਦਿੱਤੇ। ਇਹ ਅਜੇ ਵੀ ਬਾਹਰ ਟਾਰਾਂ ਮਾਰ ਰਹੇ ਆ। ਜਿਹੜੇ ਡਰੱਗ ਦੇ ਸਮਗਲਰ ਆ, ਜਿਨ੍ਹਾਂ ਨੂੰ ਕਹਿੰਦੇ ਸੀ ਅਸੀਂ ਫੜ ਕੇ ਅੰਦਰ ਦਿਆਂਗੇ, ਬੇਅਦਬੀ ਦੇ ਦੋਸ਼ੀਆਂ ਨੂੰ, ਕੈਪਟਨ ਅਮਰਿੰਦਰ ਸਿੰਘ ਦੀ ਆਪਣੀ ਸਪੀਚ ਆ ਕਿ ਬੇਅਦਬੀ ਦੀਆਂ ਪੈੜਾਂ ਬਾਦਲਾਂ ਦੇ ਘਰ ਨੂੰ ਜਾਂਦੀਆਂ। ਅਸੀਂ ਤਾਂ ਨਹੀਂ ਸੀ ਕਿਹਾ ਕੈਪਟਨ ਨੂੰ, ਸਰਕਾਰ ਬਣਾਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ। ਕੈਪਟਨ ਸਾਹਿਬ ਬਾਰੇ ਕੀ ਸੋਚਦੇ ਹੋ? ਕੈਪਟਨ ਸਾਹਿਬ ਆਖਿਰਕਾਰ ਕਿਉਂ ਨਹੀਂ ਫਿਰ ਕਾਰਵਾਈ ਕਰ ਰਹੇ? ਪਰ ਇੰਨਾ ਕੁ ਜ਼ਰੂਰ ਆ ਕਿ ਅਕਾਲੀ ਦਲ ਬਾਦਲ ਨੇ ਸਾਰੇ ਮਸਲੇ ਤੇ ਸੁਹਾਗਾ ਫੇਰ ਦਿੱਤਾ ਸੀਗਾ, ਦੋਸ਼ੀਆਂ ਨੂੰ ਬਚਾਇਆ। ਜਸਟਿਸ ਜੋਰਾ ਸਿੰਘ ਜਾਂਚ ਕਮਿਸ਼ਨ ਬਣਾਇਆ, ਉਹਦੀ ਰਿਪੋਰਟ ਜਿਹੜੀ ਸੀ ਡਸਟਬਿਨ 'ਚ ਸਿੱਟ ਦਿੱਤੀ। ਜਿਹੜੀ ਸਿੱਟ ਬਣਾਈ ਸੀ ਉਹ ਜਦੋਂ ਦੋਸ਼ੀਆਂ ਤੱਕ ਪਹੁੰਚ ਗਈ ਉਹਨੂੰ ਸਾਈਲੈਂਟ ਕਰ ਦਿੱਤਾ। ਉਹਨਾਂ ਨੇ ਅਣਪਛਾਤੀ ਪੁਲਿਸ ਤੇ ਮੁਕੱਦਮਾ ਦਰਜ ਕੀਤਾ।
ਸਰਸੇ ਵਾਲੇ ਨੂੰ ਬਚਾਇਆ, ਉਹਦੇ ਪੈਰੋਕਾਰਾਂ ਨੂੰ। ਹੁਣ ਜਿਹੜਾ ਹੋਇਆ, ਹੁਣ ਸਰਸੇ ਵਾਲਾ ਵੀ ਨਾਮਜ਼ਦ ਹੋਇਆ ਸੀ, ਇੰਨੀ ਕੁ ਤਾਂ ਸ਼ਲਾਘਾ ਕਰਨੀ ਬਣਦੀ ਆ। ਅਸੀਂ ਸ਼ੁਕਰਾਨਾ ਗੁਰੂ ਦਾ ਵੀ ਕਰਕੇ ਆਏ ਆ। ਮਲਕੇ ਦੇ ਵਿੱਚ ਮਲਕੇ ਕਾਂਡ ਦੇ ਗਵਾਹਾਂ ਨੇ ਸ਼੍ਰੀ ਅਖੰਡ ਪਾਠ ਸਾਹਿਬ ਰੱਖਿਆ ਸੀ ਔਰ ਮੈਨੂੰ ਬੁਲਾਇਆ ਸੀ, ਮੈਂ ਜਾ ਕੇ ਆਇਆ। ਇਹ ਨਹੀਂ ਮੇਰੀ ਗੱਲ ਪੂਰੀ ਕਰ ਲੈਂਦਾ, ਗੱਲ ਪੂਰੀ ਕਰ ਲੈਂਦਾ, ਜਾਂ ਇਹਦਾ ਕੋਈ ਹੱਲ ਵੀ ਤੁਹਾਨੂੰ ਹੁੰਦਾ ਦਿਸਦਾ? ਤੁਹਾਨੂੰ ਲੱਗਦਾ ਹੈ ਕਿ ਮੈਨੂੰ ਗੱਲ ਪੂਰੀ ਕਰ ਲੈਂਦੇ, ਬੋਡੀ ਲੈਂਗੁਏਜ ਇਹ ਗੱਲ ਦੱਸਦੀ ਹੈ ਕਿ ਉਹ ਜਿਹੜੇ ਵੀ ਦੋਸ਼ੀ ਨੇ ਉਹਨਾਂ ਖਿਲਾਫ 2022 ਤੋਂ ਪਹਿਲਾਂ ਕਾਰਵਾਈ ਕਰ ਪਾਉਣਗੇ? ਮੈਨੂੰ ਗੱਲ ਪੂਰੀ ਕਰ ਲੈਣ ਦਿਓ ਕਿ ਅਕਾਲੀ ਦਲ ਬਾਦਲ ਵੇਲੇ ਤਾਂ ਕੁਝ ਨਹੀਂ ਸੀ ਹੋਇਆ। ਹੁਣ ਜਿਹੜੀ ਅਣਪਛਾਤੀ ਪੁਲਿਸ ਵੀ ਪਛਾਣੀ ਗਈ, ਹੁਣ ਜਿਹੜੇ ਆਪਣਾ ਦੋਸ਼ੀ ਬੇਅਦਬੀ ਦੇ ਉਹ ਵੀ ਫੜੇ ਗਏ, ਬੇਅਦਬੀ ਕਾਂਡ 'ਚ ਨਾਮਜ਼ਦ ਹੋ ਗਏ, ਗ੍ਰਿਫਤਾਰੀ ਵਾਰੰਟ ਤਿੰਨਾਂ ਦੇ ਮਿਲ ਗਏ, ਸੌਦਾ ਸਾਧ ਨਾਮਜ਼ਦ ਹੋ ਗਿਆ। ਹੁਣ ਜਿਹੜਾ ਕੁਝ ਕੰਮ ਹੋਇਆ, ਪਰ ਅਸੀਂ ਇੱਕ ਗੱਲ ਪਹਿਲਾਂ ਵੀ ਕਹੀ ਸੀ, ਕੋਈ ਬੇਕਸੂਰ ਫੜਿਆ ਨਾ ਜਾਵੇ ਤੇ ਕਸੂਰਵਾਰ ਬਖਸ਼ਿਆ ਨਾ ਜਾਵੇ, ਚਾਹੇ ਕੋਈ ਹੋਵੇ, ਚਾਹੇ ਸੁਮੇਧ ਸੈਣੀ ਹੋਵੇ, ਚਾਹੇ ਬਾਦਲ ਹੋਵੇ, ਕੋਈ ਹੋਵੇ, ਕੋਈ ਅਹੁਦੇਦਾਰ ਹੋਵੇ। ਪਰ ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਤੁਸੀਂ ਬਾਡੀ ਲੈਂਗੁਏਜ ਦੀ ਗੱਲ ਕੀਤੀ ਆ, ਅਜੇ ਤੱਕ ਸਾਨੂੰ ਜਿਹੜਾ ਹੈਗਾ ਉਹ ਭਰੋਸਾ ਨਹੀਂ ਆ ਰਿਹਾ ਕਿ ਉਹ ਇਸ ਦਾ ਇਨਸਾਫ ਕਰਨਗੇ, ਕਿਉਂਕਿ ਲੱਗਦਾ ਕਿ ਜਿਹੜੀ ਬਾਦਲ ਕੈਪਟਨ ਦੋਸਤੀ ਆ ਉਹ ਭਾਰੂ ਪੈ ਰਹੀ ਆ, ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜੀ ਜਾ ਰਹੀ ਆ। ਉਹਨਾਂ ਦੇ ਵੱਲੋਂ ਉਹ ਰਿਜ਼ਲਟ ਨਹੀਂ ਦੇਣਾ ਚਾਹੁੰਦੇ, ਪਰ ਅਸੀਂ ਵਾਹਿਗੁਰੂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਆ ਕਿ ਪ੍ਰਮਾਤਮਾ ਜਿਨ੍ਹੇ ਬੇਅਦਬੀ ਕੀਤੀ, ਜਿਵੇਂ ਸੁਖਬੀਰ ਬਾਦਲ ਕਹਿੰਦਾ ਬੇਅਦਬੀ ਕਰਨ ਵਾਲਿਆਂ ਦਾ ਕੱਖ ਨਾ ਰਹੇ, ਅਸੀਂ ਥੋੜਾ ਗਾਂਹ ਜਾਣੇ ਕਿ ਬੇਅਦਬੀ ਕਰਨ ਵਾਲਿਆਂ ਦਾ ਕੱਖ ਨਾ ਰਹੇ, ਕਰਾਉਣ ਵਾਲਿਆਂ ਦਾ ਕੱਖ ਨਾ ਰਹੇ, ਕਰਨ ਵਾਲਿਆਂ ਨੂੰ ਬਚਾਉਣ ਵਾਲਿਆਂ ਦਾ ਕੱਖ ਨਾ ਰਹੇ। ਜਿਨ੍ਹਾਂ ਨੇ ਅੱਜ ਤੱਕ ਬਚਾਇਆ ਤੇ ਰਹਿਣਾ ਵੀ ਕੁਝ ਨਹੀਂ, ਅੱਜ ਤੁਹਾਡੇ ਸਾਹਮਣੇ ਆ, ਕੱਖ ਰਿਹਾ ਵੀ ਨਹੀਂ। ਸਿਆਸੀ ਜ਼ਮੀਨ ਪੈਰਾਂ ਥੱਲੋਂ ਖਿਸਕ ਗਈ, ਕੰਧਾਂ ਨਾਲ ਵੱਜਦੇ ਫਿਰਦੇ ਆ। ਤੇ ਜੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਰਾਜਨੀਤੀ ਕੀਤੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਤੇ ਇਨਸਾਫ ਨਾ ਦਿੱਤਾ, ਤੇ ਮੇਰੀ ਗੱਲ ਅੱਜ ਯਾਦ ਰੱਖਿਓ, ਆ ਵੀਡੀਓ ਪਈ ਰਹਿਣੀ ਆ, ਕੈਪਟਨ ਅਮਰਿੰਦਰ ਸਿੰਘ ਦਾ ਵੀ ਬੁਰਾ ਹਸ਼ਰ ਹੋਊਗਾ ਬਾਦਲਾਂ ਦੇ ਵਾਂਗੂ, ਜਿਸ ਤਰੀਕੇ ਨਾਲ ਬਾਦਲਾਂ ਦਾ ਅੱਜ ਹਸ਼ਰ ਹੋਇਆ। ਮੋਰਚਾ ਖੋਲੋਗੇ ਜੇਕਰ ਕਾਂਗਰਸ ਨਾ ਕੁਝ ਕਰ ਪਾਈ ਤਾਂ? ਮੋਰਚਾ ਤਾਂ ਖੁੱਲਿਆ, ਜ਼ਰੂਰੀ ਨਹੀਂ ਹੁੰਦੀ ਅੱਜ ਜਿਹੜਾ ਮੋਰਚਾ ਧਰਨਾ ਮੁਜ਼ਾਹਰਾ ਹੀ ਕੀਤਾ ਜਾਵੇ। ਅੱਜ ਜਿਸ ਤਰੀਕੇ ਦੇ ਨਾਲ ਬਰਗਾੜੀ 'ਚ ਮੁਜ਼ਾਹਰਾ ਕੀਤਾ ਗਿਆ, ਫਿਰ ਆਪਣਾ ਮਲਕੇ ਦੇ ਵਿੱਚ ਜਿਹੜਾ ਸਮਾਗਮ ਦੇ ਉੱਤੇ ਸਪੀਚਾਂ ਹੋਈਆਂ ਵਾਇਆ ਮੀਡੀਆ, ਅਸੀਂ ਗੱਲ ਕਰ ਰਹੇ ਕੋਵਿਡ-19 ਆ, ਜਿਹੜੇ ਸਰਕਾਰੀ ਜਾਂ ਮੈਡੀਕਲ ਦਿਸ਼ਾ ਨਿਰਦੇਸ਼ ਨੇ ਸਿਹਤ ਵਿਭਾਗ ਦੇ, ਉਹਨਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਵਾਇਆ ਮੀਡੀਆ ਅਸੀਂ ਪ੍ਰੈਸ਼ਰ ਬਿਲਡ ਕਰ ਰਹੇ ਹਾਂ। ਸਰਕਾਰ ਖਿਲਾਫ ਸਾਡਾ ਮੋਰਚਾ। ਕੈਪਟਨ ਅਮਰਿੰਦਰ ਸਿੰਘ ਨੂੰ ਦੇਖੋ ਤੁਸੀਂ, ਬਰਗਾੜੀ ਮੋਰਚੇ 9 ਦਸੰਬਰ ਨੂੰ 2 ਸਾਲ ਹੋ ਜਾਣੇ ਆ, ਉਦੋਂ ਬਾਅਦ ਨਾ ਕੈਪਟਨ ਅਮਰਿੰਦਰ ਸਿੰਘ ਨਾਲ ਫੋਨ ਤੇ ਗੱਲ ਕੀਤੀ ਆ, ਨਾ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਗਏ ਆ। ਜਿੱਥੇ ਮਸਲਾ ਆਇਆ, ਚਾਹੇ ਉਹ ਮਨਪ੍ਰੀਤ ਬਾਦਲ ਦਾ ਆਇਆ ਕਿ ਉਹਨਾਂ ਨੇ ਉੱਥੇ ਗੁਰੂ ਨਾਨਕ ਲਾਇਬ੍ਰੇਰੀ ਖਤਮ ਕਰਤੀ, ਚਾਹੇ ਉਹ ਥਰਮਲ ਪਲਾਂਟ ਗੁਰੂ ਨਾਨਕ ਸਾਹਿਬ ਦੇ ਨਾਂ ਦਾ, ਤੇ ਉੱਥੇ ਜਿਹੜੇ ਪਲਾਂਟ ਲੱਗੇ ਹੋਏ 50 ਸਾਲ ਪਹਿਲਾਂ, ਇਹੋ ਜਿਹੇ ਦਰਖਤ, ਜਿਹੜਾ ਇੱਕ ਦਰਖਤ ਆਕਸੀਜਨ ਦਾ ਕਾਰਖਾਨਾ, ਉਹਦੀਆਂ ਰਿਓੜੀਆਂ ਵੱਟਣ ਦਾ ਇਹਨਾਂ ਪ੍ਰਬੰਧ ਕੀਤਾ। ਅਸੀਂ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਕੀਤਾ, ਮਨਪ੍ਰੀਤ ਬਾਦਲ ਦਾ ਵਿਰੋਧ ਕੀਤਾ, ਤੇ ਵਾਇਆ ਮੀਡੀਆ ਜਿਹੜੀ ਤੁਹਾਡੀ ਆਵਾਜ਼, ਇਹ ਵੀ ਤਾਂ ਲੱਖਾਂ ਲੋਕਾਂ ਤੱਕ ਜਾਣੀ ਆ ਨਾ, ਇਹ ਵੀ ਲੱਖਾਂ ਲੋਕਾਂ ਤੱਕ ਜਾਣੀ ਆ। ਅਸੀਂ ਇਸ ਤਰੀਕੇ ਵਾਇਆ ਮੀਡੀਆ ਉਹਨਾਂ ਤੇ ਪ੍ਰੈਸ਼ਰ ਬਿਲਡ ਕਰ ਰਹੇ ਹਾਂ। ਜਦੋਂ ਕੋਵਿਡ-19 ਹਟ ਜਾਊਗਾ ਤੇ ਜੇ ਲੋੜ ਪਈ ਧਰਨੇ ਮੁਜ਼ਾਹਰਿਆਂ ਦੀ, ਤੇ ਸਾਰੀ ਕੌਮ ਪੰਥ ਦਾ ਸਾਥ ਲੈ ਕੇ ਇਸੇ ਤਰੀਕੇ ਨਾਲ ਉਹ ਵੀ ਕਰਾਂਗੇ। ਉਸ ਗੱਲ ਤੋਂ ਅਸੀਂ ਪਿੱਛੇ ਨਹੀਂ ਹਟਦੇ। ਨਾ ਅਸੀਂ, ਮੈਂ ਬੇਨਤੀ ਕਰਾਂ, ਬਾਦਲਾਂ ਤੋਂ ਦਾਣੇ ਲੈਣੇ ਆ, ਨਾ ਕੈਪਟਨ ਤੋਂ ਲੈਣੇ। ਅਸੀਂ ਗੁਰੂ ਦੇ ਸਿੱਖ ਆ, ਪਰਮਾਤਮਾ ਤੇ ਭਰੋਸਾ, ਗੁਰੂ ਦੀਆਂ ਸੰਗਤਾਂ ਦਾ ਆਸ਼ੀਰਵਾਦ ਆ। ਨਾ ਪੱਗ ਕੈਪਟਨ ਨਾਲ ਵਟਾਈ ਆ, ਨਾ ਸੁਖਬੀਰ ਬਾਦਲ ਨਾਲ ਵਟਾਈ ਆ। ਗੁਰੂ ਪੰਥ ਲਈ ਲੜੇ ਆ ਤੇ ਲੜਦੇ ਰਹਿਣਾ ਵਾ। ਜਾਤੀ ਵਿਰੋਧ ਸਾਡਾ ਨਾ ਕੈਪਟਨ ਨਾਲ ਆ ਤੇ ਨਾ ਸਾਡਾ ਸੁਖਬੀਰ ਬਾਦਲ ਨਾਲ ਆ। ਪੰਥਕ ਮਸਲਿਆਂ ਦੇ ਉੱਤੇ ਹਮੇਸ਼ਾ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਟਾਰਗੇਟ ਕੀਤਾ, ਚਾਹੇ ਕੈਪਟਨ ਅਮਰਿੰਦਰ ਸਿੰਘ ਆ, ਚਾਹੇ ਕਾਂਗਰਸ ਪਾਰਟੀ ਆ, ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ, ਅਸੀਂ ਬਕਾਇਦਾ ਉਹਨਾਂ ਨੂੰ ਟਾਰਗੇਟ ਕੀਤਾ। ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ, ਪੰਥ ਦੇ ਮਸਲਿਆਂ ਲਈ ਅਸੀਂ ਉਹਨਾਂ ਨੂੰ ਵੀ ਕਹਿੰਦੇ ਰਹੇ, ਚਾਹੇ ਉਹ ਮੋਰਚਾ ਭਾਈ ਗੁਰਬਖਸ਼ ਸਿੰਘ ਨੇ ਲਾਇਆ ਸੀ, ਚਾਹੇ ਬਾਪੂ ਸੂਰਜ ਸਿੰਘ ਨੇ ਲਾਇਆ ਸੀ, ਅਸੀਂ ਉਹਨਾਂ ਨੂੰ ਵੀ ਕਹਿੰਦੇ ਰਹੇ ਕਿ ਭਾਈ ਜਿਹੜੇ ਪੰਥ ਦੇ ਮਸਲੇ ਆ ਉਹ ਹੱਲ ਕਰੋ, ਬੰਦੀ ਸਿੰਘ ਰਿਹਾ ਕਰੋ। ਤੇ ਅੱਜ ਚਾਹੇ ਕੈਪਟਨ ਜਿਹਦੀ ਸਰਕਾਰ ਆ, ਅਸੀਂ ਬਕਾਇਦਾ ਉਹਨੂੰ ਕਹਿੰਦੇ ਆ ਕਿ ਆਪਣੀ ਡਿਊਟੀ ਨਿਭਾਓ। ਜਿਹੜੇ ਸਿੱਖ ਮਸਲੇ ਆ, ਪੰਥ ਪੰਜਾਬ ਦੇ ਮਸਲੇ ਆ, ਨਸ਼ਿਆਂ ਦੇ ਮਸਲੇ ਆ, ਇਹਨਾਂ ਦੇ ਉੱਤੇ ਇਮਾਨਦਾਰੀ ਨਾਲ ਕੰਮ ਕਰੋ, ਇਹਨਾਂ ਤੇ ਰਾਜਨੀਤੀ ਨਾ ਕਰੋ। ਇਹ ਸਾਡੇ ਪੰਥ ਪੰਜਾਬ ਦਾ ਮਸਲਾ, ਸਾਡੇ ਨੌਜਵਾਨ ਬਰਬਾਦ ਹੋ ਰਹੇ ਆ, ਇਹਨਾਂ ਦੀ ਰੁਜ਼ਗਾਰ ਦੀ ਗੱਲ ਕਰੋ, ਇਹਨਾਂ ਦੀ ਪੜ੍ਹਾਈ ਦੀ ਗੱਲ ਕਰੋ, ਸਿਹਤ ਦੀ ਗੱਲ ਕਰੋ, ਇਹਨਾਂ ਦੀ ਇਹ ਸਾਰੇ ਕਾਸੇ ਤੇ ਕਾਬੂ ਪਾਓ। ਇਹ ਨਾ ਕਹਿ ਦਿਆ ਕੱਲਾ ਵੀ ਨਸ਼ੇ ਪਾਕਿਸਤਾਨ ਤੋਂ ਆ ਰਹੇ ਆ। ਤੁਸੀਂ ਨਸ਼ੇ ਖਾਣ ਤੋਂ ਬੰਦ ਕਰੋ, ਜਦੋਂ ਖਾਣ ਤੋਂ ਬੰਦ ਕਰਾ ਦੋਗੇ ਆਪੇ ਆਉਣੇ ਬੰਦ ਹੋ ਜਾਣਗੇ। ਜਿਹੜਾ ਸੌਦਾ ਜਿਸ ਦੁਕਾਨ ਤੇ ਵਿਕੂਗਾ ਨਹੀਂ, ਉਹ ਦੁਕਾਨਦਾਰ ਕਦੇ ਸੌਦਾ ਜਿਹੜਾ ਉਹ ਖਰੀਦੂਗਾ ਨਹੀਂ, ਲਿਆਊਗਾ ਹੀ ਨਹੀਂ ਵੇਚਣ ਵਾਸਤੇ, ਕਿਉਂਕਿ ਉਹ ਵਿਕਦਾ ਨਹੀਂ ਆ। ਜਦੋਂ ਅਸੀਂ ਪੰਜਾਬ ਹਰਿਆਣੇ ਵਿੱਚ, ਆਪਣੇ ਭਾਰਤ ਦੇਸ਼ ਦੇ ਵਿੱਚ ਲੋਕਾਂ ਨੂੰ ਨਸ਼ੇ ਖਾਣ ਤੋਂ ਹਟਾਤਾ, ਨਾ ਕਿਤੇ ਨੇਪਾਲ ਤੋਂ ਨਸ਼ਾ ਆ ਸਕੇ ਤੇ ਨਾ ਪਾਕਿਸਤਾਨ ਤੋਂ ਆ ਸਕੇ, ਨਾ ਕਿਤੇ ਹੋਰੋਂ ਆ ਸਕੇ। ਇਹ ਤਾਂ ਨਸ਼ੇ ਆਉਂਦੇ ਆ, ਤਾਂ ਨਸ਼ੇ ਇੱਥੇ ਵੱਡੇ ਵੱਡੇ ਸਮਗਲਰ ਬੈਠੇ ਆ ਸਾਡੇ ਦੇਸ਼ 'ਚ,
ਇਸ ਕਾਰਨ ਕਰਕੇ ਸਾਨੂੰ ਉਹਨਾਂ ਤੇ ਕਾਬੂ ਪਾਉਣਾ ਚਾਹੀਦਾ। ਨੌਜਵਾਨਾਂ ਨੂੰ ਪ੍ਰੇਰਨਾ ਕਰਕੇ ਧਰਮ ਵਾਲੇ ਪਾਸੇ, ਦੇਸ਼ ਕੌਮ ਧਰਮ ਭਗਤੀ ਭਾਵਨਾ ਉਹਨਾਂ 'ਚ ਪੈਦਾ ਕਰਨੀ ਚਾਹੀਦੀ। ਉਹ ਵਿਦਿਆ ਵਾਲੇ ਪਾਸੇ ਜਿਹੜਾ ਉਹ ਤੁਰਨ। ਇੱਥੇ IAS IPS ਜਿਹੜੇ ਕੋਚਿੰਗ ਸੈਂਟਰ ਆ ਸਾਡੇ ਖੋਲਣੇ ਚਾਹੀਦੇ, SGPC ਨੂੰ ਖੋਲਣੇ ਚਾਹੀਦੇ, ਜਿਨ੍ਹਾਂ ਕੋਲੇ ਪੰਥ ਦਾ ਵੱਡਾ ਸਰਮਾਇਆ ਵਾ। ਹਰਿਆਣੇ ਦੀ ਸੰਗਤਾਂ ਨੇ ਮੈਨੂੰ ਜ਼ਿੰਮੇਵਾਰੀ ਸੌਂਪੀ ਆ। ਜਿਸ ਤਰੀਕੇ ਨਾਲ ਕਾਰਜਕਾਰੀ ਤੌਰ ਤੇ ਅਸੀਂ ਹੁਣ ਹੀ ਪੂਰੇ ਹਰਿਆਣੇ ਦੇ ਵਿੱਚ ਤੁਸੀਂ ਦੇਖੋ ਕਿਸ ਤਰ੍ਹਾਂ ਐਂ ਲੱਗ ਰਿਹਾ ਜਿਵੇਂ ਹਰਿਆਣਾ ਕਮੇਟੀ ਦੁਬਾਰਾ ਬਣੀ ਹੁੰਦੀ ਆ ਤੇ ਅਸੀਂ ਸਰਗਰਮੀ ਵਿੱਢੀ ਆ ਕਿ ਦਾਦੂਵਾਲ ਸਾਹਿਬ ਕੀ ਟੀਚੇ ਰਹਿਣਗੇ ਤੁਹਾਡੇ ਹੁਣ ਬਤੌਰ ਪ੍ਰਧਾਨ? ਮੇਰੇ ਟੀਚੇ ਤਾਂ ਸਿੱਧੇ ਆ ਕਿ ਸਭ ਤੋਂ ਪਹਿਲਾਂ ਹਰਿਆਣਾ ਕਮੇਟੀ ਹਰਿਆਣੇ ਦੇ ਸਿੱਖਾਂ ਦਾ ਹੱਕ ਆ ਉਹਨੂੰ ਮਾਨਤਾ ਦਿਵਾਉਣੀ ਤੇ ਹਰਿਆਣੇ ਵਿੱਚ ਧਰਮ ਪ੍ਰਚਾਰ ਪ੍ਰਸਾਰ, ਕਿਉਂਕਿ ਜਿਹੜੀ ਕਮੇਟੀ ਮੌਜੂਦਾ ਪ੍ਰਬੰਧ ਕਰ ਰਹੇ ਸੀਗੇ ਉਹਨਾਂ ਨੇ 6 ਸਾਲਾਂ 'ਚ 6 ਅੰਮ੍ਰਿਤ ਸੰਚਾਰ ਨਹੀਂ ਕਰਾਏ। ਅਸੀਂ ਅੰਮ੍ਰਿਤ ਸੰਚਾਰ ਦੀ ਲਹਿਰ ਚਲਾਉਣੀ ਆ, ਢਾਡੀ ਜਥੇ ਭਰਤੀ ਕਰਨੇ ਆ ਤੇ ਅਸੀਂ ਸਾਰੇ ਹਰਿਆਣੇ ਨੂੰ ਕਵਰ ਕਰਨਾ ਧਰਮ ਪ੍ਰਚਾਰ ਲਈ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ, ਜਿਵੇਂ ਪੰਜਾਬ 'ਚ ਨਸ਼ੇ ਆ ਜਿਹੜੇ ਹਰਿਆਣੇ 'ਚ ਨਸ਼ੇ ਆ ਜਿੰਨੇ ਕੁ, ਅਸੀਂ ਉਹਨਾਂ ਤੋਂ ਰਹਿਤ ਕਰਨ ਵਾਸਤੇ ਨੌਜਵਾਨਾਂ ਨੂੰ ਅਸੀਂ ਪ੍ਰਚਾਰ ਜਿਹੜਾ ਸ਼ਹਿਰ ਸ਼ਹਿਰ ਪਿੰਡ ਪਿੰਡ ਜਿਹੜਾ ਇਹ ਲੈ ਕੇ ਜਾਣਾ। ਜਿਸ ਤਰ੍ਹਾਂ ਅਸੀਂ ਪਹਿਲਾਂ ਧਰਮ ਪ੍ਰਚਾਰ ਕਰ ਰਹੇ ਹਾਂ ਉਸ ਪ੍ਰਚਾਰ ਦੀ ਲਹਿਰ ਨੂੰ ਹੋਰ ਪ੍ਰਚੰਡ ਕਰਾਂਗੇ। ਸਾਰੇ ਜਿਹੜੇ ਜਰਨਲ ਹਾਊਸ ਦੇ ਮੈਂਬਰ ਸਾਰੇ ਜਿਨ੍ਹਾਂ ਨੇ ਮੈਨੂੰ ਸਰਬਸੰਮਤੀ ਨਾਲ ਕਾਰਜਕਾਰੀ ਪ੍ਰਧਾਨ ਬਣਾਇਆ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਉਹਨਾਂ ਦੇ ਹਲਕਿਆਂ ਦੇ ਵਿੱਚ ਔਰ ਜਿਹੜੇ 5 ਗੁਰਦੁਆਰੇ ਸਾਡੇ ਪ੍ਰਬੰਧ 'ਚ ਆ ਹਰਿਆਣਾ ਕਮੇਟੀ ਦੇ ਉਹਨਾਂ ਗੁਰੂ ਘਰਾਂ ਦੇ ਵਿੱਚ ਵੱਡੇ ਫੰਕਸ਼ਨ ਰੱਖ ਕੇ ਤੇ ਜਿਹੜਾ ਇਹ ਧਰਮ ਪ੍ਰਚਾਰ ਜਿਹੜਾ ਹੈਗਾ ਉਹ ਸਾਰੇ ਮੈਂਬਰਾਂ ਦੇ ਹਲਕਿਆਂ ਦੇ ਵਿੱਚ ਕੀਤਾ ਜਾਊਗਾ। ਇਹ ਜਿਹੜੇ ਸਾਡੇ ਟੀਚੇ ਜਿਹੜੇ ਆ ਹਰਿਆਣੇ ਦੇ ਸਿੱਖਾਂ ਨੂੰ ਅਸੀਂ ਜਿਹੜਾ ਹੈ IAS IPS ਕੋਚਿੰਗ ਸੈਂਟਰ ਜਿਹੜਾ ਅਸੀਂ ਪ੍ਰਬੰਧ ਕਰਾਂਗੇ ਵੀ ਇਸ ਤਰ੍ਹਾਂ ਦੀ ਸੰਸਥਾ ਜਿਹੜੀ ਹਰਿਆਣਾ ਕਮੇਟੀ ਵੱਲੋਂ ਖੋਲੀ ਜਾਵੇ ਤਾਂ ਕਿ ਜਿਹੜੇ ਹਰਿਆਣੇ ਦੇ ਸਿੱਖ ਆ ਉਹ ਵੀ ਇਸ ਨੂੰ IAS IPS ਦੀ ਕੋਚਿੰਗ ਜਿਹੜੀ ਆ ਉਹ ਹਰਿਆਣਾ ਕਮੇਟੀ ਵੱਲੋਂ ਲੈ ਸਕਣ। ਬਹੁਤ ਬਹੁਤ ਧੰਨਵਾਦ ਦਾਦੂਵਾਲ ਸਾਹਿਬ, तमाम ਮਸਲਿਆਂ ਤੇ ਤੁਸੀਂ ਬੜੀ ਬੇਬਾਕੀ ਦੇ ਨਾਲ ਤਫਸੀਲ 'ਚ ਗੱਲਬਾਤ ਕੀਤੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਜਗਬਾਣੀ ਦੇ ਨਾਲ ਜੁੜਨ ਦੇ ਲਈ। ਧੰਨਵਾਦ ਜੀ ਰਮਨਦੀਪ ਸੋਢੀ ਜੀ, ਤੁਹਾਡਾ ਵੀ, ਤੁਹਾਡੇ ਅਦਾਰੇ ਦਾ ਵੀ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਤਾਂ ਇਹ ਸਨ ਬਲਜੀਤ ਸਿੰਘ ਦਾਦੂਵਾਲ ਜਿਨ੍ਹਾਂ ਨੇ ਕਿ ਤਫਸੀਲ 'ਚ तमाम ਮਸਲਿਆਂ ਤੇ ਗੱਲਬਾਤ ਕੀਤੀ ਔਰ ਉਮੀਦ ਕਰਦਾ ਕਿ ਬਹੁਤ ਸਾਰੇ ਲੋਕਾਂ ਦੇ ਜਿਹੜੇ ਬਲਜੀਤ ਸਿੰਘ ਦਾਦੂਵਾਲ ਹੋਰਾਂ ਤੱਕ ਸਵਾਲ ਸਨ ਉਹ ਕਲੀਅਰ ਕਰਨ ਦੀ ਅਸੀਂ ਕੋਸ਼ਿਸ਼ ਕੀਤੀ ਹੈ। ਨਵੀਆਂ ਔਰ ਤਾਜ਼ਾ ਖਬਰਾਂ ਦੇ ਲਈ ਤੁਸੀਂ ਲਗਾਤਾਰ ਜੁੜੇ ਰਹੋ ਜਗਬਾਣੀ TV ਦੇ ਨਾਲ। ਤੁਸੀਂ ਸਾਨੂੰ Facebook ਤੇ ਸਾਡਾ ਪੇਜ ਲਾਈਕ ਕਰ ਸਕਦੇ ਹੋ, Instagram ਤੇ ਸਾਨੂੰ ਫੋਲੋ ਕਰ ਸਕਦੇ ਹੋ, Twitter ਤੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਔਰ YouTube ਤੇ ਸਾਡਾ ਚੈਨਲ ਵੀ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਜੋ ਤੁਸੀਂ ਦੇਸ਼ ਔਰ ਦੁਨੀਆ ਦੀਆਂ तमाम ਤਾਜ਼ਾ ਖਬਰਾਂ ਆਪਣੇ ਮੋਬਾਈਲ ਫੋਨ ਤੇ ਹਾਸਲ ਕਰ ਸਕੋ। ਬਹੁਤ ਬਹੁਤ ਧੰਨਵਾਦ।